ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਬੱਚੇ ਸਕਸੈਸ ਟਰੀ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਆਪਾਂ ਜਿਵੇਂ ਪਿਛਲੇ ਹਫਤੇ ਇੱਕ ਸੀਰੀਜ਼ ਇੰਟਰੋਡਿਊਸ ਕੀਤੀ ਸੀ ਕਿ ਪੰਜਾਬ ਦੇ ਜਿੰਨੇ ਐਸਪੀਰੈਂਟਸ ਨੇ ਉਹ ਪਿਛਲੇ ਸਮੇਂ ਤੋਂ ਤਿਆਰੀ ਕਰ ਰਹੇ ਨੇ, ਹੁਣੇ ਆਪਾਂ ਨੈਬ ਤਹਿਸੀਲਦਾਰ ਦਾ ਪੇਪਰ ਦਿੱਤਾ ਹੈ, ਤਾਂ ਅਗਲੇ ਸਮੇਂ 'ਚ ਸਾਡੇ ਜਿਹੜੇ ਐਗਜ਼ਾਮਸ ਹੋਣੇ ਨੇ, ਖਾਸ ਕਰਕੇ ਜਿਹਦੇ ਵਿੱਚ ਕੋਆਪਰੇਟਿਵ ਇੰਸਪੈਕਟਰ ਦੀ ਸਾਡੀ ਡੇਟ ਅਨਾਉਂਸ ਹੋ ਚੁੱਕੀ ਹੈ ਕਿ ਨਵੰਬਰ 'ਚ ਐਗਜ਼ਾਮ ਹੋਣਾ। ਉਸ ਤੋਂ ਪਹਿਲਾਂ ਸਾਡਾ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ, ਵੀਡੀਓ ਦਾ ਐਗਜ਼ਾਮ ਕਦੇ ਵੀ ਹੋ ਸਕਦੇ ਨੇ। ਇਹਦੇ ਨਾਲ PPSC ਨੇ ਸਾਡੀਆਂ ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਕੱਢੀਆਂ ਹੋਈਆਂ ਨੇ, ਉਹਦਾ ਵੀ ਐਗਜ਼ਾਮ ਅੱਗੇ ਪਿੱਛੇ ਕਦੇ ਸ਼ੈਡਿਊਲ ਹੋਊਗਾ। ਤਾਂ ਇਹ ਆਉਣ ਵਾਲੇ ਸਾਰੇ ਐਗਜ਼ਾਮਸ ਦੇ ਵਿੱਚ ਅਸੀਂ ਆਪਣੇ ਸਬਜੈਕਟ ਵਾਈਜ਼ ਜਿੰਨੀ ਤਿਆਰੀ ਕੀਤੀ ਹੈ, ਸਿਲੇਬਸ ਕਵਰ ਕੀਤਾ, ਉਹਦੀ ਪ੍ਰੈਕਟਿਸ ਕਰ ਸਕੀਏ, ਉਹਦੀ ਤਿਆਰੀ ਨੂੰ ਪੋਲਿਸ਼ ਕਰ ਸਕੀਏ। ਤੇ ਖਾਸ ਕਰਕੇ ਜਿਹੜਾ ਸਾਡਾ ਨੈਬ ਤਹਿਸੀਲਦਾਰ ਦਾ ਤਜਰਬਾ ਹੋਇਆ ਕਿ ਬੇਸਿਕਸ ਕਲੀਅਰ ਹੋਣ ਦੇ ਬਾਵਜੂਦ, ਕਨਸੈਪਟਸ ਕਲੀਅਰ ਹੋਣ ਦੇ ਬਾਵਜੂਦ, ਪ੍ਰੈਕਟਿਸ ਕਰੇ ਜਾਣ ਦੇ ਬਾਵਜੂਦ ਕੁਝ ਇਹੋ ਜਿਹੇ ਸਵਾਲ ਦੇਖ ਲਏ ਜਿਹੜੇ ਅੱਜ ਤੱਕ ਅਸੀਂ ਦੇਖੇ ਨਹੀਂ ਸੀ ਹੈਗੇ। ਕੁਝ ਇਹੋ ਜਿਹੇ ਸਵਾਲ ਜਿਹੜੇ ਬਹੁਤ ਟਫ ਸੀਗੇ, ਟਿਪੀਕਲ ਸੀਗੇ, ਲੈਂਥੀ ਸੋਲਿਊਸ਼ਨ ਸੀਗੇ। ਤਾਂ ਉਹੋ ਜਿਹੇ ਸਵਾਲਾਂ ਦੀ ਤਿਆਰੀ ਕਰਨ ਦੇ ਲਈ, ਕਿਉਂਕਿ ਅਗਲੇ ਸਮੇਂ 'ਚ ਸਾਡੇ ਜਿੰਨੇ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੇ ਸਵਾਲ ਐਕਸਪੈਕਟਡ ਨੇ, ਤਾਂ ਉਹਨਾਂ ਦੀ ਤਿਆਰੀ ਕਰਨ ਦੇ ਲਈ ਆਪਾਂ ਪੂਰੇ ਦਾ ਪੂਰਾ ਮਤਲਬ ਸੈਸ਼ਨ ਚਲਾ ਰਹੇ ਹਾਂ। ਇਹਦੇ ਵਿੱਚ ਤੁਸੀਂ ਮੈਥ ਦੀ ਇੱਕ ਕਲਾਸ ਆਲਰੇਡੀ ਮੰਡੇ ਨੂੰ ਦੇਖ ਚੁੱਕੇ ਹੋ, ਜਿਹਦੇ ਵਿੱਚ ਆਪਾਂ ਪਰਸੈਂਟੇਜ ਦੇ ਖਾਸ ਕਰਕੇ ਉਹੀ ਸਵਾਲ ਕੀਤੇ ਸੀ ਜਿਹੜੇ ਆਮ ਤੌਰ ਤੇ ਅਸੀਂ ਨਹੀਂ ਦੇਖੇ ਪਰ ਪੇਪਰਾਂ ਦੇ ਵਿੱਚ ਪੁੱਛੇ ਜਾ ਰਹੇ ਨੇ। ਉਸ ਤੋਂ ਬਾਅਦ ਤੁਹਾਡੀ ਰੀਜ਼ਨਿੰਗ ਤੇ GS ਦੀ ਇੱਕ ਕਲਾਸ ਆਲਰੇਡੀ ਹੋ ਚੁੱਕੀ ਹੈ। ਤਾਂ ਅੱਜ ਆਪਣੀ ਮੈਥ ਦੀ ਦੂਜੀ ਕਲਾਸ ਹੈ। ਇਹਦੇ ਵਿੱਚ ਬੱਚੇ ਆਪਾਂ ਰੇਸ਼ੀਓ ਚੈਪਟਰ ਦੇ ਉਸੇ ਕਿਸਮ ਦੇ ਸਵਾਲ ਦੇਖਾਂਗੇ। ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਅਗਲੇ 1 ਮਿੰਟ ਦੇ ਵਿੱਚ ਸੈਸ਼ਨ ਸਟਾਰਟ ਕਰਦੇ ਹਾਂ। ਅੱਜ ਦੇ ਸੈਸ਼ਨ ਦੇ ਵਿੱਚ ਤੁਸੀਂ ਰੇਸ਼ੀਓ ਚੈਪਟਰ ਦੇ ਦੇਖੋ ਬੇਸਿਕਸ ਤੁਹਾਡੇ ਕਲੀਅਰ ਨੇ, ਰੇਸ਼ੀਓ ਦੇ ਫੰਕਸ਼ਨਸ ਤੁਹਾਨੂੰ ਕਲੀਅਰ ਨੇ, ਈਵਨ ਰੇਸ਼ੀਓ ਤੁਸੀਂ ਅਲੱਗ-ਅਲੱਗ ਚੈਪਟਰਾਂ ਦੇ ਵਿੱਚ ਵਰਤੀ ਹੈ ਉਹ ਵੀ ਤੁਹਾਨੂੰ ਰੇਸ਼ੀਓ ਉਨੀ ਕੁ ਕਲੀਅਰ ਹੈ। ਪਰ ਰੇਸ਼ੀਓ ਦੇ ਵਿੱਚ ਕਿਸ ਕਿਸਮ ਦੇ ਸਵਾਲ ਬਣ ਸਕਦੇ ਨੇ ਜਿਹੜੇ ਅਸੀਂ ਕਦੇ ਨਹੀਂ ਦੇਖੇ, ਜਿਹੜੇ ਅਗਲੇ ਸਮੇਂ 'ਚ ਜੇ ਪੇਪਰ 'ਚ ਆ ਗਏ ਤਾਂ ਸਾਨੂੰ ਤੰਗ ਕਰਨਗੇ। ਤਾਂ ਉਹਨਾਂ ਸਵਾਲਾਂ ਦੀ ਪ੍ਰੈਕਟਿਸ ਕਰਨ ਦੇ ਲਈ ਤੁਸੀਂ ਅੱਜ ਦਾ ਸੈਸ਼ਨ ਦੇਖ ਰਹੇ ਹੋ। ਤਾਂ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ। ਤਾਂ ਸਾਰੇ ਬੱਚੇ ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰਦੇ ਜਾਇਓ। ਆਪਾਂ ਇੱਕ ਇੱਕ ਕਰਕੇ ਸਵਾਲ ਕਰਾਂਗੇ। ਤਾਂ ਇਹਦੇ ਵਿੱਚ ਫਿਰ ਉਹੀ ਗੱਲ ਜਿਹੜੀ ਮੈਂ ਹਰ ਵਾਰ ਕਹਿਣਾ ਕਿ ਕੋਈ ਵੀ ਕੁਐਸਚਨ ਜਦੋਂ ਮੈਂ ਕਰਵਾਉਂਗਾ, ਜਿਹੜਾ ਵੀ ਕੁਐਸਚਨ ਸਕਰੀਨ ਤੇ ਖੁੱਲੂਗਾ, ਜੇ ਤੁਹਾਨੂੰ ਆਲਰੇਡੀ ਆਉਂਦਾ ਤਾਂ ਤੁਸੀਂ ਮੈਨੂੰ ਨਹੀਂ ਉਡੀਕਣਾ ਕਿ ਮੈਂ ਸੋਲੂਸ਼ਨ ਕੱਢੂੰਗਾ, ਕਿਉਂਕਿ ਮੈਨੂੰ ਸੋਲੂਸ਼ਨ ਕੱਢਣ ਵੇਲੇ ਦੋ ਗੱਲਾਂ ਸਮਝਾਉਣੀਆਂ ਪੈਣਗੀਆਂ, ਥੋੜਾ ਜਿਹਾ ਟਾਈਮ ਲੱਗੂਗਾ। ਤੁਸੀਂ ਆਪਣਾ ਨਾਲ ਦੀ ਨਾਲ ਆਨਸਰ ਕੱਢ ਕੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਨਾ ਹੈ। ਤੇ ਜੇ ਕੁਝ ਉਹੋ ਜਿਹੇ ਸਵਾਲ ਤੁਹਾਡੇ ਸਾਹਮਣੇ ਆ ਗਏ ਜਿਹੜੇ ਤੁਸੀਂ ਅੱਜ ਤੱਕ ਦੇਖੇ ਹੀ ਨਹੀਂ ਸੀ ਹੈਗੇ, ਜਾਂ ਦੇਖੇ ਸੀ ਪਰ ਉਹਨਾਂ ਦਾ ਸ਼ਾਰਟਕਟ ਨਹੀਂ ਪਤਾ ਕਿ ਘੱਟ ਸਮੇਂ 'ਚ ਸਹੀ ਆਨਸਰ ਕਿਵੇਂ ਕੱਢ ਸਕਦੇ ਆ, ਤਾਂ ਉਹਨਾਂ ਸਵਾਲਾਂ ਵੇਲੇ ਤੁਸੀਂ ਬਾਈ ਬਣ ਕੇ ਕਾਪੀ ਪੈਨ ਸਾਈਡ ਤੇ ਕਰਿਓ, ਸਿਰਫ ਮੈਨੂੰ ਦੇਖਿਓ। ਤਾਂ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ। ਰੇਸ਼ੀਓ ਦਾ ਪਹਿਲਾ ਕੁਐਸਚਨ ਕੀ ਹੈ ਬੱਚੇ? क्वेश्चन है द टोटल ऑफ डेली वेजेस ऑफ राम श्याम एंड मोहन इज ₹45,000। एग्जामिनर कहता 3 परसन ने राम श्याम ते मोहन, उन्हां दी कुल इनकम 45,000 रुपए है। वो चो राम दे श्याम दे जां मोहन दे किन्ने नहीं पता, कुल 45,000 है। इफ दे स्पेंड, जे वो खर्चा करते हैं किन्ना, राम 45%, श्याम 20% ते मोहन 50% खर्चा करते हैं ऑफ देयर इनकम्स ऑब्वियसली, दैन द रेशियो ऑफ देयर सेविंग्स will be 9:8:4। then what is the income of राम? बच्चे सानू एग्जामिनर कहंदा राम श्याम ते मोहन ਦੀ ਕੁੱਲ ਇਨਕਮ 45,000 ਹੈ। ਉਹਦੇ ਵਿੱਚੋਂ ਰਾਮ ਸ਼ਾਮ ਮੋਹਨ ਦੀ ਇੰਡੀਵਿਜੂਅਲੀ ਨਹੀਂ ਪਤਾ, ਕੁੱਲ 45,000 ਹੈ। ਤਾਂ ਰਾਮ ਦੀ ਉਹਦੇ ਵਿੱਚ ਜਿੰਨੀ ਵੀ ਇਨਕਮ ਹੈ, ਰਾਮ ਉਹਦੇ ਵਿੱਚੋਂ 25% ਖਰਚਾ ਕਰਦਾ ਹੈ। ਬੱਚੇ 25% ਖਰਚਾ ਕਰਨ ਦਾ ਜੇ ਆਪਾਂ ਪਰਸੈਂਟੇਜ ਦੇ ਵਿੱਚ ਗੱਲ ਕਰੀਏ ਤਾਂ ਕੁੱਲ ਇਨਕਮ 100% ਹੀ ਹੁੰਦੀ ਹੈ। ਉਹਦੇ ਵਿੱਚੋਂ 25% ਖਰਚਾ ਕੀਤਾ ਤਾਂ 75% ਉਹਦੀ ਸੇਵਿੰਗ ਆ। ਤੇ ਜੇ ਆਪਾਂ ਰੇਸ਼ੀਓ ਦੇ ਵਿੱਚ ਗੱਲ ਕਰਨੀ ਹੈ ਤਾਂ 25 ਤੇ 75 1:3 ਬਣ ਗਿਆ। ਉਹਨੂੰ ਤੁਸੀਂ ਫ੍ਰੈਕਸ਼ਨ 'ਚ ਦੇਖ ਸਕਦੇ ਹੋ ਕਿ 25% ਦੀ ਫ੍ਰੈਕਸ਼ਨ ਬੱਚੇ ਸਾਰਿਆਂ ਨੂੰ ਪਤਾ 1/4 ਹੁੰਦੀ ਹੈ। 1/4 ਦਾ ਮਤਲਬ ਜੇ ਕੁੱਲ 4 ਰੁਪਏ ਦੀ ਇਨਕਮ ਹੈ ਤਾਂ ਉਹਦੇ ਵਿੱਚੋਂ 1 ਰੁਪਇਆ ਉਹਨੇ ਸੇਵ ਕੀਤਾ, 3 ਰੁਪਏ ਦਾ ਉਹਦਾ ਐਕਸਪੈਂਡੀਚਰ ਹੈ। ਤਾਂ ਇਸ ਤਰ੍ਹਾਂ ਆਪਾਂ ਸ਼ਾਮ ਤੇ ਮੋਹਨ ਦਾ ਵੀ ਦੇਖ ਸਕਦੇ ਹਾਂ। ਅਖੀਰ ਤੇ ਸਾਨੂੰ ਸੇਵਿੰਗਸ ਦੀ ਰੇਸ਼ੀਓ ਦਿੱਤੀ ਹੋਈ ਹੈ ਤੇ ਰਾਮ ਦੀ ਇਨਕਮ ਪੁੱਛੀ ਹੈ। ਤਾਂ ਬੱਚੇ ਜੇ ਸਾਡੇ ਕੋਲ ਰਾਮ ਸ਼ਾਮ ਮੋਹਨ ਦੀ ਜਿਹਨਾਂ ਦੀ ਟੋਟਲ ਇਨਕਮ ਗਿਵਨ ਹੈ, ਜੇ ਇਹਨਾਂ ਦੀ ਇਨਕਮ ਦੀ ਰੇਸ਼ੀਓ ਨਿਕਲ ਆਵੇ ਤਾਂ ਉਹ ਰੇਸ਼ੀਓ ਨੂੰ 45,000 ਬਣਾ ਕੇ ਦੇਖ ਲਾਂਗੇ ਰਾਮ ਸ਼ਾਮ ਮੋਹਨ ਦੀ ਇਕੱਲੇ ਇਕੱਲੇ ਦੀ ਇਨਕਮ ਕਿੰਨੀ ਹੈ। ਤਾਂ ਬੱਚੇ ਉਹ ਕਿਵੇਂ ਦੇਖਾਂਗੇ? ਧਿਆਨ ਨਾਲ ਦੇਖੋ। ਆ ਮੈਂ ਲਿਖ ਲਿਆ ਰਾਮ, ਆ ਸ਼ਾਮ, ਆ ਮੋਹਨ। ਤਾਂ ਇਹਨਾਂ ਦੀ ਪਹਿਲਾਂ ਸਾਨੂੰ ਐਕਸਪੈਂਡੀਚਰ ਦੀ ਗੱਲ ਕੀਤੀ ਗਈ ਹੈ ਕਿ ਰਾਮ 25% ਖਰਚਾ ਕਰਦਾ ਹੈ, ਸ਼ਾਮ ਇੰਨਾ ਖਰਚਾ ਕਰਦਾ, ਮੋਹਨ ਇੰਨਾ ਕਰਦਾ। ਤਾਂ ਬੱਚੇ ਐਕਸਪੈਂਡੀਚਰ, ਜੇ ਐਕਸਪੈਂਡੀਚਰ ਇੰਨਾ ਤਾਂ ਸੇਵਿੰਗ ਕੀ ਹੋਊਗੀ ਉਹ ਦੇਖਦੇ ਆ। ਐਕਸਪੈਂਡੀਚਰ ਤੇ ਸੇਵਿੰਗ ਨੂੰ ਜੋੜ ਕੇ ਇਹਨਾਂ ਦੀ ਇਨਕਮ ਕਿੰਨੀ ਬਣ ਜੂ ਉਹ ਦੇਖ ਲਾਂਗੇ। ਇਨਕਮ ਤਾਂ ਬੱਚੇ ਇਹਨਾਂ ਦੇ ਐਕਸਪੈਂਡੀਚਰ ਤੇ ਸੇਵਿੰਗ ਨੂੰ ਜੋੜ ਕੇ ਬਣ ਜੂ। ਬੱਚੇ ਆਪਾਂ ਦੇਖੋ ਬਿਨਾ ਪੈਨ ਤੋਂ ਕਿਵੇਂ ਕਰਨਾ ਹੈ। ਜੇ ਸਾਨੂੰ ਫ੍ਰੈਕਸ਼ਨਸ ਯਾਦ ਨੇ ਕਿ 25% ਕੀ ਹੁੰਦਾ 1/4, 1/4 ਦਾ ਮਤਲਬ 4 ਦੇ ਵਿੱਚੋਂ 1 ਰੁਪਏ ਦੀ ਸੇਵਿੰਗ ਹੈ। ਸੌਰੀ 1 ਰੁਪਏ ਦੀ ਸੇਵਿੰਗ ਨਹੀਂ ਹੈਗੀ, ਮੈਂ ਇੱਥੇ ਗਲਤੀ ਨਾਲ ਲਿਖ ਗਿਆ, ਇਹ ਐਕਸਪੈਂਡੀਚਰ ਹੈ। ਤਾਂ 1 ਰੁਪਏ ਦਾ ਐਕਸਪੈਂਡੀਚਰ ਤਾਂ 3 ਰੁਪਏ ਦੀ ਸੇਵਿੰਗ, ਕੁੱਲ ਇਨਕਮ 4 रुपए। शाम 20%
ਖਰਚਾ ਕੀਤਾ। 20% ਮਤਲਬ 5 ਚੋਂ 1 ਰੁਪਏ ਖਰਚਾ ਕੀਤਾ, 4 ਰੁਪਏ ਦੀ ਸੇਵਿੰਗ ਹੈ, ਕੁੱਲ ਇਨਕਮ 5 ਰੁਪਏ। ਮੋਹਨ ਨੇ 50% ਖਰਚਾ ਕੀਤਾ, 50% ਹੁੰਦਾ 1/2, 2 ਦੇ ਵਿੱਚੋਂ 1 ਰੁਪਏ ਦਾ ਖਰਚਾ, 1 ਰੁਪਏ ਦੀ ਸੇਵਿੰਗ, ਕੁੱਲ ਇਨਕਮ 2 ਰੁਪਏ। ਤਾਂ ਬੱਚੇ ਇੱਥੇ ਸਾਡੇ ਕੋਲ ਇੰਡੀਵਿਜੂਅਲੀ ਰਾਮ ਦਾ ਐਕਸਪੈਂਡੀਚਰ ਇੰਨਾ, ਸੇਵਿੰਗ ਇੰਨੀ, ਕੁੱਲ ਇਨਕਮ। ਸ਼ਾਮ ਦਾ ਐਕਸਪੈਂਡੀਚਰ ਤੇ ਸੇਵਿੰਗ ਇੰਨੀ, ਕੁੱਲ ਇਨਕਮ ਉਸੇ ਤਰ੍ਹਾਂ ਮੋਹਨ ਦਾ। ਜਿਹੜੇ ਇਹਨਾਂ ਦੇ ਸੇਵਿੰਗਸ ਆ ਗਈਆਂ ਸਾਡੇ ਕੋਲ ਬੱਚੇ, ਉਹ ਤਾਂ ਅਸਲ 'ਚ ਸਾਨੂੰ 9 ਰੁਪਏ, 8 ਰੁਪਏ ਤੇ 4 ਰੁਪਏ ਦਿੱਤੀ ਹੋਈ ਹੈ। ਤਾਂ ਰਾਮ ਦੀ ਸੇਵਿੰਗ 9 ਰੁਪਏ ਹੈ, ਤਾਂ 3 ਨੂੰ ਅਸੀਂ 9 ਪੁੱਟ ਕਰਾਂਗੇ। ਜੇ 3 ਦੀ ਵੈਲਿਊ 9 ਹੈ ਤਾਂ ਕੁੱਲ ਇਨਕਮ ਕੀ ਹੋ ਜੂਗੀ? 4 ਦੀ ਵੈਲਿਊ ਦੇਖਾਂਗੇ ਕਿੰਨੀ ਹੋ। 3 ਦੀ ਵੈਲਿਊ 9 ਆ ਰਹੀ ਹੈ, 3 ਗੁਣਾ ਕਰਕੇ ਤਾਂ 4 ਦੀ ਵੈਲਿਊ ਵੀ 3 ਗੁਣਾ ਕਰਕੇ 12। ਸ਼ਾਮ 4 ਦੀ ਵੈਲਿਊ 8 ਦਿੱਤੀ ਹੋਈ ਆ, ਦੁੱਗਣੀ ਤਾਂ 5 ਦੀ ਵੈਲਿਊ ਉਹ ਵੀ ਦੁੱਗਣੀ ਹੋ ਜੂ 10। ਮੋਹਨ 1 ਦੀ ਵੈਲਿਊ 4 ਦਿੱਤੀ ਹੋਈ ਹੈ, ਸੇਵਿੰਗ ਉਹਦੀ ਰੇਸ਼ੋ ਦੇ ਵਿੱਚ 4 ਹੈ, ਤਾਂ 1 ਨੂੰ ਜੇ 4 ਬਣਾਵਾਂਗੇ ਤਾਂ 2 ਨੂੰ 8 ਬਣਾ ਦਾਂਗੇ। ਤਾਂ ਬੱਚੇ ਇਹਨਾਂ ਦੀ ਇਨਕਮ ਦੀ ਰੇਸ਼ੋ ਕੀ ਆ ਗਈ? 12:10:8। 12:10:8 ਦਾ ਮਤਲਬ ਰੇਸ਼ੋ ਦੇ ਵਿੱਚ ਇਹਨਾਂ ਦੀ ਇਨਕਮ ਹੈ 6:5:4। ਤਾਂ ਬੱਚੇ ਜੇ ਇਹਨਾਂ ਦੀ ਇਨਕਮ ਦੀ ਰੇਸ਼ੋ 6:5:4 ਹੈ ਤੇ ਸਾਨੂੰ ਟੋਟਲ ਇਨਕਮ ਦਿੱਤੀ ਹੈ, ਤਾਂ ਰੇਸ਼ੋ ਦਾ ਟੋਟਲ 6 5 11 4 15, ਰੇਸ਼ੋ ਦਾ ਟੋਟਲ 15, ਉਹਦੀ ਵੈਲਿਊ 45,000 ਹੈ। ਤਾਂ 15 ਦਾ 3 ਗੁਣਾ ਪਿੱਛੇ 1000। ਤਾਂ ਰਾਮ ਦੀ ਇਨਕਮ ਆਪਾਂ ਫਾਈਂਡ ਕਰਨੀ ਹੈ 6 ਦਾ 3 ਗੁਣਾ ਪਿੱਛੇ 1000। ਤਾਂ ਰਾਮ ਦੀ ਇਨਕਮ ਕਿੰਨੀ ਆ ਗਈ ਬੱਚੇ ਤੁਹਾਡੀ? ਫਸਟ ਆਪਸ਼ਨ 18,000। ਤਾਂ ਕੁਝ ਇਸੇ ਤਰ੍ਹਾਂ ਤੁਸੀਂ ਇਹ ਕੁਐਸਚਨ ਕਰਨੇ ਨੇ। ਅਗਲੇ 1-2 ਕੁਐਸਚਨ ਵੀ ਇਹਦੇ ਨਾਲ ਦੇ ਹੋਣਗੇ ਕਿ ਸਾਨੂੰ ਇਹਨਾਂ ਦੇ ਖਰਚੇ ਪਰਸੈਂਟੇਜ ਦੇ ਵਿੱਚ ਦਿੱਤੇ ਆ, ਅਸੀਂ ਖਰਚੇ ਦੇ ਨਾਲ ਸੇਵਿੰਗ ਇੰਨੀ ਬਣੀ, ਕੁੱਲ ਇਨਕਮ। ਹਰ ਇੱਕ ਦਾ ਖਰਚੇ ਦੇ ਨਾਲ ਸੇਵਿੰਗ ਦੇਖ ਲਈ, ਕੁੱਲ ਇਨਕਮ। ਤਾਂ ਉਹ ਜਿਹੜੀ ਸੇਵਿੰਗਸ ਨਿਕਲ ਆਈਆਂ ਉਹ ਤਾਂ ਅਸਲ 'ਚ ਸਾਨੂੰ 9:8:4 ਦਿੱਤਾ। ਤਾਂ ਇਹ ਰਾਮ ਦੀ 9, ਸ਼ਾਮ ਦੀ 8, ਮੋਹਨ ਦੀ 4 ਪੁੱਟ ਕਰਾਂਗੇ ਤਾਂ ਇਨਕਮ ਇੰਨੀ ਆ ਗਈ, ਉਹ ਇਨਕਮ ਦੀ ਰੇਸ਼ੋ ਬਣ ਗਈ। ਕੁੱਲ ਇਨਕਮ ਦਿੱਤੀ ਹੈ, ਕੱਲੇ ਦੀ ਨਿਕਲ ਆਊਗੀ। ਤਾਂ ਬੱਚੇ ਅਗਲਾ ਕੁਐਸਚਨ ਦੇਖੋ। 3 ਪਾਰਟਨਰਸ, ਬਿਲਕੁਲ ਸਿਮਿਲਰ ਕੁਐਸਚਨ ਹੈ। 3 ਪਾਰਟਨਰਸ A, B ਐਂਡ C ਸਪੈਂਡ, ਖਰਚਾ ਕਰਦੇ ਆ। A 75%, B 70% ਤੇ C 80% ਖਰਚਾ ਕਰਦੇ ਆ ਆਫ देयर ਰਿਸਪੈਕਟਿਵ ਇਨਕਮਸ। ਇਫ देयर ਸੇਵਿੰਗਸ ਆਰ ਇਨ ਦਾ ਰੇਸ਼ੋ 20:9:8, A ਦੀ ਸੇਵਿੰਗ 20 ਰੁਪਏ, B ਦੀ ਸੇਵਿੰਗ 9 ਰੁਪਏ, C ਦੀ ਸੇਵਿੰਗ 8 ਰੁਪਏ ਐਂਡ ਦਾ ਸਮ ਆਫ देयर ਟੋਟਲ ਇਨਕਮਸ ਇਜ਼ ₹9,000। ਫਾਈਂਡ ਦਾ ਇਨਕਮ ਆਫ A। ਤਾਂ A ਦੀ ਇਨਕਮ ਆਪਾਂ ਫਾਈਂਡ ਕਰਨੀ ਹੈ। ਤਾਂ ਬੱਚੇ A, B ਤੇ C ਦੀ ਇਨਕਮ ਦਾ ਸਮ ਸਾਨੂੰ ਕਿੰਨਾ ਦਿੱਤਾ ਹੋਇਆ? 9,000। ਉਹਦੇ ਵਿੱਚ ਸਾਨੂੰ ਉਹਨਾਂ ਦੇ ਖਰਚਿਆਂ ਦੀ ਪਰਸੈਂਟੇਜ ਦਿੱਤੀ ਆ। ਤਾਂ ਬੱਚੇ ਇੱਥੇ ਮੈਂ A ਲਿਖ ਲਿਆ, B ਲਿਖ ਲਿਆ, C ਲਿਖ ਲਿਆ। ਕਿੰਨਾ ਖਰਚਾ ਕਰਦੇ ਆ ਤਾਂ ਕਿੰਨੀ ਸੇਵਿੰਗ ਹੋਊਗੀ, ਇਹਨਾਂ ਨੂੰ ਜੋੜ ਕੇ ਇਨਕਮ ਕੀ ਬਣ ਜੂਗੀ। ਤਾਂ ਬੱਚੇ ਖਰਚਾ ਦੇਖੋ, 75% ਖਰਚਾ ਕਰਨ ਦਾ ਮਤਲਬ 4 ਦੇ ਵਿੱਚੋਂ 3 ਰੁਪਏ ਖਰਚੇ, 3 ਰੁਪਏ ਖਰਚੇ ਤਾਂ 1 ਰੁਪਇਆ ਸੇਵ ਕੀਤਾ, ਕੁੱਲ ਇਨਕਮ ਜੇ 4 ਹੈ। 70% ਖਰਚਾ ਕਰਨ ਦਾ ਮਤਲਬ 30% ਸੇਵਿੰਗ ਹੈ, 7 ਖਰਚਾ 3 ਸੇਵਿੰਗ ਹੈ, ਜੇ ਕੁੱਲ 10 ਰੁਪਏ ਇਨਕਮ ਹੈ। 80% ਖਰਚਾ ਕਰਨ ਦਾ ਮਤਲਬ 20% ਸੇਵਿੰਗ ਹੈ, 80 ਤੇ 20 ਕੀ ਹੈ? 4 ਖਰਚਾ 1 ਸੇਵਿੰਗ, ਕੁੱਲ ਇਨਕਮ 5 ਰੁਪਏ। ਤਾਂ ਬੱਚੇ ਜਿਹੜੀ ਤਿੰਨਾਂ ਦੀ ਸੇਵਿੰਗ ਆ ਗਈ ਉਹ ਰੇਸ਼ੋ ਦੇ ਵਿੱਚੋਂ ਚੱਕੋ। ਰੇਸ਼ੋ 'ਚ ਸੇਵਿੰਗ ਕੀ ਹੈ? 20, 9 ਤੇ 8। A ਦੀ ਸੇਵਿੰਗ 20 ਰੁਪਏ, 1 ਦੀ ਵੈਲਿਊ 20 ਹੈ ਤਾਂ 4 ਦੀ ਵੈਲਿਊ 80 ਆ ਗਈ। B ਦੀ ਸੇਵਿੰਗ 9 ਰੁਪਏ, 3 ਦੀ ਵੈਲਿਊ 9 ਹੈ, 3 ਗੁਣਾ ਤਾਂ 10 ਦੀ ਵੈਲਿਊ 3 ਗੁਣਾ ਕਰਕੇ 30। C ਦੀ ਸੇਵਿੰਗ 8 ਰੁਪਏ, 1 ਦੀ ਵੈਲਿਊ 8 ਹੈ, 1 ਦਾ 8 ਗੁਣਾ ਤਾਂ 5 ਦਾ 8 ਗੁਣਾ 40। ਤਾਂ ਬੱਚੇ ਇਹਨਾਂ ਦੀ ਇਨਕਮ ਦੀ ਰੇਸ਼ੋ ਕੀ ਆ ਗਈ? 80, 30 ਤੇ 40। 80, 30, 40 ਕੀ ਹੋ ਗਿਆ? 8:3:4। ਸਾਨੂੰ ਟੋਟਲ ਇਨਕਮ ਕਿੰਨੀ ਦਿੱਤੀ ਹੋਈ ਹੈ? 9,000 ਰੁਪਏ, ਜੋ ਕਿ ਰੇਸ਼ੋ 'ਚ ਕੀ ਹੈ? 8:3:4। ਤਾਂ 8 3 4, 11 ਤੇ 4 15, ਰੇਸ਼ੋ ਦਾ ਟੋਟਲ 15, ਜੋ ਕਿ ਅਸਲ 'ਚ 9,000 ਦੇ ਬਰਾਬਰ ਹੈ। 15 ਦਾ 6 ਗੁਣਾ 90 ਪਿੱਛੇ 100, ਤਾਂ 6 ਗੁਣਾ ਕਰਕੇ ਪਿੱਛੇ 100 ਲੱਗ ਜੂ। A ਦੀ ਇਨਕਮ 8 ਦਾ 6 ਗੁਣਾ 48 ਪਿੱਛੇ 100, ਤਾਂ ਤੁਹਾਡੀ ਇਨਕਮ ਆ ਜੂ A ਦੀ D ਆਪਸ਼ਨ 4800। ਤਾਂ ਬੱਚੇ ਇਹ ਸਾਡੇ ਰੇਸ਼ੀਓ ਦੇ ਕੁਝ ਸਿੰਪਲ ਤਾਂ ਨਹੀਂ ਕਹਾਂਗੇ, ਮੋਡਰੇਟ ਕੁਐਸਚਨਸ ਨੇ। ਹਾਲੇ ਡਿਫਿਕਲਟ ਕੁਐਸਚਨ ਵੀ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ ਬੱਚੇ। ਕਾਫੀ ਕੁਐਸਚਨਸ ਅੱਜ ਦੀ ਕਲਾਸ ਦੇ ਵਿੱਚ ਇਹੋ ਜਿਹੇ ਹੋਣਗੇ ਜਿਹੜੇ ਤੁਸੀਂ ਕਦੇ ਦੇਖੇ ਨਹੀਂ ਹੋਣਗੇ, ਜਾਂ ਘੱਟੋ ਘੱਟ ਦੇਖੇ ਹੋਣਗੇ, ਕਰੇ ਨਹੀਂ ਹੋਣਗੇ, ਜਾਂ ਸ਼ਾਰਟਕਟ ਨਹੀਂ ਪਤਾ ਹੋਊਗਾ, ਇਕੁਏਸ਼ਨਾਂ ਬਣਾ ਕੇ ਲੈਂਥੀ ਤਰੀਕੇ ਨਾਲ ਕੀਤੇ ਹੋਣਗੇ। ਤਾਂ ਮੈਂ ਬਾਰ-ਬਾਰ ਕਹਿ ਰਿਹਾ, ਜਿਹੜੇ ਕੁਐਸਚਨ ਤੁਹਾਨੂੰ ਆਲਰੇਡੀ ਆਉਂਦੇ ਆ, ਕੁਝ ਬੱਚੇ ਦੀ ਬਹੁਤ ਜ਼ਿਆਦਾ ਪ੍ਰੈਕਟਿਸ ਹੋਊਗੀ, ਉਹਨਾਂ ਨੂੰ ਇਹੋ ਜਿਹੇ ਕੁਐਸਚਨ ਵੀ ਆਉਂਦੇ ਹੋਣਗੇ, ਉਹ ਮੇਰੀ ਵੇਟ ਨਹੀਂ ਕਰਨਗੇ, ਸਿੱਧਾ ਆਨਸਰ ਕਮੈਂਟ ਕਰਨਗੇ। ਜਿਹੜੇ ਬੱਚਿਆਂ ਨੂੰ ਕੁਝ ਵੀ ਸਵਾਲ ਆ ਜੇ ਤੇ ਉਹ ਨਹੀਂ ਆਉਂਦਾ, ਜਾਂ ਕਦੇ ਦੇਖਿਆ ਨਹੀਂ ਹੈਗਾ, ਜਾਂ ਸ਼ਾਰਟਕਟ ਨਹੀਂ ਪਤਾ, ਉਹ ਬਾਈ ਬਣ ਕੇ ਆਪਦਾ ਕਾਪੀ ਪੈਨ ਸਾਈਡ ਤੇ ਰੱਖਿਓ ਤੇ ਚੁੱਪ ਕਰਕੇ ਮੈਨੂੰ ਦੇਖਿਓ। ਅੱਗੇ ਤੋਂ ਉਹਦੀ ਉਵੇਂ ਪ੍ਰੈਕਟਿਸ ਕਰਨ ਜੋਗੇ ਹੋ ਜਾਣਗੇ। ਅਗਲਾ ਕੁਐਸਚਨ ਬੱਚੇ,
rupees 12810 are divided among 3 persons A, B and C in such a way that examiner ਕਹਿੰਦਾ 12810 ਰੁਪਏ ਤਿੰਨ ਜਾਣਿਆਂ ਚ ਵੰਡੇ ਗਏ ਇਸ ਤਰ੍ਹਾਂ such that A may get 1/2 as much as B and C together ਇਸ ਤਰ੍ਹਾਂ ਪੈਸੇ ਵੰਡੇ ਗਏ ਕਿ A ਨੂੰ ਕਿੰਨੇ ਮਿਲਣ B and C together B plus C ਦਾ half 1/2 whereas B gets B ਨੂੰ ਕਿੰਨੇ ਮਿਲਣ 2/3 as much as A and C together find the share of A ਤਾਂ ਬੱਚੇ ਕਿਉਂਕਿ ਇਸ ਕੁਐਸਚਨ ਚ ਆਪਾਂ A ਦਾ ਸ਼ੇਅਰ ਫਾਈਂਡ ਕਰਨਾ ਹੈ ਤਾਂ ਇਸ ਕਰਕੇ ਇਹ ਕੁਐਸਚਨ ਬਹੁਤ ਈਜ਼ੀ ਹੈ ਤੇ ਇਨ ਕੇਸ A ਦਾ ਨਾ ਫਾਈਂਡ ਕਰਨਾ ਹੁੰਦਾ C ਦਾ ਫਾਈਂਡ ਕਰਨਾ ਹੁੰਦਾ ਇਹੀ ਕੁਐਸਚਨ ਲੈਂਥੀ ਹੋ ਜਾਂਦਾ ਤਾਂ ਮੈਂ ਦੱਸਦਾ ਹੁਣ ਕਿਵੇਂ ਈਜ਼ੀ ਹੈ ਲੈਂਥੀ ਕਦੋਂ ਹੋ ਜਾਂਦਾ ਤੇ ਜੇ ਲੈਂਥੀ ਮਤਲਬ C ਦਾ ਸ਼ੇਅਰ ਪੁੱਛਿਆ ਹੁੰਦਾ ਫਿਰ ਉਹਨੂੰ ਕਿਵੇਂ ਸੋਲਵ ਕਰਨਾ ਸੀ ਉਹ ਵੀ ਦੱਸਦਾ ਬੱਚੇ ਪਹਿਲਾਂ ਦੇਖੋ ਐਗਜ਼ਾਮੀਨਰ ਨੇ ਬਹੁਤ ਸਿੰਪਲ ਜੀ ਗੱਲ ਕਹੀ ਹੈ ਕਿ A, B ਤੇ C ਦੇ ਵਿੱਚ ਕੁੱਲ ਕਿੰਨੇ ਵੰਡੇ ਗਏ ਪੈਸੇ 12810 ਰੁਪਏ ਤੇ ਪਹਿਲੀ ਕੰਡੀਸ਼ਨ ਕਹਿੰਦਾ A ਨੂੰ ਕਿੰਨੇ ਰੁਪਏ ਮਿਲਣ B plus C ਦਾ 1/2 ਤਾਂ A ਬਾਰੇ ਐਗਜ਼ਾਮੀਨਰ ਕਹਿੰਦਾ ਕਿੰਨੇ ਰੁਪਏ ਮਿਲਣ 1/2 ਆਫ B plus C ਤਾਂ B plus C ਜੇ ਇੱਧਰ ਆ ਜੇ ਤਾਂ ਆਪਾਂ ਕਹਿ ਸਕਦੇ ਹਾਂ ਕਿ A over B plus C ਕੀ ਹੈ 1/2 A ਦਾ ਸ਼ੇਅਰ 1 ਰੁਪਏ B plus C ਦਾ 2 ਰੁਪਏ A ਨੂੰ ਕਿੰਨੇ ਰੁਪਏ ਮਿਲੇ 1 ਰੁਪਏ B ਤੇ C ਨੂੰ ਜੋੜ ਕੇ ਕਿੰਨੇ ਰੁਪਏ ਮਿਲੇ 2 ਰੁਪਏ ਤਾਂ ਆ ਦੋਨੇ ਪਾਸੇ ਉੱਪਰ ਤੇ ਥੱਲੇ ਬੰਦੇ ਕੌਣ ਨੇ A B C ਕੁੱਲ ਤਿੰਨ ਹੀ ਜਾਣੇ ਨੇ ਇਹਨਾਂ ਤਿੰਨਾਂ ਨੂੰ ਕਿੰਨੇ ਮਿਲੇ 12810 ਤਾਂ ਰੇਸ਼ੀਓ ਦੇ ਵਿੱਚ ਕਿੰਨੇ ਬਣੇ A ਨੂੰ 1 B plus C ਨੂੰ ਇਕੱਠਿਆਂ ਨੂੰ 2 ਸਾਨੂੰ ਤਾਂ B ਇਕੱਲਾ ਚਾਹੀਦਾ ਹੀ ਨਹੀਂ C ਵੀ ਇਕੱਲਾ ਨਹੀਂ ਚਾਹੀਦਾ ਸਾਨੂੰ A ਇਕੱਲਾ ਚਾਹੀਦਾ ਨਾ ਸ਼ੇਅਰ ਆਫ A ਫਾਈਂਡ ਕਰਨਾ ਤਾਂ A ਇਕੱਲਾ ਇਸ ਰੇਸ਼ੀਓ ਚੋਂ ਹੀ ਮਿਲ ਗਿਆ ਸਾਨੂੰ ਤਾਂ ਬੱਚੇ A ਤੇ B ਦਾ ਟੋਟਲ ਕੀ ਹੈ ਸੌਰੀ A B ਤੇ C ਦਾ ਟੋਟਲ ਕੀ ਹੈ 1 A ਹੈ B ਤੇ C ਜੋੜ ਕੇ 2 ਹੈ ਤਾਂ ਟੋਟਲ ਬਣ ਗਿਆ 3 ਯੂਨਿਟ ਤੇ ਉਹ 3 ਯੂਨਿਟ ਕਿਹਦੇ ਬਰਾਬਰ ਹੈ 12810 ਜੇ 3 ਯੂਨਿਟ 12810 ਦੇ ਬਰਾਬਰ ਹੈ ਤਾਂ ਬੱਚੇ 1 ਯੂਨਿਟ ਕੀ ਹੈ 4270 ਇੱਕ ਯੂਨਿਟ ਦੀ ਵੈਲਿਊ 4270 ਆਪਾਂ A ਦਾ ਸ਼ੇਅਰ ਫਾਈਂਡ ਕਰਨਾ ਹੈ A ਦਾ ਸ਼ੇਅਰ ਕੀ ਹੈ 1 ਯੂਨਿਟ ਹੀ ਹੈ ਤਾਂ ਬੱਚੇ ਆਨਸਰ ਕਿੰਨਾ ਆ ਗਿਆ 4270 ਤਾਂ A ਦਾ ਸ਼ੇਅਰ ਕੀ ਆ ਫਸਟ ਆਪਸ਼ਨ 4270 ਤਾਂ ਇਹ ਕੁਐਸਚਨ ਇਸ ਕਰਕੇ ਈਜ਼ੀ ਹੈ ਕਿਉਂਕਿ ਸਾਨੂੰ ਐਗਜ਼ਾਮੀਨਰ ਨੇ A ਦਾ ਹਿੱਸਾ ਪੁੱਛਿਆ ਤੇ A ਦਾ ਹਿੱਸਾ ਕੱਲੀ ਆ ਗਿਵਨ ਕੰਡੀਸ਼ਨ ਚੋਂ ਹੀ ਨਿਕਲ ਰਿਹਾ ਹੈ ਦੂਜੀ ਕੰਡੀਸ਼ਨ ਵਰਤਣ ਦੀ ਲੋੜ ਹੀ ਨਹੀਂ ਜੇ ਬੱਚੇ ਕਿਤੇ ਸਾਨੂੰ ਐਗਜ਼ਾਮੀਨਰ ਨੇ B ਦਾ ਹਿੱਸਾ ਪੁੱਛਿਆ ਹੁੰਦਾ ਫਿਰ ਅਸੀਂ ਕੀ ਕਰਦੇ B ਨੂੰ ਕਿੰਨਾ ਮਿਲਿਆ 2/3 ਆਫ A and C together ਤਾਂ B A plus C ਉਹਦੇ ਥੱਲੇ is equal to 2/3 ਤਾਂ B ਨੂੰ 2 ਰੁਪਏ A plus C ਨੂੰ 3 ਰੁਪਏ ਦੋਨਾਂ ਨੂੰ ਉੱਪਰ B ਹੈ ਥੱਲੇ A plus C ਹੈ ਤਾਂ ਸਾਰੇ ABC ਇਕੱਠੇ ਹੋ ਗਏ ਉਹਨਾਂ ਨੂੰ ਮਿਲੇ 2 ਤੇ 3 5 5 ਦੀ ਵੈਲਿਊ ਅਸੀਂ 12810 ਪੁੱਟ ਕਰ ਦਿੰਦੇ 1 ਦੀ ਵੈਲਿਊ ਨਿਕਲੇ ਆਉਂਦੀ 5 ਦੀ ਵੈਲਿਊ ਜੇ ਇੰਨੀ ਹੈ ਤਾਂ ਡਿਵਾਈਡ ਬਾਈ 5 ਕਰਕੇ 1 ਦੀ ਨਿਕਲੇ ਆਉਂਦੀ ਅਸੀਂ B ਦਾ ਸ਼ੇਅਰ ਕੱਢਣਾ ਸੀ 2 ਦੀ ਵੈਲਿਊ ਆਨਸਰ ਆ ਜਾਂਦਾ B ਵੀ ਇਸੇ ਤਰ੍ਹਾਂ ਨਿਕਲੇ ਆਉਂਦਾ ਕੱਲੀ ਆ ਕੰਡੀਸ਼ਨ ਯੂਜ਼ ਕਰਕੇ ਪਰ ਜੇ ਕਿਤੇ ਸਾਨੂੰ C ਪੁੱਛਿਆ ਹੁੰਦਾ ਤਾਂ C ਦੇ ਲਈ ਅਸੀਂ ਬੱਚੇ ਇਸ ਕੰਡੀਸ਼ਨ ਦੇ ਨਾਲ A ਕੱਢ ਲਿਆ ਇਸ ਕੰਡੀਸ਼ਨ ਦੇ ਨਾਲ ਅਸੀਂ B ਕੱਢ ਲੈਂਦੇ ਤਾਂ A ਤੇ B ਕੱਢਦੇ ਕੁੱਲ 12810 ਦੇ ਵਿੱਚੋਂ A ਤੇ B ਮਾਈਨਸ ਕਰਕੇ C ਆ ਜਾਂਦਾ ਇੱਕ ਤਰੀਕਾ ਤਾਂ ਇਹ ਸੀਗਾ ਦੂਜਾ ਤਰੀਕਾ ਕੀ ਸੀਗਾ ਦੂਜਾ ਤਰੀਕਾ ਬੱਚੇ ਇਹ ਸੀਗਾ ਕਿ ਇੱਥੇ ਸਾਨੂੰ A ਦਾ ਰਿਲੇਸ਼ਨ ਦਿੱਤਾ ਹੋਇਆ B ਤੇ C ਨਾਲ ਇੱਥੇ ਸਾਨੂੰ B ਦਾ ਰਿਲੇਸ਼ਨ ਦਿੱਤਾ ਹੋਇਆ A plus C ਦੇ ਨਾਲ ਤਾਂ ਬੱਚੇ ਇਹਨਾਂ ਦੋਨਾਂ ਤੋਂ ਅਸੀਂ A ਰੇਸ਼ੋ B ਰੇਸ਼ੋ C ਕੱਢਦੇ ਇਹਨਾਂ ਦੋਨਾਂ ਤੋਂ ਅਸੀਂ A B C ਦੀ ਰੇਸ਼ੋ ਕੱਢਦੇ ਰੇਸ਼ੋ ਕੱਢ ਕੇ 12810 ਨੂੰ ਵੰਡ ਲੈਂਦੇ ਫਿਰ A ਕੱਢ ਲਓ B ਕੱਢ ਲਓ C ਕੱਢ ਲਓ ਕੁਝ ਵੀ ਕੱਢੀ ਜਾਓ ਨਿਕਲੇ ਹੁੰਦੇ ਤਾਂ ਜੇ C ਕੱਢਣਾ ਹੁੰਦਾ ਤਾਂ ਉਹ ਜਿਹਾ ਮੈਂ ਇੱਕ ਕੁਐਸਚਨ ਲੈ ਕੇ ਆਇਆ ਬੱਚੇ ਇਹ ਤਾਂ ਹੋ ਗਿਆ ਸਿੰਪਲ ਕਿਉਂਕਿ A ਪੁੱਛਿਆ ਸੀ ਤਾਂ A ਤਾਂ ਸਿੱਧਾ ਇੱਥੋਂ ਹੀ ਨਿਕਲਿਆ ਉਹਦੀ ਵੀ ਲੋੜ ਨਹੀਂ ਹੈਗੀ ਅਗਲਾ ਕੁਐਸਚਨ ਐਗਜ਼ਾਮੀਨਰ ਕਹਿੰਦਾ ਇਫ A ਰੇਸ਼ੀਓ B plus C is 5:4 ਐਗਜ਼ਾਮੀਨਰ ਕਹਿੰਦਾ A ਦੀ ਰੇਸ਼ੀਓ ਕਿਹਦੇ ਨਾਲ B plus C ਦੇ ਨਾਲ ਉਹ 5:4 ਹੈ ਅੱਗੇ ਕਹਿੰਦਾ B ਦੀ ਰੇਸ਼ੀਓ A plus C ਦੇ ਨਾਲ ਉਹ 1:2 ਹੈ ਤਾਂ ਫਾਈਂਡ ਕਰੋ C ਦੀ ਰੇਸ਼ੀਓ A plus B ਦੇ ਨਾਲ ਤਾਂ ਇੰਟਰਸਟਿੰਗ ਕੁਐਸਚਨ ਹੈ ਐਗਜ਼ਾਮੀਨਰ ਨੇ A ਇੱਕ ਪਾਸੇ B plus C ਇੱਕ ਪਾਸੇ ਕਰਕੇ ਕਹਿੰਦਾ 5:4 ਹੈ ਫਿਰ B ਇੱਕ ਪਾਸੇ ਤੇ A plus C ਇੱਕ ਪਾਸੇ ਕਰਕੇ ਕਹਿੰਦਾ 1:2 ਹੈ ਉਹ ਕਹਿੰਦਾ C ਰੇਸ਼ੀਓ A plus B ਦੱਸੋ ਤਾਂ ਬੱਚੇ ਧਿਆਨ ਨਾਲ ਦੇਖੋ ਪਹਿਲੀ ਰੇਸ਼ੀਓ 'ਚ ਸਾਨੂੰ ਕੀ ਦਿੱਤਾ A ਦੀ ਰੇਸ਼ੀਓ ਦਿੱਤੀ ਹੋਈ ਹੈ B plus C ਦੇ ਨਾਲ ਦੂਜੀ ਰੇਸ਼ੀਓ 'ਚ ਐਗਜ਼ਾਮੀਨਰ ਨੇ ਸਾਨੂੰ B ਦੀ ਰੇਸ਼ੀਓ ਦਿੱਤੀ ਹੋਈ ਹੈ A plus C ਦੇ ਨਾਲ ਤਾਂ ਰੇਸ਼ੀਓ ਕਿੰਨੀ ਦਿੱਤੀ ਹੋਈ ਹੈ ਧਿਆਨ ਨਾਲ ਦੇਖ ਲਓ 5:4 ਤਾਂ A ਦੀ ਵੈਲਿਊ 5 A ਵਾਲੇ ਪਾਸੇ 5 B plus C ਵਾਲੇ ਪਾਸੇ 4 B ਦੀ ਰੇਸ਼ੀਓ A plus C ਦੇ ਨਾਲ ਦਿੱਤੀ ਹੋਈ ਹੈ 1:2 ਤਾਂ ਬੱਚੇ ਤੁਸੀਂ C ਦੀ ਰੇਸ਼ੀਓ A plus B ਨਾਲ ਕੱਢਣੀ ਹੈ ਜਾਂ ਜਿਹਦੀ ਮਰਜ਼ੀ ਜਿਹਦੇ ਨਾਲ ਮਰਜ਼ੀ ਕੱਢਣੀ ਹੈ ਤੁਸੀਂ ਇਸ ਕੁਐਸਚਨ ਦੇ ਵਿੱਚ A ਰੇਸ਼ੀਓ B ਰੇਸ਼ੀਓ C ਕੱਢਣਾ ਹੈ A ਰੇਸ਼ੀਓ B ਰੇਸ਼ੀਓ C A B ਤੇ C ਦੀ ਰੇਸ਼ੀਓ ਕੱਢਣੀ ਹੈ ਤੁਹਾਡਾ ਆਨਸਰ ਬਹੁਤ ਛੇਤੀ ਆ ਜਾਊਗਾ ਬੱਚੇ ਰੇਸ਼ੀਓ ਕਿਵੇਂ ਕੱਢਣੀ ਹੈ ABC ਦੀ ਉਹ ਮੈਂ ਦੱਸਦਾ ਤਾਂ ਧਿਆਨ ਨਾਲ ਦੇਖੋ ਬੱਚੇ ਜਿਹੜਾ ਪਹਿਲਾ ਸੈੱਟ ਹੈ ਆ ਪਹਿਲਾ ਸੈੱਟ ਹੈ
ਆ ਦੂਜਾ ਸੈੱਟ ਹੈ। ਪਹਿਲੇ ਸੈੱਟ 'ਚ ਕੌਣ ਕੌਣ ਹੈ? A B C, A ਇੱਕ ਪਾਸੇ ਹੈ, B C ਇੱਕ ਪਾਸੇ ਹੈ। ਦੂਜੇ 'ਚ ਕੌਣ ਹੈ? B A C, B ਇੱਕ ਪਾਸੇ, A ਤੇ C ਇੱਕ ਪਾਸੇ ਹੈ। ਪਰ ਕੁੱਲ ਮਿਲਾ ਕੇ ਤਾਂ ਦੋਨੇ ਪਾਸੇ A B C ਤੇ A B C ਹੀ ਨੇ। ਦੋਨੇ ਪਾਸੇ ਕਿਉਂਕਿ A B C ਨੇ ਤਾਂ ਦੋਨੇ ਪਾਸੇ ਟੋਟਲ ਸੇਮ ਹੋਣਾ ਚਾਹੀਦਾ। ਤਾਂ ਤੁਸੀਂ ਬੱਚੇ ਹੋਰ ਕੁਝ ਨਹੀਂ ਕਰਨਾ, ਦੋਨੇ ਪਾਸੇ ਟੋਟਲ ਬਰਾਬਰ ਕਰੋ। ਰੇਸ਼ੋ ਦੇ ਵਿੱਚ ਦੇਖੋ ਜੀ ਟੋਟਲ ਕੀ ਹੈ, 5 ਤੇ 4 ਦਾ ਟੋਟਲ ਹੈ 9, 1 ਤੇ 2 ਦਾ ਟੋਟਲ ਕੀ ਹੈ 3। ਮੈਂ ਕਿਹਾ ਕਿਉਂਕਿ ਦੋਨੇ ਪਾਸੇ ABC ਤੇ ABC ਹੈ ਤਾਂ ਦੋਨੇ ਪਾਸੇ ਟੋਟਲ ਬਰਾਬਰ ਕਰੋ। ਟੋਟਲ ਬਰਾਬਰ ਕਰਨ ਲਈ ਕੁਝ ਨਹੀਂ ਕਰਨਾ, ਐਲਸੀਐਮ ਲੈ ਲੈਣਾ। 9 ਤੇ 3 ਦਾ ਐਲਸੀਐਮ ਆ ਗਿਆ 9 ਆਪ, ਤਾਂ ਦੋਨੇ ਪਾਸੇ ਅਸੀਂ ਟੋਟਲ 9 ਬਣਾਵਾਂਗੇ। ਇੱਧਰ ਭਾਈ ਸਾਹਿਬ ਆਲਰੇਡੀ 9 ਨੇ ਤਾਂ ਕੋਈ ਚੇਂਜ ਕਰਨ ਦੀ ਲੋੜ ਨਹੀਂ। ਇਹ ਆ ਗਿਆ 5, ਇਹ ਆ ਗਿਆ 4, ਤਾਂ ਇੱਧਰ ਰੇਸ਼ੋ ਨਹੀਂ ਚੇਂਜ ਹੋਊਗੀ। ਇਹਨੂੰ 9 ਬਣਾਉਣ ਲਈ 3 ਗੁਣਾ ਕਰਾਂਗੇ ਤਾਂ ਬੱਚੇ ਇਹਨੂੰ 3 ਗੁਣਾ ਕੀਤਾ 3, ਇਹਨੂੰ 3 ਗੁਣਾ ਕੀਤਾ 6, ਤਾਂ A B ਤੇ C ਦਾ ਟੋਟਲ ਕੀ ਬਣਾਤਾ ਤੁਸੀਂ 9। A B C ਦਾ ਟੋਟਲ ਕੀ ਬਣਾਤਾ 9, ਤੇ ਉਹਦੇ ਵਿੱਚ A ਕਿੰਨਾ 5, A ਦੀ ਵੈਲਿਊ ਕਿੰਨੀ ਹੈ 5, B ਇਕੱਲਾ ਇਧਰੋਂ ਮਿਲ ਗਿਆ, B ਦੀ ਵੈਲਿਊ ਕਿੰਨੀ ਹੈ 3, ਤਾਂ C ਦੀ ਵੈਲਿਊ ਕਿੰਨੀ ਹੋਊਗੀ 5 ਤੇ 3 8, ਤਾਂ ਇਹੀ ਹੋ ਗਏ। ਕੁੱਲ 9 ਬਣਾਉਣਾ ਹੈ ਜਿਹਦੇ ਵਿੱਚੋਂ 8 ਤਾਂ ਇਹੀ ਹੋ ਗਏ, ਤਾਂ C ਦੀ ਵੈਲਿਊ 1 ਆ ਗਈ। ਤਾਂ ABC ਦੀ ਰੇਸ਼ੋ ਕੀ ਆ ਗਈ ਬੱਚੇ 5:3:1। ਤੇ ਤੁਸੀਂ ਰੇਸ਼ੋ ਕਾਹਦੀ ਕੱਢਣੀ ਹੈ? C ਇੱਕ ਪਾਸੇ AB ਇੱਕ ਪਾਸੇ, ਤਾਂ C ਇੱਕ ਪਾਸੇ 1, A ਤੇ B ਇੱਕ ਪਾਸੇ 8, ਤਾਂ ਬੱਚੇ ਤੁਹਾਡਾ ਆਨਸਰ ਕੀ ਆ ਜਾਊਗਾ ਇਸ ਕੁਐਸਚਨ ਦਾ 1:8। ਡੀ ਆਪਸ਼ਨ ਆਨਸਰ ਆ ਗਿਆ ਤੁਹਾਡਾ 1:8। ਤਾਂ ਬੱਚੇ ਇਹ ਤਰੀਕਾ ਜਿਹਦੇ ਵਿੱਚ A B C ਦੀ ਕੰਬਾਈਨਡ ਰੇਸ਼ੋ ਕੱਢ ਲੈਣੀ ਹੈ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਜ਼ਿਆਦਾ ਔਖਾ ਕੁਐਸਚਨ ਨਹੀਂ, ਮੋਡਰੇਟ ਕੁਐਸਚਨ ਵੀ ਨਹੀਂ ਹੈਗਾ, ਈਜ਼ੀ ਟੂ ਮੋਡਰੇਟ ਕੁਐਸਚਨ ਹੈ। ਇਹਨਾਂ ਨਾਲ ਦਾ ਇੱਕ ਕੁਐਸਚਨ ਪੰਜਾਬ ਦੇ ਪੇਪਰ 'ਚ ਆਇਆ ਹੋਇਆ ਸੀ। ਇਸ ਤੋਂ ਅਗਲਾ ਕੁਐਸਚਨ ਹੈ ਜਿਹੜਾ ਅਗਲੀ ਸਲਾਈਡ ਤੇ, ਦੋਨੇ ਕੁਐਸਚਨ ਇੱਕੋ ਜਿਹੇ ਨੇ। ਅਗਲਾ ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ, ਤਾਂ ਉਹਦੇ ਨਾਲ ਦੇ ਮੈਂ ਕੁਐਸਚਨ ਲਿਆ ਆ। ਐਗਜ਼ਾਮੀਨਰ ਕਹਿੰਦਾ ਦਾ ਰੇਸ਼ੋ ਆਫ, ਰੇਸ਼ੋ ਦਿੱਤੀ ਹੋਈ ਹੈ ਕਾਦੀ 1/3 ਆਫ ਫਸਟ ਨੰਬਰ ਐਂਡ 2/5 ਆਫ ਸੈਕੰਡ ਨੰਬਰ is 3:2। ਤਾਂ ਫਸਟ ਨੰਬਰ A ਮੰਨ ਲਓ, ਸੈਕੰਡ ਨੰਬਰ B ਮੰਨ ਲਓ। ਐਗਜ਼ਾਮੀਨਰ ਕਹਿੰਦਾ ਪਹਿਲੇ ਨੰਬਰ A ਦੇ 1/3 ਦੀ ਦੂਜੇ ਨੰਬਰ B ਦੇ 2/5 ਨਾਲ ਰੇਸ਼ੋ ਕਿੰਨੀ ਬਣਦੀ ਹੈ 3:2 ਬਣਦੀ ਆ। ਇਫ ਦਾ ਸਮ ਆਫ ਬੋਥ ਦਾ ਨੰਬਰਸ ਇਜ਼ 126। ਬੱਚੇ ਰੇਸ਼ੋ A ਤੇ B ਦੀ ਨਹੀਂ ਹੈਗੀ, ਰੇਸ਼ੋ ਕੀ ਹੈ A ਦਾ 1/3 ਤੇ B ਦਾ 2/5, ਇਹਨਾਂ ਦੀ ਰੇਸ਼ੋ 3:2 ਹੈ। ਤੇ ਸਮ ਸਾਨੂੰ A ਤੇ B ਦਾ ਦਿੱਤਾ 126। ਐਗਜ਼ਾਮੀਨਰ ਕਹਿੰਦਾ ਫਾਈਂਡ ਬੋਥ ਦਾ ਨੰਬਰਸ। ਬੱਚੇ ਐਗਜ਼ਾਮੀਨਰ ਨੇ ਦੋਵੇਂ ਨੰਬਰ ਫਾਈਂਡ ਕਰਨ ਨੂੰ ਕਹਿਤਾ, ਤੇ ਹਰ ਇੱਕ ਆਪਸ਼ਨ 'ਚ ਦੋਨੇ ਨੰਬਰ ਨੇ। ਕਿਉਂਕਿ ਆਪਸ਼ਨਾਂ 'ਚ ਦੋਨੇ ਨੰਬਰ ਨੇ ਤਾਂ ਹੋ ਸਕਦਾ ਕੁਝ ਬੱਚੇ ਦੇ ਦਿਮਾਗ 'ਚ ਆਵੇ ਕਿ ਸਰ ਅਸੀਂ ਆਪਸ਼ਨ ਚੱਕ ਸਕਦੇ ਹਾਂ। ਬਿਲਕੁਲ ਸਹੀ ਗੱਲ ਹੈ, ਚੱਕ ਸਕਦੇ ਹੋ। ਪਰ ਜੇ ਐਗਜ਼ਾਮੀਨਰ ਨੇ ਬੋਥ ਨੰਬਰਸ ਨਾ ਪੁੱਛਿਆ ਹੁੰਦਾ, ਐਗਜ਼ਾਮੀਨਰ ਕਹਿ ਦਿੰਦਾ ਫਾਈਂਡ ਦਾ ਸਮੋਲਰ ਨੰਬਰ, ਜਿਹੜਾ ਦੋਨਾਂ 'ਚੋਂ ਛੋਟਾ ਹੈ ਉਹ ਦੱਸੋ, ਉਦੋਂ ਤਾਂ ਫਿਰ ਆਪਸ਼ਨਾਂ 'ਚ ਇੱਕੋ ਹੀ ਨੰਬਰ ਹੁੰਦਾ ਨਾ ਚਾਰਾਂ ਆਪਸ਼ਨਾਂ 'ਚ। ਸੋ ਇਸ ਕਰਕੇ ਇੱਥੇ ਆਪਸ਼ਨ ਨਹੀਂ ਚੱਕਾਂਗੇ, ਅਸੀਂ ਸੋਲਵ ਕਰਾਂਗੇ। ਰੇਸ਼ੀਓ ਚੈਪਟਰ ਦੇ ਵਿੱਚ ਜਿਹੜੇ ਬੱਚਿਆਂ ਨੇ ਮੇਰੇ ਕੋਲੋਂ ਰੇਸ਼ੀਓ ਪੜ੍ਹੀ ਹੈ, ਆਪਣੇ ਪੇਡ ਬੈਚ ਦੇ ਵਿੱਚ ਪੜ੍ਹੀ ਹੈ, ਜਿੱਥੇ ਵੀ ਪੜ੍ਹੀ ਹੈ, ਜਾਂ ਤੁਸੀਂ ਜਿੱਥੋਂ ਵੀ ਜਿਹੜੇ ਮਰਜ਼ੀ ਆਪਦੇ ਟੀਚਰ ਕੋਲੋਂ ਪੜ੍ਹ ਕੇ ਆਏ ਹੋ ਜਾਂ ਸੈਲਫ ਸਟੱਡੀ ਕੀਤੀ ਹੈ, ਬੱਚੇ ਰੇਸ਼ੀਓ ਚੈਪਟਰ ਦਾ ਆਪਾਂ ਨਿਚੋੜ ਇੱਕ ਥਾਂ ਤੇ ਲਿਆ ਕੇ ਖੜਾ ਕਰ ਦਿੰਨੇ ਆ ਕਿ ਜਿਹੜੀ ਮਰਜ਼ੀ ਚੀਜ਼ ਦੀ ਗੱਲ ਹੋ ਰਹੀ ਹੈ, ਜਿਹਦੀ ਵੀ ਰੇਸ਼ੀਓ ਦਿੱਤੀ ਹੈ, ਚਾਹੇ ਉਹ A ਤੇ B ਦੀਆਂ ਤਨਖਾਹਾਂ ਦੀ ਰੇਸ਼ੀਓ ਹੈ, ਚਾਹੇ ਉਹ X ਤੇ Y ਦੀਆਂ ਉਮਰਾਂ ਦੀ ਰੇਸ਼ੀਓ ਹੈ, ਜੋ ਰੇਸ਼ੀਓ ਦਿੱਤੀ ਹੈ ਉਸੇ ਨੂੰ ਵੈਲਿਊ ਮੰਨ ਲਓ। ਤਾਂ ਇੱਥੇ ਸਾਨੂੰ ਰੇਸ਼ੋ ਦਿੱਤੀ ਹੈ 3:2 ਕਾਦੀ A ਦਾ 1/3 ਤੇ B ਦਾ 2/5, ਤਾਂ A ਦਾ 1/3 ਤੇ B ਦਾ 2/5 ਉਹ ਬੱਚੇ ਸਾਨੂੰ 3:2 ਦੇ ਵਿੱਚ ਦਿੱਤਾ। ਤਾਂ ਬੱਚੇ ਇਹਨੂੰ 3 ਮੰਨ ਲਓ, ਇਹਨੂੰ 2 ਮੰਨ ਲਓ, ਤਾਂ ਜੋ ਰੇਸ਼ੋ ਦਿੱਤੀ ਹੈ ਉਸੇ ਨੂੰ ਵੈਲਿਊ ਮੰਨ ਲਓ। ਤਾਂ ਬੱਚੇ ਇੱਥੋਂ ਤੁਹਾਡੀ A ਤੇ B ਦੀ ਕੰਬਾਈਨਡ ਰੇਸ਼ੋ ਆ ਜੂਗੀ। A ਦੀ ਵੈਲਿਊ ਆ ਗਈ ਆ 3 ਉਧਰ ਚੱਲ ਜੂਗਾ 9, B ਦੀ ਵੈਲਿਊ ਆ ਜੂ 2 ਨਾਲ 2 ਕੱਟਿਆ 5 ਉਧਰ ਚੱਲ ਗਿਆ 5। ਤਾਂ ਬੱਚੇ A ਤੇ B ਦੀ ਕੰਬਾਈਨਡ ਰੇਸ਼ੋ ਕੀ ਆ ਗਈ 9:5। ਕੱਲਾ A ਰਹਿ ਗਿਆ ਨਾ, 3 ਉਧਰ ਚੱਲ ਗਿਆ, ਇੱਥੇ ਕੱਲਾ B ਰਹਿ ਗਿਆ, 2 ਕੱਟਿਆ ਗਿਆ 5 ਉਧਰ ਚੱਲ ਗਿਆ। ਤਾਂ A ਤੇ B ਦੀ ਰੇਸ਼ੋ ਆ ਗਈ 9:5। ਸਾਨੂੰ AB ਦਾ ਟੋਟਲ ਦਿੱਤਾ ਰੇਸ਼ੋ 'ਚ ਟੋਟਲ 9 ਤੇ 5 ਦਾ 14, ਰੇਸ਼ੋ 'ਚ ਟੋਟਲ 14, ਅਸਲ 'ਚ ਉਹਦੀ ਵੈਲਿਊ 126 ਹੈ। ਤਾਂ 1 ਯੂਨਿਟ ਦੀ ਵੈਲਿਊ 14 ਨਾਲ ਡਿਵਾਈਡ ਕਰਕੇ ਆ ਗਿਆ 9। ਤਾਂ ਦੋਵੇਂ ਨੰਬਰ ਕੀ ਆ ਜਾਣਗੇ 9 ਦੀ ਵੈਲਿਊ 9 ਦਾ 9 ਗੁਣਾ 81, 5 ਦੀ ਵੈਲਿਊ 5 ਦਾ 9 ਗੁਣਾ 45। ਤਾਂ ਬੱਚੇ 81 ਐਂਡ 45 ਤੁਹਾਡਾ ਆਨਸਰ ਆ ਜਾਊਗਾ ਫਸਟ ਆਪਸ਼ਨ। ਤਾਂ ਇਹਦੇ ਨਾਲ ਦਾ ਹੀ ਇੱਕ ਕੁਐਸਚਨ ਜਿਹੜਾ ਪੰਜਾਬ ਦੇ ਪੁਰਾਣੇ ਪੇਪਰ 'ਚ ਆਇਆ ਸੀ ਉਹ ਅਗਲਾ ਕੁਐਸਚਨ ਹੈ, ਧਿਆਨ ਨਾਲ ਦੇਖੋ। 94 is divided into 2 parts। ਐਗਜ਼ਾਮੀਨਰ ਕਹਿੰਦਾ 94 ਨੂੰ 2 ਹਿੱਸਿਆਂ 'ਚ ਵੰਡਿਆ in such a way that the 5th part of the first number and the 8th part of the second number are in the ratio 3:4। find the first part। ਤਾਂ ਇਹਦੇ ਵਿੱਚ ਫਸਟ ਪਾਰਟ ਦੱਸਣਾ ਹੈ। ਤਾਂ ਬੱਚੇ ਆਪਾਂ ਫਸਟ ਪਾਰਟ ਮੰਨ ਲੈਂਦੇ ਆ A। ਤਾਂ 5th part of A ਮਤਲਬ 1/5 of A ਤੇ 8th part of B 1/8 of B ਉਹ 3:4 ਦੇ ਵਿੱਚ ਨੇ।
ਤਾਂ 5th ਪਾਰਟ ਆਫ A ਰੇਸ਼ੋ ਦਿੱਤੀ ਹੋਈ ਹੈ 3:4 ਕਾਦੀ 5th ਪਾਰਟ ਆਫ A ਤੇ 8th ਪਾਰਟ ਆਫ B ਦੀ ਰੇਸ਼ੋ ਦਿੱਤੀ ਹੋਈ ਆ। ਮੈਂ ਕਿਹਾ ਸੀ ਜਿਸ ਮਰਜ਼ੀ ਚੀਜ਼ ਦੀ ਗੱਲ ਹੋ ਰਹੀ ਹੈ ਜੋ ਰੇਸ਼ੋ ਦਿੱਤੀ ਹੈ ਉਸੇ ਨੂੰ ਵੈਲਿਊ ਮੰਨ ਲਓ। ਤਾਂ ਇੱਥੇ ਦਿੱਤੀ ਹੈ ਰੇਸ਼ੋ 5th ਪਾਰਟ ਆਫ A ਤੇ 8th ਪਾਰਟ ਆਫ B ਦੀ, ਉਹ 3:4 ਹੈ। ਤਾਂ ਤੁਸੀਂ ਮੰਨ ਲਓ 5th ਪਾਰਟ ਆਫ A 3 ਦੇ ਬਰਾਬਰ ਹੈ, 8th ਪਾਰਟ ਆਫ B 4 ਦੇ ਬਰਾਬਰ ਹੈ। ਤਾਂ ਬੱਚੇ ਤੁਹਾਡੀ ਇੱਥੋਂ A ਤੇ B ਦੀ ਰੇਸ਼ੋ ਆ ਜੂਗੀ। A ਤੇ B ਦੀ ਰੇਸ਼ੋ ਕੀ ਆ ਗਈ? A ਚਾਹੀਦਾ 5, ਉਧਰ ਚੱਲ ਜੂ 15, B ਚਾਹੀਦਾ 8, ਉਧਰ ਚੱਲ ਜੂ 32। ਤਾਂ A ਤੇ B ਦੀ ਰੇਸ਼ੋ ਆ ਗਈ 15:32। ਸਾਨੂੰ ਕੁਐਸਚਨ ਦੇ ਵਿੱਚ A ਤੇ B ਦਾ ਟੋਟਲ ਦਿੱਤਾ 94 ਨੂੰ ਵੰਡਿਆ ਸੀ ਨਾ ਦੋ ਹਿੱਸਿਆਂ 'ਚ, ਤਾਂ A ਤੇ B ਦਾ ਟੋਟਲ ਰੇਸ਼ੋ 'ਚ ਬਣਿਆ 15 ਤੇ 32 47 ਯੂਨਿਟ। ਤਾਂ ਰੇਸ਼ੋ 'ਚ ਟੋਟਲ 47 ਯੂਨਿਟ ਅਸਲ 'ਚ 94 ਦੇ ਬਰਾਬਰ ਹੈ। ਤਾਂ 1 ਯੂਨਿਟ ਦੀ ਵੈਲਿਊ 2 ਆ ਗਈ। ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਫਸਟ ਪਾਰਟ, ਯਾਨੀ ਕਿ A ਫਾਈਂਡ ਕਰਨਾ ਹੈ। ਤਾਂ 15 ਦੀ ਵੈਲਿਊ, ਕਿਉਂਕਿ 1 ਦੀ ਵੈਲਿਊ 2 ਹੈ ਤਾਂ 15 ਦੀ ਵੈਲਿਊ ਆਨਸਰ ਆ ਜਾਊ ਤੁਹਾਡਾ ਸੈਕਿੰਡ ਆਪਸ਼ਨ 30। ਤਾਂ ਇਹ ਕੁਛ ਮੋਡਰੇਟ ਜਿਹੇ ਕੁਐਸਚਨ ਸੀ, ਖੈਰ ਮੋਡਰੇਟ ਵੀ ਨਹੀਂ ਸੀ ਹੈਗੇ, ਮੋਡਰੇਟ ਤੋਂ ਈਜ਼ੀ ਵਾਲੇ ਪਾਸੇ ਸੀ। ਅੱਜ ਦੇ ਸੈਸ਼ਨ ਦੇ ਵਿੱਚ ਜਿਹੜੇ ਬੱਚੇ ਲੇਟ ਜੁੜੇ ਨੇ ਮੈਂ ਉਹਨਾਂ ਨੂੰ ਹੁਣ ਦੱਸਦਾ ਕਿ ਸਾਡੇ ਰੇਸ਼ੀਓ ਦੇ ਵਿੱਚ ਜਿਵੇਂ ਅਸੀਂ ਪਰਸੈਂਟੇਜ ਜਿਹੜੀ 3-4 ਦਿਨ ਪਹਿਲਾਂ ਕਲਾਸ ਸੀ ਉਹਦੇ ਵਿੱਚ ਖਾਸ ਕਰਕੇ ਉਹ ਕੁਐਸਚਨ ਕੀਤੇ ਕਿ ਪੀਪੀਐਸਸੀ ਨੇ ਜਿਵੇਂ ਨੈਬ ਤਹਿਸੀਲਦਾਰ ਦੇ ਪੇਪਰ 'ਚ ਕੁਝ ਟਿਪੀਕਲ ਕੁਐਸਚਨ ਪਾਤੇ ਜਿਹੜੇ ਅਸੀਂ ਕਦੇ ਨਹੀਂ ਸੀ ਚੱਜ ਨਾਲ ਦੇਖੇ, ਕਦੇ ਪ੍ਰੈਕਟਿਸ ਨਹੀਂ ਸੀ ਕੀਤੀ ਪੇਪਰ ਦੇ ਵਿੱਚ, ਜਾਂ ਤਾਂ ਹੋਏ ਨਹੀਂ ਤਾਂ ਬਹੁਤ ਤੰਗ ਕੀਤਾ ਫੇਰ ਕਿਤੇ ਜਾ ਕੇ ਹੋਏ। ਤਾਂ ਉਹੋ ਜਿਹੇ ਕੁਐਸਚਨਸ ਦੀ ਖਾਸ ਕਰਕੇ ਪ੍ਰੈਕਟਿਸ ਕਰ ਲਈਏ ਕਿ ਤੁਸੀਂ ਸਿਲੇਬਸ ਕਰ ਲਿਆ ਜਾਂ ਹੋਣ ਵਾਲਾ ਹੈ, ਪ੍ਰੈਕਟਿਸ ਕਰ ਰਹੇ ਹੋ, ਬੇਸਿਕਸ ਕਲੀਅਰ ਨੇ, ਕਨਸੈਪਟਸ ਕਲੀਅਰ ਨੇ, ਤਾਂ ਪ੍ਰੈਕਟਿਸ ਦੇ ਵਿੱਚ ਉਸ ਪ੍ਰੈਕਟਿਸ ਨੂੰ ਹੋਰ ਪੋਲਿਸ਼ ਕਰ ਸਕੋ ਤੇ ਕੁਝ ਟਿਪੀਕਲ ਕੁਐਸਚਨਸ ਦੀ ਪ੍ਰੈਕਟਿਸ ਕਰ ਸਕੋ ਜਿਹੜੇ ਸਾਡੇ ਐਕਸਾਈਜ਼ ਇੰਸਪੈਕਟਰ ਦੇ ਪੇਪਰ 'ਚ, ਕੋਆਪਰੇਟਿਵ ਇੰਸਪੈਕਟਰ ਤੇ ਸੀਨੀਅਰ ਅਸਿਸਟੈਂਟ ਦੇ ਪੇਪਰ 'ਚ ਜਾਂ ਬਾਕੀ ਜਿਹੜੇ ਐਗਜ਼ਾਮਸ ਹੋਣੇ ਨੇ ਉਹਨਾਂ ਦੇ ਵਿੱਚ ਕੰਮ ਆਉਣ। ਉਹੋ ਜਿਹੇ ਕੁਐਸਚਨਸ ਦੀ ਪ੍ਰੈਕਟਿਸ ਹੋ ਰਹੀ ਹੈ। ਬੱਚੇ ਅਗਲਾ ਕੁਐਸਚਨ ਦੇਖੋ। अगला क्वेश्चन बहुत इंटरेस्टिंग है। द रेशियो ऑफ इनकम ऑफ ए बी एंड सी इज 4:5:6। बच्चे इस क्वेश्चन ਨੂੰ देख के कुछ बच्चों ਨੂੰ लगता हो सकता ईजी क्वेश्चन है, पर ध्यान नाल करना है। इस क्वेश्चन का ट्रिक भी बहुत इंटरेस्टिंग है पर वो भी बहुत ध्यान नाल समझना पऊगा। एग्जामिनर ने गिवन की दिता रेशियो दी है कादी इनकम्स ऑफ ए बी एंड सी इज 4:5:6 एंड द रेशियो ऑफ देयर एक्सपेंडिचर्स इज 2:3:4। ਐਗਜ਼ਾਮੀਨਰ ਕਹਿੰਦਾ A B ਤੇ C ਦੀ ਇਨਕਮ ਹੈ ਜਿਹੜੀ ਉਹ 4:5:6 ਦੇ ਵਿੱਚ ਹੈ ਤੇ ਉਹਨਾਂ ਦੇ ਹੀ ਐਕਸਪੈਂਡੀਚਰ 2:3:4 ਦੇ ਵਿੱਚ ਨੇ। ਅੱਗੇ ਕਹਿੰਦਾ ਇਫ ਦਾ ਸੇਵਿੰਗਸ ਆਫ B ਦੀ ਗੱਲ ਹੋ ਰਹੀ ਹੈ, B ਦੀਆਂ ਸੇਵਿੰਗਸ ਕੀ ਨੇ 1/3 ਆਫ ਇਟਸ ਇਨਕਮ, ਦੈਨ ਫਾਈਂਡ ਦਾ ਰੇਸ਼ੋ ਆਫ ਸੇਵਿੰਗਸ ਆਫ A B ਐਂਡ C। ਤਾਂ A B C ਦੀਆਂ ਸੇਵਿੰਗਸ ਦੀ ਰੇਸ਼ੋ ਦੱਸਣੀ ਹੈ। ਤਾਂ ਬੱਚੇ ਇੱਥੇ ਬੜੇ ਆਰਾਮ ਨਾਲ ਦੇਖੋ ਤੁਸੀਂ, ਹਲੇ ਜੋ ਗਿਵਨ ਹੈ ਉਹ ਲਿਖਣ ਲੱਗਿਆ ਮੈਂ A B ਤੇ C ਦੀ। क्वेश्चन ਦੇ ਵਿੱਚ A B C ਦੀ ਇਨਕਮ ਦੀ ਰੇਸ਼ੋ ਦਿੱਤੀ ਹੋਈ ਆ ਬੱਚੇ ਸਾਨੂੰ 4:5:6 ਤੇ ਐਕਸਪੈਂਡੀਚਰ ਦੀ ਰੇਸ਼ੋ ਦਿੱਤੀ ਹੋਈ ਹੈ 2:3:4। ਤਾਂ ਬੱਚੇ ਕਿਸੇ ਬੱਚੇ ਨੇ ਇਹ ਗਲਤੀ ਨਹੀਂ ਕਰਨੀ ਕਿ A ਦੀ ਇਨਕਮ ਜੋ ਕਿ ਰੇਸ਼ੋ 'ਚ 4 ਹੈ, ਅਸੀਂ 4 ਰੁਪਏ ਕਹਿ ਲੈਂਦੇ ਆ ਕਿ A 4 ਰੁਪਏ ਕਮਾਉਂਦਾ ਜਿਹਦੇ ਵਿੱਚੋਂ 2 ਰੁਪਏ ਖਰਚ ਕਰ ਦਿੰਦਾ। ਇਹ ਗਲਤ ਆ। A ਦੀ ਜਿਹੜੀ 4 ਵੈਲਿਊ ਹੈ ਉਹ ਬੱਚੇ ਇਸ ਰੇਸ਼ੋ ਦੇ ਵਿੱਚ ਹੈ। ਤਾਂ ਅਸੀਂ ਇਹ ਕਹਿ ਸਕਦੇ ਕਿ ਜੇ A 4 ਕਮਾਉਂਦਾ ਤਾਂ B 5 ਕਮਾਉਂਦਾ, C 6 ਕਮਾਉਂਦਾ। ਐਕਸਪੈਂਡੀਚਰ ਦੀ ਰੇਸ਼ੋ ਨੂੰ ਅਲੱਗ ਕਹਿ ਸਕਦੇ ਕਿ A ਦਾ ਐਕਸਪੈਂਡੀਚਰ ਜੇ 2 ਰੁਪਏ ਤਾਂ B ਦੇ 3 ਰੁਪਏ ਐਕਸਪੈਂਡੀਚਰ ਹੈ, C ਦਾ 4 ਰੁਪਏ ਐਕਸਪੈਂਡੀਚਰ ਹੈ। ਬੱਚੇ ਅਸੀਂ ਇਸ ਰੇਸ਼ੋ ਤੇ ਇਸ ਰੇਸ਼ੋ ਨੂੰ ਆਪਸ 'ਚ ਹਲੇ ਕੰਪੇਅਰ ਨਹੀਂ ਕਰ ਸਕਦੇ, ਇਹ ਅਲੱਗ-ਅਲੱਗ ਰੇਸ਼ੋਜ਼ ਨੇ। ਇਹਨਾਂ ਨੂੰ ਕੰਪੇਅਰ ਕਰਨ ਦੇ ਲਈ ਸਾਨੂੰ ਬੱਚੇ ਐਗਜ਼ਾਮੀਨਰ ਨੇ ਦਿੱਤਾ ਹੈ ਕਿ B ਦੀ ਇਨਕਮ B ਦੀ ਸੇਵਿੰਗ ਕੀ ਹੈ 1/3 ਆਫ ਇਟਸ ਇਨਕਮ। ਤਾਂ 1/3 ਆਫ ਇਟਸ ਇਨਕਮ ਦਾ ਮਤਲਬ ਜੇ B ਦੀ ਸੇਵਿੰਗ ਇਨਕਮ ਨਾਲੋਂ 1/3 ਹੈ ਤਾਂ 3 ਰੁਪਏ ਦੀ ਇਨਕਮ ਹੈ ਤਾਂ 1 ਰੁਪਏ ਦੀ ਸੇਵਿੰਗ ਆ। B ਦੀ 3 ਰੁਪਏ ਇਨਕਮ ਚੋਂ 1 ਰੁਪਏ ਦੀ ਸੇਵਿੰਗ ਹੈ 1/3 ਮਤਲਬ ਇਨਕਮ 3 ਰੁਪਏ ਦਾ ਸੇਵਿੰਗ 1 ਰੁਪਏ। ਇਹਦਾ ਮਤਲਬ ਐਕਸਪੈਂਡੀਚਰ ਕੀ ਹੈ? ਐਕਸਪੈਂਡੀਚਰ 2 ਰੁਪਏ ਹੈ। ਜੇ 3 ਚੋਂ 1 ਰੁਪਏ ਸੇਵ ਕਰ ਰਿਹਾ ਤਾਂ ਐਕਸਪੈਂਡੀਚਰ 2 ਰੁਪਏ ਹੈ। ਤਾਂ ਬੱਚੇ ਇੱਥੇ ਸਾਨੂੰ ਇਨਕਮ ਦੀ ਰੇਸ਼ੋ ਦਿੱਤੀ ਹੈ ਜੋ ਕਿ B ਦੀ ਅਸੀਂ 3 ਬਣਾਉਣੀ ਹੈ। ਇੱਥੇ ਸਾਨੂੰ ਐਕਸਪੈਂਡੀਚਰ ਦੀ ਰੇਸ਼ੋ ਦਿੱਤੀ ਹੈ ਜੋ ਕਿ B ਦਾ ਅਸੀਂ ਐਕਸਪੈਂਡੀਚਰ 2 ਬਣਾਉਣਾ ਹੈ। ਤਾਂ ਬੱਚੇ ਇਹਨਾਂ ਦੋਨਾਂ ਵੈਲਿਊਜ਼ ਨੂੰ ਧਿਆਨ ਨਾਲ ਦੇਖੋ। ਇਹ ਵੈਲਿਊ ਕਿੱਥੋਂ ਆਈ ਆ? B ਦੀ ਸੇਵਿੰਗ ਕੀ ਹੈ 1/3 ਆਫ ਇਟਸ ਇਨਕਮ। ਤਾਂ ਇਨਕਮ ਜੇ 3 ਹੈ ਤਾਂ ਸੇਵਿੰਗ 1 ਰੁਪਏ, ਇਹਦਾ ਮਤਲਬ ਐਕਸਪੈਂਡੀਚਰ 2 ਰੁਪਏ ਹੈ। ਤਾਂ ਐਕਸਪੈਂਡੀਚਰ B ਦਾ 3 ਬਣਾਉਣਾ ਹੈ, ਇਨਕਮ 3 ਬਣਾਉਣੀ ਹੈ, ਐਕਸਪੈਂਡੀਚਰ 2 ਬਣਾਉਣਾ ਹੈ। ਯਾਦ ਰੱਖਿਓ ਜਿਹੜੀ ਗੱਲ ਮੈਂ ਹੁਣ ਦੱਸਣ ਲੱਗਿਆ ਕਿ ਸਾਨੂੰ ਕੋਈ ਚੀਜ਼ ਰੇਸ਼ੋ 'ਚ ਕੁਝ ਵੀ ਦਿੱਤੀ ਹੋਈ ਹੈ, B ਦਾ ਐਕਸਪੈਂਡੀਚਰ ਜੋ ਮਰਜ਼ੀ ਬਣਾਉਣਾ ਹੈ, ਹਲੇ ਤਾਂ 5 ਦਿੱਤਾ ਹੋਇਆ। B ਦੀ ਇਨਕਮ ਜੋ ਮਰਜ਼ੀ ਬਣਾਉਣੀ ਹੈ, ਹਲੇ 5 ਦਿੱਤੀ ਹੋਈ ਆ। B ਦਾ ਐਕਸਪੈਂਡੀਚਰ ਜੋ ਮਰਜ਼ੀ ਬਣਾਉਣਾ ਹੈ, ਹਲੇ 3 ਦਿੱਤਾ ਹੋਇਆ।
ਤਾਂ ਜੋ ਰੇਸ਼ੋ ਮਰਜ਼ੀ ਦਿੱਤੀ ਹੋਵੇ ਪਰ ਉਹਨੂੰ ਕੁਝ ਵੀ ਬਣਾਉਣਾ ਹੈ ਤਾਂ ਇਹਦੇ ਲਈ ਤੁਸੀਂ ਪਹਿਲਾਂ ਉਹਨਾਂ ਨੂੰ ਬਰਾਬਰ ਕਰੋ। ਬੱਚੇ ਜਿਹੜੀਆਂ ਵੈਲਿਊਜ਼ ਨੂੰ ਤੁਸੀਂ ਛੇੜ ਕੇ ਕੁਝ ਵੀ ਬਣਾਉਣਾ ਹੈ ਉਹਨਾਂ ਨੂੰ ਪਹਿਲਾਂ ਬਰਾਬਰ ਕਰੋ। ਤਾਂ ਬਰਾਬਰ ਕਰਨ ਦੇ ਲਈ ਇੱਕੋ ਹੀ ਤਰੀਕਾ ਹੁੰਦਾ ਹੈ ਕ੍ਰੋਸ ਮਲਟੀਪਲੀਕੇਸ਼ਨ ਦਾ। ਤਾਂ ਬੱਚੇ ਇਹਦੀ ਵੈਲਿਊ 5 ਹੈ, ਇਹਦੀ 3 ਹੈ, ਤਾਂ ਇਹਨੂੰ 3 ਗੁਣਾ ਕਰ ਦਿਓ, ਇਹਨੂੰ 5 ਗੁਣਾ ਕਰ ਦਿਓ। ਤਾਂ ਇਹਨੂੰ ਜੇ 3 ਗੁਣਾ ਕਰਾਂਗੇ ਤਾਂ 12 15 18 ਹੋ ਗਿਆ, B ਦੀ ਇਨਕਮ 15 ਹੋ ਗਈ। ਇਹਨੂੰ ਜੇ 5 ਗੁਣਾ ਕਰਾਂਗੇ ਤਾਂ 10 15 20 ਹੋ ਗਿਆ, B ਦਾ ਐਕਸਪੈਂਡੀਚਰ ਵੀ 15 ਹੋ ਗਿਆ। ਪਹਿਲਾਂ ਬਰਾਬਰ ਕਰੋ, ਪਰ ਸਿਰਫ ਬਰਾਬਰ ਨਹੀਂ ਕਰਨਾ। ਫਿਰ ਇਨਕਮ ਤਾਂ 3 ਰੁਪਏ ਬਣਾਉਣੀ ਹੈ ਤਾਂ 3 ਗੁਣਾ, ਐਕਸਪੈਂਡੀਚਰ 2 ਰੁਪਏ ਬਣਾਉਣਾ ਹੈ ਤਾਂ 2 ਗੁਣਾ। ਤਾਂ ਬੱਚੇ ਓਵਰਆਲ ਕਾਹਦੇ ਨਾਲ ਗੁਣਾ ਹੋਊਗਾ? ਓਵਰਆਲ ਗੁਣਾ ਹੋਊਗਾ ਪਹਿਲਾਂ ਤਾਂ ਬਰਾਬਰ ਕੀਤਾ ਕ੍ਰੋਸ ਮਲਟੀਪਲੀਕੇਸ਼ਨ ਨਾਲ, ਇਹਦੀ ਵੈਲਿਊ 3 ਹੈ, ਉੱਪਰ 3 ਗੁਣਾ, ਇਹਦੀ ਵੈਲਿਊ 5 ਹੈ, ਹੇਠਾਂ 5 ਗੁਣਾ। ਬਰਾਬਰ ਕਰਕੇ ਇਨਕਮ 3 ਬਣਾਉਣੀ ਸੀ ਤਾਂ 3 ਗੁਣਾ, ਐਕਸਪੈਂਡੀਚਰ 2 ਬਣਾਉਣਾ ਸੀ ਤਾਂ 2 ਗੁਣਾ। ਤਾਂ ਬੱਚੇ ਇਨਕਮ ਓਵਰਆਲ 9 ਗੁਣਾ ਹੋਊਗੀ। 9 ਗੁਣਾ ਕਰਕੇ 36 ਰੁਪਏ, 45 ਰੁਪਏ, 54 ਰੁਪਏ। ਤੇ ਐਕਸਪੈਂਡੀਚਰ 10 ਗੁਣਾ ਹੋਊਗਾ। 10 ਗੁਣਾ ਕਰਕੇ 20 ਰੁਪਏ, 30 ਰੁਪਏ, 40 ਰੁਪਏ। ਤਾਂ ਬੱਚੇ ਤੁਸੀਂ ਸੇਵਿੰਗਸ ਦੀ ਰੇਸ਼ੋ ਕੱਢਣੀ ਹੈ ਤਾਂ ਇਹਨਾਂ ਦੀ ਸੇਵਿੰਗਸ ਦੀ ਰੇਸ਼ੋ ਕੀ ਆਜੂ? ਇਨਕਮ ਚੋਂ ਐਕਸਪੈਂਡੀਚਰ ਕੱਢ ਦਿਓ। 36 ਚੋਂ 20 ਕੱਢੇ 16 ਰੁਪਏ, 45 ਚੋਂ 30 ਰੁਪਏ ਕੱਢੇ 15 ਰੁਪਏ, 54 ਚੋਂ 40 ਰੁਪਏ ਕੱਢੇ 14 ਰੁਪਏ। ਤਾਂ ਬੱਚੇ ਸੇਵਿੰਗਸ ਦੀ ਰੇਸ਼ੋ ਕੀ ਆ ਗਈ? ਇਹ ਤੋਂ ਸੌਖਾ ਤਰੀਕਾ ਕੋਈ ਨਹੀਂ। 16 ਰੇਸ਼ੋ 15 ਰੇਸ਼ੋ 14 ਤੁਹਾਡਾ ਸੈਕੰਡ ਆਪਸ਼ਨ ਆਨਸਰ ਆ ਜਾਊਗਾ। ਤਾਂ ਬੱਚੇ ਇਸ ਕੁਐਸਚਨ ਦੇ ਵਿੱਚ ਇਹਦੇ ਤਰ੍ਹਾਂ ਜਿਵੇਂ ਇਸ ਕੁਐਸਚਨ 'ਚ ਆਪਾਂ ਕਿਸੇ ਦੀ ਇਨਕਮ ਦੀ ਤੇ ਐਕਸਪੈਂਡੀਚਰ ਦੀ ਰੇਸ਼ੋ ਕੁਛ ਬਣਾਉਣੀ ਹੈ ਨਾ, 3 ਤੇ 2 ਬਣਾਉਣੀ ਹੈ, ਤਾਂ ਇਸ ਤਰ੍ਹਾਂ ਰੇਸ਼ੋਜ਼ ਨੂੰ ਕੁਛ ਵੀ ਬਣਾਉਣਾ ਹੋਵੇ ਇਹਦੇ ਰੇਸ਼ੋ ਦੇ ਵਿੱਚ ਕੁਝ ਐਗਜ਼ਾਮਪਲਸ ਮੈਂ ਲੈ ਕੇ ਆਇਆ ਹੋਇਆ। ਅਗਲੇ 2-3 ਕੁਐਸਚਨ ਇਹਦੀ ਐਗਜ਼ਾਮਪਲਸ ਨੇ। ਮਿਕਸਚਰ ਐਲੀਗੇਸ਼ਨ ਚੈਪਟਰ ਦੇ ਵਿੱਚ ਮਿਕਸਚਰ ਦੇ ਵਿੱਚ ਕਾਫੀ ਇਹੋ ਜਿਹੇ ਐਗਜ਼ਾਮਪਲਸ ਮੈਂ ਕਰਵਾਉਂਗਾ ਜਿੱਥੇ ਕੰਟੇਨਰ 2 ਬਰਾਬਰ ਨੇ ਤਾਂ 1:1, ਪਰ ਬਰਾਬਰ ਨਹੀਂ ਹੈਗੇ 5:7 ਦੇ ਵਿੱਚ ਨੇ ਤਾਂ ਪਹਿਲੇ ਨੂੰ 5 ਬਣਾਉਣਾ ਹੈ, ਦੂਜੇ ਨੂੰ 7 ਬਣਾਉਣਾ ਹੈ। ਤਾਂ ਪਹਿਲਾਂ ਉਹਨਾਂ ਨੂੰ ਬਰਾਬਰ ਕਰਾਂਗੇ, ਬਰਾਬਰ ਕਰਕੇ ਪਹਿਲੇ ਦਾ 5 ਗੁਣਾ, ਦੂਜੇ ਦਾ 7 ਗੁਣਾ। ਇਹ ਮੈਂ ਐਗਜ਼ਾਮਪਲਸ ਮਿਕਸਚਰ ਐਲੀਗੇਸ਼ਨ ਦੇ ਵਿੱਚ ਕਰਵਾਉਂਗਾ। ਰੇਸ਼ੀਓ ਦੇ ਵਿੱਚ ਮੈਂ ਕੁਝ ਇਹਦੀ ਐਗਜ਼ਾਮਪਲਸ ਲੈ ਕੇ ਆਇਆ। ਤਾਂ ਅਗਲਾ ਕੁਐਸਚਨ ਦੇਖੋ ਬੱਚੇ ਇਹਦੇ ਨਾਲ ਦਾ ਹੀ। ਇਫ ਦਾ ਰੇਸ਼ੀਓ ਆਫ ਲੈਂਡ ਐਂਡ ਵਾਟਰ ਔਨ ਅਰਥ, ਤੁਹਾਡੇ ਵਿੱਚੋਂ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਬੱਚਿਆਂ ਨੇ ਥੋੜੀ ਜਿਹੀ ਸੀਰੀਅਸ ਤਿਆਰੀ ਕੀਤੀ ਹੈ ਆਹ ਕੁਐਸਚਨਸ ਪੱਕਾ ਕੀਤੇ ਹੋਣਗੇ। ਤੁਹਾਡੇ ਵਿੱਚੋਂ ਜਿਹੜੇ ਬੱਚੇ ਸਿਵਲਸ ਦੀ ਤਿਆਰੀ ਕਰਦੇ ਆ, ਪੀਪੀਐਸਸੀ ਵੀ ਖੈਰ ਸਾਡਾ ਪੀਸੀਐਸ ਦਾ ਪੇਪਰ ਤੇ ਕੋਆਪਰੇਟਿਵ ਇੰਸਪੈਕਟਰ, ਨੈਬ ਤਹਿਸੀਲਦਾਰ ਜਾਂ ਸੀਨੀਅਰ ਅਸਿਸਟੈਂਟ, ਇਹ ਸਾਰੇ ਪੇਪਰ ਪੀਪੀਐਸਸੀ ਨੇ ਕੰਡਕਟ ਕਰਨੇ ਆ। ਜਿਹੜੇ ਬੱਚੇ ਨੇ ਸਿਵਲਸ ਦੀ ਵੀ ਤਿਆਰੀ ਕੀਤੀ ਆਹ ਕੁਐਸਚਨ ਪੱਕਾ ਕੀਤੇ ਹੋਣਗੇ, ਸਿਵਲਸ ਦੇ ਵਿੱਚ ਪੁੱਛੇ ਗਏ ਨੇ। ਕੁਐਸਚਨ ਕੀ ਹੈ? ਰੇਸ਼ੀਓ ਦਿੱਤੀ ਹੋਈ ਹੈ ਕਾਦੀ? ਆਫ ਲੈਂਡ ਐਂਡ ਵਾਟਰ ਔਨ ਅਰਥ। ਬੱਚੇ ਪਹਿਲਾਂ ਅਰਥ ਦੀ ਗੱਲ ਹੋ ਰਹੀ ਹੈ, ਉਹ ਕੀ ਹੈ? 1:2। and the ratio of land and water in the northern hemisphere is 2:3। ਐਗਜ਼ਾਮੀਨਰ ਕਹਿੰਦਾ what is the ratio of land and water in the southern hemisphere। ਤਾਂ ਬੱਚੇ ਆ ਮੰਨ ਲਓ ਪੂਰੀ ਧਰਤੀ ਆ, ਇੱਥੇ ਲਿਖ ਲਓ ਆ ਪੂਰੀ ਧਰਤੀ ਆ। ਥੋੜਾ ਜ਼ਿਆਦਾ ਸੌਖਾ ਕਰਦੇ ਆ ਕੰਮ। ਆ ਵੰਡ ਲਈ 2 ਬਰਾਬਰ ਹਿੱਸਿਆਂ 'ਚ। ਬੱਚੇ ਆ ਪੂਰੀ ਧਰਤੀ ਹੈ ਗੋਲ, ਇਹਦੇ ਵਿੱਚ ਉੱਪਰਲਾ ਹਿੱਸਾ ਨਦਰਨ ਹੈਮਿਸਫੀਅਰ, ਹੇਠਲਾ ਹਿੱਸਾ ਸਾਊਦਰਨ ਹੈਮਿਸਫੀਅਰ, ਪੂਰੀ ਦੀ ਪੂਰੀ ਗੋਲ ਧਰਤੀ ਹੈ। ਐਗਜ਼ਾਮੀਨਰ ਕਹਿੰਦਾ ਧਰਤੀ ਤੇ ਲੈਂਡ ਤੇ ਵਾਟਰ ਕੀ ਹੈ? 1:2 ਦੇ ਵਿੱਚ ਹੈ। ਪੂਰੀ ਧਰਤੀ ਤੇ ਲੈਂਡ ਵਾਟਰ 1:2 ਦੇ ਵਿੱਚ ਹੈ, ਪਰ ਕੱਲੇ ਨਦਰਨ ਹੈਮਿਸਫੀਅਰ ਦੇ ਵਿੱਚ ਉਹ 2:3 ਦੇ ਵਿੱਚ ਹੈ। ਤਾਂ ਇੱਥੇ ਸਾਊਦਰਨ ਹੈਮਿਸਫੀਅਰ ਦੇ ਵਿੱਚ ਲੈਂਡ ਤੇ ਵਾਟਰ ਦੀ ਆਪਾਂ ਰੇਸ਼ੀਓ ਕੱਢਣੀ ਹੈ। ਤਾਂ ਬੱਚੇ ਇੰਨੀ ਗੱਲ ਕਲੀਅਰ ਹੈ ਸਾਰਿਆਂ ਨੂੰ ਕਿ ਪੂਰੀ ਧਰਤੀ 2 ਬਰਾਬਰ ਹਿੱਸਿਆਂ 'ਚ ਵੰਡੀ ਹੋਈ ਹੈ, ਨਦਰਨ ਤੇ ਸਾਊਦਰਨ ਦੇ ਵਿੱਚ। ਤਾਂ ਜਿੰਨੀ ਇਹਦੀ ਵੈਲਿਊ ਉਨੀ ਹੀ ਇਹਦੀ ਵੈਲਿਊ, ਇਹਨਾਂ ਦੋਨਾਂ ਨੂੰ ਜੋੜ ਕੇ ਪੂਰੀ ਧਰਤੀ ਬਣ ਜੂਗੀ। ਇਹਦਾ ਮਤਲਬ ਕੀ ਹੈ? ਧਿਆਨ ਨਾਲ ਦੇਖੋ, ਸਾਡੇ ਕੋਲ ਇੱਕ ਤਾਂ ਅਰਥ ਦੀ ਰੇਸ਼ੋ ਦਿੱਤੀ ਹੋਈ ਆ, ਅਰਥ ਤੇ ਲੈਂਡ ਤੇ ਵਾਟਰ ਕੀ ਦਿੱਤੇ ਹੋਏ ਆ? 1:2। ਫਿਰ ਇੱਕ ਸਾਡੇ ਕੋਲ ਨਦਰਨ ਹੈਮਿਸਫੀਅਰ ਦਿੱਤਾ ਹੋਇਆ, ਉੱਥੇ ਸਾਨੂੰ ਲੈਂਡ ਤੇ ਵਾਟਰ ਦਿੱਤੇ ਹੋਏ ਆ 2:3। ਅਸੀਂ ਅਰਥ ਚੋਂ ਨਦਰਨ ਮਾਈਨਸ ਕਰਕੇ ਸਾਊਦਰਨ ਹੈਮਿਸਫੀਅਰ ਕੱਢ ਲਾਂਗੇ, ਪਰ ਇਹ ਨਿਕਲੂਗਾ ਕਿਵੇਂ? ਉਹਦੇ ਲਈ ਪਹਿਲਾਂ ਤੁਸੀਂ ਧਰਤੀ ਨਦਰਨ ਤੋਂ ਦੁੱਗਣੀ ਹੈ ਨਾ, ਜਿੱਡਾ ਨਦਰਨ ਹੈਮਿਸਫੀਅਰ ਉੱਡਾ ਹੀ ਸਾਊਦਰਨ ਹੈਮਿਸਫੀਅਰ, ਉਹਦਾ ਦੁੱਗਣਾ ਧਰਤੀ ਹੋ ਜੂਗੀ। ਉਹਨਾਂ ਦੋਨਾਂ ਨੂੰ ਜੋੜ ਕੇ ਮਤਲਬ ਦੁੱਗਣਾ ਧਰਤੀ ਹੋ ਜੂ। ਤਾਂ ਇਹਨੂੰ ਇਹ ਤੋਂ ਦੁੱਗਣਾ ਬਣਾਉਣਾ, ਕਿਹਨੂੰ? ਟੋਟਲ ਨੂੰ। ਲੈਂਡ ਤੇ ਵਾਟਰ ਨੂੰ ਜੋੜ ਕੇ ਧਰਤੀ ਬਣਦੀ ਹੈ, ਲੈਂਡ ਤੇ ਵਾਟਰ ਨੂੰ ਜੋੜ ਕੇ ਨਦਰਨ ਹੈਮਿਸਫੀਅਰ ਬਣੂ। ਤਾਂ ਦੋਨਾਂ ਦਾ ਜਿਹੜਾ ਟੋਟਲ ਹੈ ਉਹਦੇ ਵਿੱਚ ਇਹਨੂੰ ਦੁੱਗਣਾ ਬਣਾਉਣਾ ਹੈ ਨਦਰਨ ਨਾਲ। ਤਾਂ ਦੁੱਗਣਾ ਬਣਾਉਣ ਲਈ ਪਹਿਲਾਂ ਬਰਾਬਰ ਕਰਾਂਗੇ। ਤਾਂ ਬਰਾਬਰ ਕਰਨ ਦੇ ਲਈ ਇਹਦਾ ਟੋਟਲ ਕੀ ਹੈ? 3, ਇਹਦਾ ਟੋਟਲ ਕੀ ਹੈ? 5। ਤਾਂ ਬਰਾਬਰ ਕਰਨ ਦੇ ਲਈ ਪਹਿਲਾਂ ਇਹਨੂੰ 5 ਟਾਈਮਸ ਤੇ ਇਹਨੂੰ 3 ਟਾਈਮਸ ਕਰਾਂਗੇ, ਇਹ ਤਾਂ ਹੋ ਗਿਆ ਬਰਾਬਰ। ਫਿਰ ਇਹਨੂੰ ਦੁੱਗਣਾ ਕਰਨਾ ਤਾਂ 2 ਗੁਣਾ ਕਰ ਦਾਂਗੇ। ਤਾਂ ਬੱਚੇ ਉੱਪਰਲੀ ਰੇਸ਼ੋ ਪੂਰੀ 10 ਗੁਣਾ ਹੋ ਜੂ, ਹੇਠਾਂ ਸਿਰਫ 3 ਗੁਣਾ। ਤਾਂ 10 ਗੁਣਾ ਕਰਕੇ 10 ਤੇ 20, 3 ਗੁਣਾ ਕਰਕੇ 6 ਤੇ 9। ਤਾਂ
ਪੂਰੀ ਧਰਤੀ ਤੇ 10 ਲੈਂਡ ਹੈ ਜਿਹਦੇ ਵਿੱਚੋਂ 6 ਨਦਰਨ ਹੈਮੀਸਫੀਅਰ ਦੇ ਵਿੱਚ ਹੈ ਤਾਂ ਬਾਕੀ 4 ਸਦਰਨ ਦੇ ਵਿੱਚ ਹੈ ਮਾਈਨਸ ਕਰਕੇ। ਪੂਰੀ ਧਰਤੀ ਤੇ 20 ਵਾਟਰ ਹੈ ਜਿਹਦੇ ਵਿੱਚੋਂ ਨਦਰਨ ਦੇ ਵਿੱਚ 9 ਹੈ ਤਾਂ ਮਾਈਨਸ ਕਰਕੇ 11 ਵਾਟਰ ਆਜੂ ਤੁਹਾਡਾ ਸਦਰਨ ਹੈਮੀਸਫੀਅਰ ਦੇ ਵਿੱਚ। ਤਾਂ ਰੇਸ਼ੀਓ ਆਫ ਲੈਂਡ ਐਂਡ ਵਾਟਰ ਕੀ ਆ ਗਿਆ ਬੱਚੇ ਤੁਹਾਡਾ ਸੈਕਿੰਡ ਆਪਸ਼ਨ 4:11। ਤਾਂ ਬੱਚੇ ਇੰਨੀ ਕੁ ਗੱਲ ਸਮਝਣੀ ਹੈ ਕਿ ਜਿਹੜੀ ਵੀ ਚੀਜ਼ ਦੀ ਇੱਥੇ ਅਰਥ ਦੀ ਤੇ ਨਦਰਨ ਹੈਮੀਸਫੀਅਰ ਦੀ ਗੱਲ ਹੋ ਰਹੀ ਹੈ, ਜੇ ਇਹਨਾਂ ਦੀ ਰੇਸ਼ੋ ਤੁਸੀਂ 2:1 ਬਣਾਉਣੀ ਹੈ ਤਾਂ ਪਹਿਲਾਂ ਬਰਾਬਰ ਕਰਨਾ, ਬਰਾਬਰ ਕ੍ਰਾਸ ਮਲਟੀਪਲਾਈ ਕਰਕੇ, ਬਰਾਬਰ ਕਰਕੇ ਫਿਰ 2 ਤੇ 1 ਬਣਾਉਣਾ ਤਾਂ ਉਹਨੂੰ 2 ਗੁਣਾ ਇਹਨੂੰ 1 ਗੁਣਾ, 1 ਗੁਣਾ ਮੈਂ ਲਿਖਿਆ ਨਹੀਂ ਇੱਕੋ ਹੀ ਗੱਲ ਹੁੰਦੀ ਹੈ। ਇਹੋ ਜਿਹੇ ਕੁਐਸਚਨ ਵੀ ਸਾਡੇ ਰੇਸ਼ੋ ਦੇ ਵਿੱਚ ਬਣਦੇ ਆ। ਅਗਲਾ ਕੁਐਸਚਨ ਬਿਲਕੁਲ ਸੇਮ, ਥੋੜੀ ਜਿਹੀ ਫਿਗਰ ਚੇਂਜ ਆ। ਇਫ ਦਾ ਰੇਸ਼ੋ ਆਫ ਲੈਂਡ ਐਂਡ ਵਾਟਰ ਔਨ ਦਾ ਅਰਥ, ਪੂਰੀ ਧਰਤੀ ਤੇ ਲੈਂਡ ਐਂਡ ਵਾਟਰ ਕੀ ਹੈ 1:2 ਦੇ ਵਿੱਚ, ਐਂਡ ਦਾ ਰੇਸ਼ੋ ਆਫ ਲੈਂਡ ਐਂਡ ਵਾਟਰ ਇਨ ਦਾ ਨਦਰਨ ਹੈਮੀਸਫੀਅਰ ਇਜ਼ 3:4, ਵਟ ਇਜ਼ ਦਾ ਰੇਸ਼ੋ ਆਫ ਲੈਂਡ ਐਂਡ ਵਾਟਰ ਇਨ ਦਾ ਸਦਰਨ ਹੈਮੀਸਫੀਅਰ। ਤਾਂ ਬੱਚੇ ਇੱਕ ਤਾਂ ਪੂਰੀ ਧਰਤੀ ਦੀ ਗੱਲ ਹੋ ਰਹੀ ਆ, ਉਹਦੇ ਵਿੱਚ ਲੈਂਡ ਤੇ ਵਾਟਰ ਕੀ ਦਿੱਤੇ ਹੋਏ ਆ ਸਾਨੂੰ 1:2 ਦੇ ਵਿੱਚ। ਫਿਰ ਸਾਨੂੰ ਨਦਰਨ ਹੈਮੀਸਫੀਅਰ ਬਾਰੇ ਦਿੱਤਾ ਹੋਇਆ, ਉੱਥੇ ਲੈਂਡ ਤੇ ਵਾਟਰ ਕੀ ਦਿੱਤੇ ਹੋਏ ਆ 3:4 ਦੇ ਵਿੱਚ। ਅਸੀਂ ਧਰਤੀ ਦੇ ਵਿੱਚ ਨਦਰਨ ਮਾਈਨਸ ਕਰਕੇ ਸਦਰਨ ਹੈਮੀਸਫੀਅਰ ਤੇ ਲੈਂਡ ਤੇ ਵਾਟਰ ਕੱਢਨੇ ਆ। ਤਾਂ ਬੱਚੇ ਇੰਨੀ ਗੱਲ ਕਲੀਅਰ ਹੈ ਕਿ ਨਦਰਨ ਤੇ ਸਦਰਨ ਬਰਾਬਰ ਹੁੰਦੇ ਤੇ ਇਹਨਾਂ ਦਾ ਦੁੱਗਣਾ ਧਰਤੀ ਹੁੰਦੀ ਹੈ। ਤਾਂ ਇਹ 2 ਹੈ ਤੇ ਇਹ 1 ਹੈ, ਇਹ ਬਣਾਉਣਾ ਤਾਂ ਇਹਨਾਂ ਨੂੰ 2 ਤੇ 1 ਬਣਾਉਣ ਦੇ ਲਈ ਪਹਿਲਾਂ ਬਰਾਬਰ ਕਰਾਂਗੇ। ਬਰਾਬਰ ਕਿਵੇਂ ਕਰਾਂਗੇ, ਇਹਦੀ ਰੇਸ਼ੋ ਦਾ ਟੋਟਲ ਕੀ ਹੈ 3, ਇਹਦੀ ਰੇਸ਼ੋ ਦਾ ਟੋਟਲ ਕੀ ਹੈ 7। ਤਾਂ ਬਰਾਬਰ ਕਰਨ ਲਈ ਪਹਿਲਾਂ ਕ੍ਰਾਸ ਮਲਟੀਪਲੀਕੇਸ਼ਨ, ਇਹਦਾ 7 ਗੁਣਾ, ਇਹਦਾ 3 ਗੁਣਾ, ਫਿਰ ਦੁੱਗਣਾ ਕਰਨਾ ਧਰਤੀ ਨੂੰ ਤਾਂ ਉੱਪਰ 2 ਗੁਣਾ, ਥੱਲੇ ਕੁਝ ਵੀ ਕਰਨ ਦੀ ਲੋੜ ਨਹੀਂ ਕਿਉਂਕਿ 1 ਗੁਣਾ ਕਰਨਾ। ਤਾਂ ਧਰਤੀ ਹੋ ਜੂਗੀ 14 ਗੁਣਾ। ਤਾਂ ਇਹ ਹੋ ਗਿਆ ਬੱਚੇ 14:28। ਇਹ ਹੋ ਜੂ 3 ਗੁਣਾ 9:12। ਤਾਂ ਸਦਰਨ ਹੈਮੀਸਫੀਅਰ ਦੇ ਵਿੱਚ ਲੈਂਡ ਕਿੰਨਾ 14 ਚੋਂ 9 ਕੱਢੇ 5 ਤੇ ਵਾਟਰ ਕਿੰਨਾ 28 ਚੋਂ 12 ਕੱਢੇ 16। ਤਾਂ 5:16 ਬੱਚੇ ਤੁਹਾਡਾ ਸੀ ਆਪਸ਼ਨ ਆਨਸਰ ਆ ਗਿਆ। ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਓ ਕਿ ਇਹੋ ਜਿਹੇ ਕੁਐਸਚਨ ਜੇ ਕੀਤੇ ਹੋਏ ਨੇ ਆਨਸਰ ਕੱਢੋ, ਜੇ ਨਹੀਂ ਕੀਤੇ ਹੋਏ ਤਾਂ ਧਿਆਨ ਨਾਲ ਦੇਖੋ ਤੇ ਸਮਝ ਕੇ ਕਮੈਂਟ ਕਰੋ ਕਿ ਬੱਚੇ ਜੋ ਆਪਾਂ ਪੜ੍ਹ ਰਹੇ ਹਾਂ, ਆਪਾਂ ਸੀਰੀਜ਼ ਜਿਵੇਂ ਚਲਾ ਰਹੇ ਹਾਂ, ਇਹ ਵੀ ਕਮੈਂਟ ਕਰਦੇ ਜਾਇਆ ਕਰੋ ਕਿ ਭਾਈ ਆਪਾਂ ਪਰਸੈਂਟੇਜ ਦੀ ਕਲਾਸ ਲਾ ਲਈ, ਅੱਜ ਤੁਸੀਂ ਰੇਸ਼ੋ ਦੀ ਕਲਾਸ ਦੇਖ ਰਹੇ ਹੋ, 1.5 ਕਲਾਸਾਂ ਹੋ ਗਈਆਂ। ਤੁਹਾਡਾ ਰਿਵਿਊ ਕੀ ਹੈ ਕਿ ਕੁਐਸਚਨਸ ਦਾ ਲੈਵਲ ਠੀਕ ਆ, ਕੁਐਸਚਨਸ ਦੀ ਪ੍ਰੈਕਟਿਸ ਜਿਹੜੀ ਕਰ ਰਹੇ ਆਂਗੇ ਉਹ ਠੀਕ ਆ, ਜਿੰਨੀ ਕੁ ਸਪੀਡ ਨਾਲ ਮੈਂ ਪੜ੍ਹਾ ਰਿਹਾ ਕੀ ਉਹ ਕਾਫੀ ਹੈ, ਜਿੰਨੇ ਕੁ ਸਵਾਲ ਇੱਕ ਸੈਸ਼ਨ 'ਚ ਮੈਂ ਕਰਾ ਰਿਹਾ ਕੀ ਉਹ ਕਾਫੀ ਹੈ। ਪਲੀਜ਼ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ, ਜਿਹੜੇ ਬੱਚੇ ਮਗਰੋਂ ਵੀ ਵੀਡੀਓ ਦੇਖ ਰਹੇ ਨੇ ਖਾਸ ਕਰਕੇ ਉਹੀ, ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਮੈਂਟ ਕਰਕੇ ਦੱਸਦੇ ਜਾਇਆ ਕਰੋ। ਜਿਹੜੇ ਲਾਈਵ ਦੇਖ ਰਹੇ ਨੇ ਉਹ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਐਨਗੇਜ ਹੁੰਦੇ ਰਹੋ। ਅਗਲਾ ਕੁਐਸਚਨ ਬੱਚੇ, ਦਾ ਰੇਸ਼ੋ ਆਫ ਇਨਕਮ ਆਫ ਏ ਐਂਡ ਬੀ ਆਫ ਲਾਸਟ ਈਅਰ। ਬੱਚੇ ਪਿਛਲੇ ਸਾਲ ਦੀ ਗੱਲ ਹੋ ਰਹੀ ਹੈ, ਕਹਿੰਦੇ ਏ ਤੇ ਬੀ ਦੀਆਂ ਪਿਛਲੇ ਸਾਲ ਦੀਆਂ ਇਨਕਮਸ ਕੀ ਨੇ 12:25 ਦੇ ਵਿੱਚ ਨੇ। ਦਾ ਰੇਸ਼ੋ ਆਫ ਲਾਸਟ ਈਅਰਸ ਇਨਕਮ ਐਂਡ ਕਰੰਟ ਈਅਰਸ ਇਨਕਮ ਆਫ ਏ ਐਂਡ ਬੀ ਇਜ਼ 4:7 ਐਂਡ 5:2 ਰਿਸਪੈਕਟਿਵਲੀ। ਬੱਚੇ ਇੰਟਰਸਟਿੰਗ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ 2 ਜਾਣੇ ਨੇ ਏ ਤੇ ਬੀ, ਉਹਨਾਂ ਦੀ ਪਿਛਲੇ ਸਾਲ ਦੀ ਇਨਕਮ ਕੀ ਸੀ 12:25, ਮਤਲਬ ਆਪਾਂ ਏ ਦੀ ਇਨਕਮ 12 ਤੇ ਬੀ ਦੀ 25 ਮੰਨ ਲੈਂਦੇ ਆ ਪਿਛਲੇ ਸਾਲ। ਫਿਰ ਅੱਗੇ ਕਹਿੰਦਾ ਦਾ ਰੇਸ਼ੋ ਆਫ, ਅੱਗੇ ਕਾਹਦੀ ਰੇਸ਼ੋ ਦਿੱਤੀ ਹੈ ਲਾਸਟ ਈਅਰਸ ਇਨਕਮ ਐਂਡ ਕਰੰਟ ਈਅਰਸ ਇਨਕਮ ਆਫ ਏ, ਉਹ 4:7 ਹੈ, ਐਂਡ ਆਫ ਬੀ ਉਹ 5:2 ਹੈ। ਕਿ ਏ ਦੀ ਪਿਛਲੇ ਸਾਲ ਦੀ ਇਨਕਮ ਤੇ ਐਤਕੀ ਦੀ ਇਨਕਮ 4:7 ਚ ਹੈ, ਬੀ ਦੀ ਪਿਛਲੇ ਸਾਲ ਲਾਸਟ ਈਅਰਸ ਐਂਡ ਇਸ ਸਾਲ ਦੀ ਇਨਕਮ 5:2 ਦੇ ਵਿੱਚ ਹੈ। ਐਗਜ਼ਾਮੀਨਰ ਕਹਿੰਦਾ ਦਾ ਸਮ ਆਫ देयर ਕਰੰਟ ਇਨਕਮਸ ਇਜ਼ 31,000 ਰੁਪਏ। ਤਾਂ ਦੱਸੋ ਏ ਦੀ ਕਰੰਟ ਇਨਕਮ ਕਿੰਨੀ ਹੈ। ਤਾਂ ਬੱਚੇ ਆਹ ਦੇਖੋ, ਆਹ ਏ ਆ, ਆਹ ਬੀ ਆ। ਇਸ ਕੁਐਸਚਨ ਦੇ ਵਿੱਚ ਇਹ ਮੈਂ ਸਿੰਪਲ ਕੁਐਸਚਨ ਲੈ ਕੇ ਆਇਆ ਜਿਹਦੀ ਕੈਲਕੂਲੇਸ਼ਨ ਆਸਾਨ ਹੋਊਗੀ। ਇਸ ਤੋਂ ਅਗਲੇ 2 ਕੁਐਸਚਨ ਤੁਸੀਂ ਦੇਖੋਗੇ ਜਿੱਥੇ ਕੈਲਕੂਲੇਸ਼ਨ ਵੀ ਥੋੜੀ ਜਿਹੀ ਟਿਪੀਕਲ ਹੋ ਜੂਗੀ, ਤਾਂ ਬਿਲਕੁਲ ਸੇਮ ਕੁਐਸਚਨ ਹੋਣਗੇ, ਬਸ ਫਿਗਰਸ ਚੇਂਜ ਹੋਣਗੇ, ਰੇਸ਼ੋ ਅਲੱਗ ਹੋਣਗੀਆਂ, ਕੈਲਕੂਲੇਸ਼ਨ ਔਖੀ ਹੋ ਜੂ। ਤਾਂ ਉੱਥੇ ਕੀ ਜਗਾੜ ਲਾਉਣਾ ਆਪਾਂ ਥੋੜਾ ਜਿਹਾ ਧਿਆਨ ਨਾਲ ਦੇਖੋ। ਇਹ ਸਿੰਪਲ ਕੁਐਸਚਨ ਹੈ। ਤਾਂ ਬੱਚੇ ਆਹ ਲਾਸਟ ਈਅਰ ਹੈ, ਆਹ ਕਰੰਟ ਈਅਰ ਹੈ। ਐਗਜ਼ਾਮੀਨਰ ਨੇ ਪਹਿਲਾਂ ਤਾਂ ਕਹਿਤਾ ਕਿ ਲਾਸਟ ਈਅਰ ਦੀ ਇਨਕਮ ਕੀ ਹੈ 12 ਤੇ 25। ਤਾਂ ਏ ਦੀ ਪਿਛਲੇ ਸਾਲ ਇਨਕਮ 12 ਰੁਪਏ ਸੀ, ਐਤਕੀ 25 ਰੁਪਏ ਹੈ। ਐਤਕੀ ਏ ਦੀ ਪਿਛਲੇ ਸਾਲ ਇਨਕਮ 12 ਸੀ ਤੇ ਬੀ ਦੀ 25 ਸੀ। ਐਗਜ਼ਾਮੀਨਰ ਕਹਿੰਦਾ ਏ ਦੀ ਪਿਛਲੇ ਸਾਲ ਤੇ ਇਸ ਸਾਲ ਦੀ 4:7 ਹੈ, ਯਾਨੀ ਕਿ ਪਿਛਲੇ ਸਾਲ 4 ਸੀ ਐਤਕੀ 7 ਹੈ, ਤੇ ਉਸੇ ਤਰ੍ਹਾਂ ਬੀ ਦੀ 5:2 ਹੈ, ਪਿਛਲੇ ਸਾਲ 5 ਸੀ ਤੇ ਐਤਕੀ 2 ਹੈ, ਘਟ ਗਈ। ਤਾਂ ਬੱਚੇ ਏ ਦੀ ਇਨਕਮ ਜਿਹੜੀ ਪਿਛਲੇ ਸਾਲ 4 ਸੀ ਉਹ ਤਾਂ 12 ਰੁਪਏ ਦਿੱਤੀ ਹੋਈ ਹੈ, ਤਾਂ ਐਤਕੀ 7 ਕੀ ਹੋ ਜੂਗੀ, ਜੇ 4 ਦੀ ਵੈਲਿਊ 12 3 ਗੁਣਾ ਕਰਕੇ ਆ ਰਹੀ ਹੈ ਤਾਂ 7 ਦੀ ਵੈਲਿਊ ਵੀ ਤਾਂ 3 ਗੁਣਾ ਕਰਕੇ ਆ ਜੂਗੀ 21। ਉਸੇ ਤਰ੍ਹਾਂ ਬੀ ਦੀ ਪਿਛਲੇ ਸਾਲ 5 ਸੀ, ਉਹ 25 ਰੁਪਏ ਦਿੱਤੀ ਆ, ਤਾਂ 2 ਦੀ ਕੀ ਹੋਊਗੀ, ਜੇ 5 ਦੀ ਵੈਲਿਊ 5 ਗੁਣਾ ਕਰਕੇ ਆ ਰਹੀ ਹੈ ਤਾਂ 2 ਦੀ ਵੀ ਤਾਂ 5 ਗੁਣਾ ਕਰਕੇ ਆ ਜੂਗੀ 10। ਤਾਂ ਬੱਚੇ ਏ ਤੇ ਬੀ ਦੀ
ਕਰੰਟ ਈਅਰ ਦੀ ਇਨਕਮ ਕੀ ਆ ਗਈ ਤੁਹਾਡੀ 21:10। 21:10 ਬਹੁਤ ਈਜ਼ੀਲੀ ਕਿਵੇਂ ਆ ਗਿਆ ਕਿ ਏ ਦੀ ਜਿਹੜੀ ਪਿਛਲੇ ਸਾਲ ਤੇ ਇਸ ਸਾਲ ਦੀ 4-7 ਦਿੱਤੀ ਹੈ ਉਹ 4 ਤੋਂ 12 ਈਜ਼ੀਲੀ ਬਣ ਰਿਹਾ ਹੈ। ਉਸੇ ਤਰ੍ਹਾਂ ਬੀ ਦੀ ਪਿਛਲੇ ਸਾਲ 5 ਦਿੱਤੀ, ਉਹ 5 ਤੋਂ 25 ਈਜ਼ੀਲੀ ਬਣ ਰਿਹਾ ਹੈ। ਤਾਂ 4 ਤੋਂ 12 3 ਗੁਣਾ, ਤਾਂ 7 ਦਾ 3 ਗੁਣਾ 21, 5 ਤੋਂ 25 5 ਗੁਣਾ, ਤਾਂ 2 ਦਾ 5 ਗੁਣਾ 10। ਇਹਨਾਂ ਦੀਆਂ ਕਰੰਟ ਈਅਰ ਦੀਆਂ ਇਨਕਮਸ ਆ ਗਿਆ 21:10, ਜਿਹਦਾ ਸਾਨੂੰ ਟੋਟਲ ਦਿੱਤਾ ਹੋਇਆ 31000 ਰੁਪਏ। ਰੇਸ਼ੋ 'ਚ ਟੋਟਲ ਕੀ ਹੈ 21 ਤੇ 10 ਦਾ 31 ਯੂਨਿਟ। ਰੇਸ਼ੋ 'ਚ ਟੋਟਲ ਕੀ ਹੈ 31 ਯੂਨਿਟ, ਉਹਦੀ ਵੈਲਿਊ 31000 ਹੈ, ਤਾਂ 1 ਯੂਨਿਟ ਦੀ ਵੈਲਿਊ 1000। ਸਾਨੂੰ ਕੀ ਪੁੱਛਿਆ ਕਰੰਟ ਇਨਕਮ ਆਫ ਏ, ਤਾਂ ਏ ਦੀ ਇਨਕਮ 21 ਹੈ, ਤਾਂ 21 ਦੀ ਵੈਲਿਊ 21000 ਬੱਚੇ ਤੁਹਾਡਾ ਆਨਸਰ ਆ ਜਾਊਗਾ ਸੀ ਆਪਸ਼ਨ। ਤਾਂ ਇੰਨੀ ਕੁ ਗੱਲ ਤਾਂ ਕਲੀਅਰ ਹੈ। ਇਹ ਤਾਂ ਸੀਗਾ ਸਿੰਪਲ ਕੁਐਸਚਨ। ਅਗਲੇ ਜਿਹੜੇ ਦੋ ਕੁਐਸਚਨ ਨੇ ਉਹਨਾਂ ਦੇ ਵਿੱਚ ਕੈਲਕੂਲੇਸ਼ਨ ਕਿੱਥੇ ਔਖੀ ਹੋ ਜੂ ਬੱਚੇ। ਇੱਥੇ ਤਾਂ 4 ਦੀ ਵੈਲਿਊ 12 ਬਣ ਗਈ, ਪਰ ਜੇ 12 ਦੀ ਥਾਂ ਤੇ 11 ਹੁੰਦਾ, ਜੇ ਬੱਚੇ 12 ਦੀ ਥਾਂ ਤੇ 11 ਹੁੰਦਾ, ਇੱਥੇ 5 ਤੋਂ 25 ਬਣ ਗਿਆ, ਪਰ ਜੇ 25 ਦੀ ਥਾਂ ਤੇ 23 ਹੁੰਦਾ, ਮਤਲਬ ਜਿਹੜੀ ਰੇਸ਼ੋ ਸਾਨੂੰ 12:25 ਦਿੱਤੀ ਹੈ ਉੱਥੇ 4 ਤੋਂ 12 ਬੜਾ ਆਰਾਮ ਨਾਲ 3 ਗੁਣਾ, ਤਾਂ 7 ਦਾ 3 ਗੁਣਾ, 5 ਤੋਂ 25 5 ਗੁਣਾ, 2 ਦਾ 5 ਗੁਣਾ। ਪਰ ਜੇ 12 ਦੀ ਥਾਂ ਤੇ 11 ਹੁੰਦਾ ਫਿਰ ਈਜ਼ੀਲੀ ਨਾ 4 ਤੋਂ 11 ਬਣਦਾ, 5 ਤੋਂ 23 ਨਾ ਬਣਦਾ। ਤਾਂ ਉੱਥੇ ਕੀ ਕਰਦੇ ਉਹ ਬੱਚੇ ਅਗਲੇ ਕੁਐਸਚਨਸ ਦੇ ਵਿੱਚ ਅਸੀਂ ਸਮਝਾਂਗੇ। ਔਖੀਆਂ ਕੈਲਕੂਲੇਸ਼ਨਸ। 1 ਈਅਰ ਅਗੋ, ਪਿਛਲੇ ਸਾਲ ਦਾ ਰੇਸ਼ੀਓ ਬਿਟਵੀਨ ਰਾਮਸ ਐਂਡ ਸ਼ਾਮਸ ਸੈਲਰੀਜ਼ ਵਾਸ 3:5। ਕਹਿੰਦੇ ਪਿਛਲੇ ਸਾਲ ਰਾਮ ਦੀ ਤੇ ਸ਼ਾਮ ਦੀ ਤਨਖਾਹ 3:5 ਸੀ। ਜਿਵੇਂ ਪਿਛਲੇ ਕੁਐਸਚਨ 'ਚ 12-25 ਸੀ, ਇੱਥੇ ਰਾਮ ਸ਼ਾਮ ਦੀ ਪਿਛਲੇ ਸਾਲ 3:5 ਸੀ। ਦਾ ਰੇਸ਼ੀਓ ਆਫ देयर ਇੰਡੀਵਿਜੂਅਲ ਸੈਲਰੀਜ਼ ਆਫ ਲਾਸਟ ਈਅਰ ਐਂਡ ਪ੍ਰੈਜ਼ੈਂਟ ਈਅਰ ਆਰ 2:3। ਰਾਮ ਦੀ ਪਿਛਲੇ ਤੋਂ ਐਤਕੀ 2:3 ਹੋਗੀ, ਤੇ ਸ਼ਾਮ ਦੀ ਪਿਛਲੇ ਸਾਲ ਤੋਂ ਐਤਕੀ 4:5 ਹੋਗੀ। ਇਫ देयर टोटल सैलरीज फॉर द प्रेजेंट ईयर इज 8600, फाइंड द प्रेजेंट सैलरी ऑफ राम। ਤਾਂ ਬੱਚੇ ਆ ਰਾਮ ਹੈ, ਆ ਸ਼ਾਮ ਹੈ। ਧਿਆਨ ਨਾਲ ਦੇਖੋ, ਉਹਨਾਂ ਦੀ ਕਹਿੰਦੇ ਪਿਛਲੇ ਸਾਲ ਦੀ ਸੈਲਰੀ, ਤਾਂ ਪਿਛਲੇ ਸਾਲ ਲਈ ਮੈਂ ਲਾਸਟ ਲਿਖ ਲੈਣਾ, ਐਤਕੀ ਲਈ ਮੈਂ ਪ੍ਰੈਜ਼ੈਂਟ ਲਿਖ ਲੈਣਾ, ਕਿਉਂਕਿ ਕੁਐਸਚਨ ਦੇ ਵਿੱਚ ਵੀ ਵਰਡ ਪ੍ਰੈਜ਼ੈਂਟ ਵਰਤਿਆ। ਤਾਂ ਪਿਛਲੇ ਸਾਲ ਰਾਮ ਦੀ ਸੈਲਰੀ ਸੀ 3 ਤੇ ਸ਼ਾਮ ਦੀ ਸੀ 5। 3:5 ਦਿੱਤਾ, 3:5। ਪਰ ਰਾਮ ਦੀ ਪਿਛਲੇ ਸਾਲ ਤੋਂ ਐਤਕੀ ਕੀ ਹੋਗੀ 2:3। ਪਿਛਲੇ ਸਾਲ 2 ਸੀ, ਐਤਕੀ 3 ਹੋਗੀ। ਸ਼ਾਮ ਦੀ ਪਿਛਲੇ ਸਾਲ ਤੋਂ ਐਤਕੀ ਹੋਗੀ 4:5। ਤਾਂ ਬੱਚੇ ਐਤਕੀ ਨਹੀਂ ਨਾ ਹੋ ਰਿਹਾ ਕਿ 2 ਦੀ ਵੈਲਿਊ 3 ਹੈ, ਤਾਂ 3 ਦੀ ਵੈਲਿਊ ਦੱਸੋ ਜੀ। 2 ਦੀ ਵੈਲਿਊ 3 ਵੀ ਚਲੋ ਹਲੇ ਪਤਾ ਲੱਗ ਰਿਹਾ ਵੀ ਥੋੜਾ ਜਿਹਾ 1.5 ਗੁਣਾ ਹੈ, 3 ਦੀ 1.5 ਗੁਣਾ 4.5 ਲਿਖਾਂਗੇ, ਡੈਸੀਮਲ 'ਚ ਤਾਂ ਕੈਲਕੂਲੇਸ਼ਨ ਔਖੀ ਹੋ ਜੂ। ਔਖਾ। 4 ਦੀ ਵੈਲਿਊ ਜੀ 5 ਹੈ, 4 ਦੀ ਵੈਲਿਊ ਜੇ 5 ਹੈ, 4 ਤੋਂ 5 ਤਾਂ ਬਣਦਾ ਨਹੀਂ, 5 ਦੀ ਥਾਂ ਤੇ 8 ਲਿਖਿਆ ਹੁੰਦਾ ਥੋੜਾ ਸੌਖਾ ਹੋ ਜਾਂਦਾ। 4 ਦੀ ਵੈਲਿਊ 8 ਹੈ, 2 ਗੁਣਾ, ਤਾਂ 5 ਦਾ 2 ਗੁਣਾ 10 ਲਿਖ ਦਿੰਦੇ। 4 ਦੀ 16 ਲਿਖੀ ਹੁੰਦੀ, 5 ਦੀ 20 ਲਿਖ ਦਿੰਦੇ। 2 ਦੀ 3 ਦੀ ਥਾਂ ਤੇ 2 ਦੀ ਵੈਲਿਊ 6 ਲਿਖੀ ਹੁੰਦੀ, ਤਾਂ 3 ਦੀ 9 ਲਿਖ ਦਿੰਦੇ। ਪਰ ਹੁਣ 2 ਦਾ ਸਿੱਧਾ ਮਲਟੀਪਲ ਨਹੀਂ ਹੈਗਾ, 4 ਦਾ ਸਿੱਧਾ ਮਲਟੀਪਲ ਨਹੀਂ ਹੈਗਾ। ਤਾਂ ਇਸ ਕੈਲਕੂਲੇਸ਼ਨ ਨੂੰ ਸੌਖਾ ਕਰਨ ਲਈ, ਜਿਵੇਂ ਪਿਛਲਾ ਕੁਐਸਚਨ ਬਹੁਤ ਈਜ਼ੀਲੀ ਹੋ ਗਿਆ, ਇਹਨੂੰ ਵੀ ਈਜ਼ੀ ਕਰਨ ਦੇ ਲਈ ਬੱਚੇ ਆ ਜਿਹੜੀ ਰੇਸ਼ੀਓ ਹੈ ਤੁਹਾਡੀ, ਇਹਨੂੰ ਕੀ ਕਰ ਦੋ 2 ਤੇ 4 ਨਾਲ ਗੁਣਾ ਕਰ ਦੋ। 2 ਤੇ 4 ਯਾਨੀ ਕਿ 8 ਨਾਲ ਗੁਣਾ ਕਰ ਦੋ। ਤਾਂ 8 ਨਾਲ ਗੁਣਾ ਕੀਤਾ ਬੱਚੇ ਇਹ ਹੋ ਗਿਆ ਤੁਹਾਡਾ 24। 8 ਨਾਲ ਗੁਣਾ ਕੀਤਾ ਬੱਚੇ ਇਹ ਹੋ ਗਿਆ ਤੁਹਾਡਾ 40। ਤਾਂ ਜਿਹੜੀ ਅਸਲ 'ਚ ਰੇਸ਼ੋ 3:5 ਸੀ, ਉਹਨੂੰ ਅਸੀਂ 2 ਤੇ 4 ਦੋਹਾਂ ਨਾਲ ਗੁਣਾ ਕਰਤਾ, ਯਾਨੀ ਕਿ 8 ਨਾਲ ਗੁਣਾ ਕਰਤਾ, ਤਾਂ ਇਹ ਹੋ ਗਈ 24:40। ਤਾਂ ਹੁਣ ਦੇਖੋ 2 ਦੀ ਵੈਲਿਊ 24 ਹੈ ਬੱਚੇ। ਹੁਣ ਦੇਖੋ ਕੈਲਕੂਲੇਸ਼ਨ ਕਿੰਨੀ ਈਜ਼ੀ ਹੋ ਜੂ। 2 ਦੀ ਵੈਲਿਊ ਜੇ 24 ਹੈ 12 ਗੁਣਾ, ਤਾਂ 3 ਦੀ ਵੈਲਿਊ 12 ਗੁਣਾ ਕਰਕੇ ਆ ਗਈ 36। 4 ਦੀ ਵੈਲਿਊ 40 ਹੈ 10 ਗੁਣਾ, ਤਾਂ 5 ਦੀ ਵੈਲਿਊ ਵੀ 10 ਗੁਣਾ ਕਰਕੇ ਆ ਗਈ 50। ਤਾਂ ਬੱਚੇ ਹੁਣ ਉਹਨਾਂ ਦੀ ਇਨਕਮ ਦੀ ਰੇਸ਼ੋ ਕੀ ਆ ਗਈ ਪ੍ਰੈਜ਼ੈਂਟ ਈਅਰ 'ਚ ਉਹਨਾਂ ਦੀ ਇਨਕਮ ਦੀ ਰੇਸ਼ੋ ਆ ਗਈ 36:50, ਜਿਹਦਾ ਸਾਨੂੰ ਸਮ ਦਿੱਤਾ 8600। ਬੱਚੇ ਰੇਸ਼ੋ ਦੇ ਵਿੱਚ ਸਮ ਕਿੰਨਾ 36 ਤੇ 50 ਦਾ 86। ਰੇਸ਼ੋ 'ਚ ਸਮ 86 ਜੋ ਕਿ 8600 ਦੇ ਬਰਾਬਰ ਹੈ। ਤਾਂ 1 ਦੀ ਵੈਲਿਊ 100। ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਪ੍ਰੈਜ਼ੈਂਟ ਏਜ ਆਫ ਰਾਮ। ਰਾਮ ਦੀ ਪ੍ਰੈਜ਼ੈਂਟ ਏਜ 36 ਹੈ ਜੀ, 3600। ਆਨਸਰ ਕਿੰਨਾ ਆ ਜਾਊਗਾ ਤੁਹਾਡਾ ਸੈਕਿੰਡ ਆਪਸ਼ਨ 3600। ਤਾਂ ਬੱਚੇ ਇੰਨਾ ਕੁ ਈਜ਼ੀ ਕੁਐਸਚਨ ਹੈ। ਜੇ ਕਿਤੇ ਇਸ ਕੁਐਸਚਨ 'ਚ ਪਹਿਲੀ ਗੱਲ ਤਾਂ ਕੁਐਸਚਨ ਮੈਂ ਦਾਅਵੇ ਨਾਲ ਕਹਿੰਦਾ ਸਾਰੇ ਬੱਚਿਆਂ ਨੇ ਕਦੇ ਦੇਖਿਆ ਨਹੀਂ ਹੋਊਗਾ। ਕੁਝ ਬੱਚੇ ਹੋਣਗੇ ਜਿਨ੍ਹਾਂ ਨੇ ਇਹ ਕੁਐਸਚਨ ਕਦੇ ਨਹੀਂ ਦੇਖਿਆ, ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੱਸਦੇ ਜਾਓ। ਦੂਜੀ ਗੱਲ, ਜੇ ਕੁਝ ਬੱਚਿਆਂ ਨੇ ਦੇਖਿਆ ਤਾਂ ਇਹ ਨਹੀਂ ਪਤਾ ਹੋਣਾ ਕਿ ਇੱਥੇ ਔਖੀ ਕੈਲਕੂਲੇਸ਼ਨ ਨੂੰ ਸੌਖਾ ਕਿਵੇਂ ਕਰਨਾ। ਤਾਂ ਥੋੜੀ ਜਿਹੀ ਇਸ ਕਿਸਮ ਦੀ ਪ੍ਰੈਕਟਿਸ ਰੱਖਣੀ ਹੈ, ਤੇ ਇਸ ਕਿਸਮ ਦੀ ਪ੍ਰੈਕਟਿਸ ਕਰਾਉਣ ਦੇ ਲਈ ਮੈਂ ਇਹਨਾਂ ਦਾ ਤੀਜਾ ਕੁਐਸਚਨ ਵੀ ਲੈ ਕੇ ਆਇਆ। ਈਅਰ ਅਗੋ, 1 ਸਾਲ ਪਹਿਲਾਂ ਦਾ ਕੋਸਟ ਆਫ ਮਰੂਤੀ ਐਂਡ ਫੀਗੋ ਆਰ ਇਨ ਦਾ ਰੇਸ਼ੋ ਆਫ 3:4। ਕਹਿੰਦੇ ਪਿਛਲੇ ਸਾਲ ਮਰੂਤੀ ਤੇ ਫੀਗੋ ਦੀ ਕੀਮਤ ਕੀ ਸੀ 3:4 ਦੇ ਵਿੱਚ। ਦਾ ਰੇਸ਼ੋ ਆਫ ਪ੍ਰੈਜ਼ੈਂਟ, ਐਤਕੀ ਬੱਚੇ ਪ੍ਰੈਜ਼ੈਂਟ ਪਹਿਲਾਂ ਲਿਖਤਾ ਤੇ ਪਾਸਟ ਮਗਰੋਂ ਲਿਖਿਆ।
costs of Maruti and Figo are 5:4 and 3:2 respectively. If the sum of their present cost is 7.8 lakh, find the cost of Figo year ago. ਪ੍ਰੈਜ਼ੈਂਟ ਨਹੀਂ ਦੱਸਣੀ, ਪਿਛਲੇ ਸਾਲ ਦੀ ਦੱਸਣੀ ਆ। ਤਾਂ ਬੱਚੇ ਮਾਰਕਰ ਦਾ ਕਲਰ ਚੇਂਜ ਕਰਕੇ ਇੱਥੇ ਆਪਾਂ ਮਰੂਤੀ ਲਿਖ ਲੈਂਦੇ ਆ, ਨਾਲ ਹੀ ਆਪਾਂ ਫਿਗੋ ਲਿਖ ਲੈਂਦੇ ਆ। ਤਾਂ ਪਹਿਲਾਂ ਤਾਂ ਕਹਿੰਦੇ ਮਰੂਤੀ ਤੇ ਫਿਗੋ ਪਿਛਲੇ ਸਾਲ ਕੀ ਸੀ, ਆਪਾਂ ਪਹਿਲਾਂ ਲਾਸਟ ਈਅਰ ਲਿਖ ਲਈਏ, ਫਿਰ ਇੱਥੇ ਪ੍ਰੈਜ਼ੈਂਟ ਸ਼ਬਦ ਲਿਖਿਆ। ਹਾਂ, ਲਾਸਟ ਨਹੀਂ ਲਿਖਿਆ ਉਹਨਾਂ ਨੇ, ਪਾਸਟ ਲਿਖਿਆ ਤਾਂ ਪਾਸਟ ਲਿਖ ਲਿਆ ਤੇ ਪ੍ਰੈਜ਼ੈਂਟ ਲਿਖ ਲਿਆ। ਬੱਚੇ ਪਿਛਲੇ ਸਾਲ ਮਰੂਤੀ ਤੇ ਫਿਗੋ ਕਹਿੰਦੇ 3:4 ਚ ਸੀ, ਤਾਂ ਮਰੂਤੀ ਵਾਲੇ ਪਾਸੇ 3, ਫਿਗੋ ਵਾਲੇ ਪਾਸੇ 4 ਲਿਖ ਲਿਆ ਪਿਛਲੇ ਸਾਲ ਚ। ਫਿਰ ਉਹ ਕਹਿੰਦੇ ਕਿ ਕੱਲੀ ਮਰੂਤੀ ਹੈ ਜਿਹੜੀ ਉਹ ਪ੍ਰੈਜ਼ੈਂਟ ਤੇ ਪਾਸਟ ਚ ਕੀ ਹੈ 5:4, ਮਤਲਬ ਪ੍ਰੈਜ਼ੈਂਟ ਚ 5 ਹੈ, ਪਾਸਟ ਚ 4 ਹੈ। ਪ੍ਰੈਜ਼ੈਂਟ ਚ 5 ਹੈ, ਪਾਸਟ ਚ 4 ਹੈ। ਉਸੇ ਤਰ੍ਹਾਂ ਫਿਗੋ ਪ੍ਰੈਜ਼ੈਂਟ ਤੇ ਪਾਸਟ ਚ 3:2 ਹੈ, ਪ੍ਰੈਜ਼ੈਂਟ ਚ 3 ਹੈ, ਪਾਸਟ ਚ 2 ਹੈ। ਤਾਂ ਬੱਚੇ ਫਿਗੋ ਵਾਲੇ ਪਾਸੇ ਤਾਂ ਬਹੁਤ ਕਲੀਅਰ ਹੈ, 2 ਦੀ ਵੈਲਿਊ 4 ਹੈ ਤਾਂ 3 ਦੀ ਵੈਲਿਊ 6 ਲਿਖ ਲਾਂਗੇ। ਪਰ ਮਰੂਤੀ ਵਾਲੇ ਪਾਸੇ ਨਹੀਂ ਨਾ ਸੌਖਾ ਕਿ 4 ਦੀ ਵੈਲਿਊ 3 ਹੈ ਜੀ, 5 ਦੀ ਵੈਲਿਊ ਕੀ ਲਿਖਾਂਗੇ। ਤਾਂ ਸੌਖਾ ਕਰਨ ਦੇ ਲਈ ਇਹਨੂੰ ਪੂਰੀ ਰੇਸ਼ੋ ਨੂੰ 4 ਤੇ 2 ਨਾਲ ਗੁਣਾ ਕਰ ਦਿਓ। ਕੁਝ ਬੱਚੇ ਦੇ ਦਿਮਾਗ 'ਚ ਆਇਆ ਉਹ ਵੀ ਸਰ 2 ਨਾਲ ਕਰਨ ਦੀ ਕੀ ਲੋੜ ਹੈ, ਆਲਰੇਡੀ ਮਸਲਾ ਹੱਲ ਹੈ। ਨਾ ਕਰੋ ਸਰ ਜੂਗਾ, ਪਰ ਆਦਤ ਪਾ ਕੇ ਰੱਖੋ ਕਿ 4 ਤੇ 2 ਨਾਲ ਗੁਣਾ ਕਰਨਾ। ਇੱਧਰ 4 ਉੱਧਰ 2 ਯਾਨੀ ਕਿ 8 ਗੁਣਾ ਕਰਾਂਗੇ। 8 ਗੁਣਾ ਕੀਤਾ ਤਾਂ 24, 8 ਗੁਣਾ ਕੀਤਾ ਤਾਂ 32। ਤਾਂ ਹੁਣ ਬੱਚੇ ਇੱਥੇ ਰੇਸ਼ੋ ਕੀ ਬਣ ਜੂਗੀ, ਉੱਪਰ ਦੇਖੋ ਜੀ 4 ਦੀ ਵੈਲਿਊ 24 ਹੈ 6 ਗੁਣਾ, ਤਾਂ 5 ਦੀ ਵੈਲਿਊ 6 ਗੁਣਾ 30। 2 ਦੀ ਵੈਲਿਊ 32 ਹੈ 16 ਗੁਣਾ, 3 ਦਾ 16 ਗੁਣਾ 48। ਤਾਂ ਬੱਚੇ ਇਹਨਾਂ ਦੀ ਪ੍ਰੈਜ਼ੈਂਟ ਰੇਸ਼ਿਓ ਕੀ ਆ ਗਈ 30:48। ਸਾਨੂੰ ਕੀ ਦਿੱਤਾ, ਟੋਟਲ ਦਿੱਤਾ 7.8 ਲੱਖ। ਰੇਸ਼ਿਓ ਚ ਟੋਟਲ ਕੀ ਹੈ ਪ੍ਰੈਜ਼ੈਂਟ ਦਾ 30 ਤੇ 48 78। ਰੇਸ਼ਿਓ ਚ ਟੋਟਲ ਕੀ ਹੈ 78 ਯੂਨਿਟ। ਉਹਦੀ ਵੈਲਿਊ ਕਿੰਨੀ ਦਿੱਤੀ ਹੈ 7.8 ਲੱਖ। ਕਿੰਨਾ ਸੌਖਾ ਰਿਲੇਸ਼ਨ ਹੈ 78 ਡਿਵਾਈਡ ਬਾਈ 10 ਕਰੋ, ਡੈਸੀਮਲ ਲਾ ਕੇ ਲੱਖ ਲਾ ਦਿਓ। ਤਾਂ ਆਪਾਂ ਫਾਈਂਡ ਕਰਨੀ ਹੈ ਬੱਚੇ ਕਾਸਟ ਆਫ ਫਿਗੋ 1 ਈਅਰ ਅਗੋ। 1 ਸਾਲ ਪਹਿਲਾਂ ਫਿਗੋ ਕਿੰਨੀ ਹੈ, 1 ਸਾਲ ਪਹਿਲਾਂ ਫਿਗੋ 32 ਹੈ। ਜੇ 78 ਦੀ ਵੈਲਿਊ 7.8 ਲੱਖ ਹੈ ਤਾਂ 32 ਦੀ ਵੈਲਿਊ ਕੀ ਹੋ ਜੂ ਬੱਚੇ 3.2 ਲੱਖ। ਆਨਸਰ ਆ ਜਾਊਗਾ ਤੁਹਾਡਾ। ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੋਣਾ। ਕਮੈਂਟ ਸੈਕਸ਼ਨ ਦੇ ਵਿੱਚ ਪਲੀਜ਼ ਕਮੈਂਟ ਕਰ ਦਿਓ। ਫਸਟ ਆਪਸ਼ਨ ਇੱਥੇ ਤੁਹਾਡਾ ਆਨਸਰ ਆ ਗਿਆ। ਬੱਚੇ ਕਲੀਅਰ ਹੈ, ਪਲੀਜ਼ ਕਮੈਂਟ ਸੈਕਸ਼ਨ 'ਚ ਕਮੈਂਟ ਕਰਦੇ ਜਾਓ। ਸੈਸ਼ਨ ਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰਦੇ ਜਾਓ। ਆਪਾਂ ਅਗਲੇ ਕੁਐਸਚਨਸ ਤੇ ਆਉਂਦੇ ਹਾਂ। ਅਗਲਾ ਕੁਐਸਚਨ ਈਜ਼ੀ ਕੁਐਸਚਨ ਹੈ, ਪੰਜਾਬ ਦੇ ਪੁਰਾਣੇ ਪੇਪਰ 'ਚ ਆਇਆ ਹੋਇਆ, ਮਤਲਬ ਸੇਮ ਕੁਐਸਚਨ ਨਹੀਂ, 1-2 ਕੁਐਸਚਨ ਅੱਗੇ ਪੰਜਾਬ ਦੇ ਪੁਰਾਣੇ ਪੇਪਰ 'ਚ ਪੁੱਛਿਆ ਗਿਆ ਕੁਐਸਚਨ ਹੈ। ਤੇ ਮੈਂ ਜਿਹੜੀ PYQ ਦੀ ਸੀਰੀਜ਼ ਚਲਾਈ ਸੀ ਅਪ੍ਰੈਲ ਮਈ ਮਹੀਨੇ ਦੇ ਵਿੱਚ, ਉਹਦੇ ਵਿੱਚ ਵੀ ਕਰਾਇਆ ਸੀ। ਐਗਜ਼ਾਮੀਨਰ ਕਹਿੰਦਾ 1087 ਰੁਪਏ ਇਜ਼ ਡਿਵਾਈਡਡ ਅਮੰਗ 3 ਜਾਣੇ ABC ਸੱਚ ਦੈਟ ਇਫ 10 ਰੁਪਏ 12 ਰੁਪਏ ਐਂਡ 15 ਰੁਪਏ ਆਰ ਡਿਮਿਨਿਸ਼ਡ ਫਰੋਮ ਦ ਸ਼ੇਅਰਸ ਆਫ A, B and C ਰਿਸਪੈਕਟਿਵਲੀ, ਦੈਨ ਦੇਅਰ ਰਿਮਾਈਂਡਰਸ ਜਿਹੜੇ ਪੈਸੇ ਬਚ ਗਏ ਵਿਲ ਬੀ ਇਨ ਦਾ ਰੇਸ਼ੋ 5:7:9। ਵਟ ਇਜ਼ ਦਾ ਸ਼ੇਅਰ ਆਫ B। ਐਗਜ਼ਾਮੀਨਰ ਕਹਿੰਦਾ A, B ਤੇ C ਦੇ ਵਿੱਚ ਅਸੀਂ 1087 ਰੁਪਏ ਵੰਡੇ ਤੇ ਪੈਸੇ ਇਸ ਤਰ੍ਹਾਂ ਵੰਡੇ ਕਿ ਉਹਦੇ ਵਿੱਚੋਂ 1087 ਚ ਕੁਝ A, ਕੁਝ B, ਕੁਝ C ਨੂੰ ਮਿਲੇ ਹੋਣਗੇ। ਕਹਿੰਦੇ ਪੈਸੇ ਇਸ ਤਰ੍ਹਾਂ ਵੰਡੇ ਕਿ ਜੇ A ਦੇ ਹਿੱਸੇ ਚੋਂ 10 ਰੁਪਏ ਘਟਾ ਦਈਏ, B ਚੋਂ 12 ਘਟਾ ਦਈਏ, C ਚੋਂ 15 ਘਟਾ ਦਈਏ, ਤਾਂ ਇੰਨੇ ਪੈਸੇ ਘਟਾ ਕੇ ਜੋ ਪਿੱਛੇ ਬਚ ਗਿਆ ਉਹ 5:7:9 ਦੇ ਵਿੱਚ ਹੈ। ਤਾਂ ਬੱਚੇ 5:7:9 ਕਾਹਦੀ ਰੇਸ਼ੋ ਹੈ, A ਦੇ ਅਸਲ ਦੇ ਵਿੱਚੋਂ 10 ਰੁਪਏ ਘਟਾ ਕੇ ਉਹਨੂੰ ਮੈਂ A ਡੈਸ਼ ਲਿਖਤਾ। B A ਡੈਸ਼ ਕਾਹਨੂੰ ਲਿਖਣਾ ਬੱਚੇ, ਸੌਖਾ ਕਰਕੇ ਤੁਸੀਂ ਉਹਨੂੰ A-10 ਲਿਖੋ। A ਡੈਸ਼ ਲਿਖ ਲਓ, A-10 ਲਿਖ ਲਓ, ਨਹੀਂ ਤਾਂ B ਨੂੰ ਤੁਸੀਂ B-12 ਲਿਖੋ, C ਨੂੰ ਤੁਸੀਂ C-15 ਲਿਖੋ। ਇਸ ਤਰ੍ਹਾਂ ਲਿਖਣ ਦੀ ਆਦਤ ਪਾਓ। ਤਾਂ ਬੱਚੇ A ਦੇ 10, B ਦੇ 12, C ਦੇ 15 ਘਟਾ ਕੇ ਉਹ 5:7:9 ਦੇ ਵਿੱਚ। ਤਾਂ 5:7:9 ਦਾ ਟੋਟਲ ਕੀ ਹੈ ਬੱਚੇ, A, B ਤੇ C ਦਾ ਟੋਟਲ ਤਾਂ 1087 ਹੈ। ਪਰ ਜੇ A ਦੇ 10, B ਦੇ 12, C ਦੇ 15 ਘਟਾ ਦਈਏ ਤਾਂ 10, 12 ਤੇ 15 ਯਾਨੀ ਕਿ 37 ਰੁਪਏ ਘਟਾ ਦਈਏ ਤਾਂ 37 ਰੁਪਏ ਘਟਾ ਕੇ ਸਮ ਕਿੰਨਾ ਰਹਿ ਗਿਆ 1050। ਤਾਂ ਇਹਦਾ ਮਤਲਬ ਇਹਦਾ ਸਮ ਕੀ ਹੈ 1050। ਰੇਸ਼ੋ ਚ ਸਮ ਕੀ ਹੈ 7, 5, 12, 9, 21। ਰੇਸ਼ੋ ਚ ਸਮ 21 ਯੂਨਿਟ। 21 ਯੂਨਿਟ ਦੀ ਵੈਲਿਊ 1050। 21 ਨਾਲ ਡਿਵਾਈਡ ਕਰਾਂਗੇ ਤਾਂ 1 ਦੀ ਵੈਲਿਊ 50 ਰੁਪਏ। ਕਿਹਦਾ ਸ਼ੇਅਰ ਫਾਈਂਡ ਕਰਨਾ ਹੈ, B ਦਾ ਐਕਚੁਅਲ ਸ਼ੇਅਰ ਫਾਈਂਡ ਕਰਨਾ ਹੈ। ਤਾਂ ਬੱਚੇ B ਦਾ ਸ਼ੇਅਰ ਕੀ ਹੈ 7, 1 ਦੀ ਵੈਲਿਊ 50 ਹੈ ਤਾਂ 7 ਦੀ ਵੈਲਿਊ 350। ਤਾਂ 350 ਕੀ ਆ ਗਿਆ B-12। ਇਹ 350 ਆਇਆ ਤਾਂ B ਦੀ ਵੈਲਿਊ 12 ਜੋੜ ਦੋ 362। ਤੁਹਾਡਾ ਆਨਸਰ ਆ ਜਾਊਗਾ C ਆਪਸ਼ਨ। ਕਲੀਅਰ ਹੈ ਬੱਚੇ ਸਾਰਿਆਂ ਨੂੰ। ਜਿਹੜੀ 7 ਦੀ ਵੈਲਿਊ ਤੁਸੀਂ 350 ਕੱਢਿਓ, B ਦੀ ਵੈਲਿਊ ਨਹੀਂ ਆਈ, B ਦੇ 12 ਰੁਪਏ ਕੱਢ ਕੇ 350 ਬਣਿਆ ਤਾਂ B ਦੀ ਵੈਲਿਊ 12 ਉਧਰ ਜੁੜ ਜਾਣਗੇ 362 ਆਨਸਰ ਆ ਜਾਊਗਾ ਬੱਚੇ। ਇਹੋ ਜਿਹਾ ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰ 'ਚ ਆਇਆ ਹੋਇਆ ਤੇ
ਪੁਰਾਣੇ ਪੇਪਰ ਵਾਲਾ PYQ ਵਾਲਾ ਕੁਐਸਚਨ ਨਹੀਂ ਮੈਂ ਲੈ ਕੇ ਆਇਆ, ਉਹਦੇ ਨਾਲ ਮਿਲਦੇ ਜੁਲਦੇ ਆ ਦੋ ਕੁਐਸਚਨ ਲੈ ਕੇ ਆਇਆ। ਅਗਲਾ ਕੁਐਸਚਨ ਦੇਖ ਲਓ। The sum of rupees 2495 2495 is divided among A, B and C such that if we decrease rupees 15 of share of A, rupees 30 from B and rupees 50 from C, then the ratio becomes 3:2:7. What is the share of C? ਇੰਨੀ ਗੱਲ ਕਲੀਅਰ ਆ ਕਿ A, B ਤੇ C ਦੇ ਵਿੱਚ ਅਸੀਂ ਕੀ ਵੰਡਿਆ 2495 ਰੁਪਏ। ਉਹ ਕਹਿੰਦਾ ਉਹਦੇ ਵਿੱਚੋਂ ਜੇ A ਦੇ 15 ਰੁਪਏ ਘਟਾ ਦਈਏ, B ਦੇ 30 ਰੁਪਏ ਘਟਾ ਦਈਏ ਤੇ C ਦੇ 50 ਰੁਪਏ ਘਟਾ ਦਈਏ ਤਾਂ ਉਹ ਕੀ ਹੈ, ਉਹ 3:2:7 ਦੇ ਵਿੱਚ ਹੈ। ਤਾਂ ਬੱਚੇ ਇਹਦੀ ਰੇਸ਼ੋ 3:2:7 ਹੈ। ਤਾਂ ਜਿਹਦੀ ਰੇਸ਼ੋ ਤੁਹਾਡੇ ਸਾਹਮਣੇ 3:2:7 ਹੈ, ਉਹਦਾ ਸਮ ਕੀ ਹੈ ਬੱਚੇ? ਐਕਚੁਅਲ ਸਮ ਤਾਂ 2495 ਹੈ, ਪਰ ਉਹਦੇ ਵਿੱਚੋਂ A ਦੇ 15, B ਦੇ 30 ਤੇ C ਦੇ 50 ਘਟਾਈਏ ਤਾਂ 95 ਰੁਪਏ ਘਟ ਗਏ। 95 ਰੁਪਏ ਘਟ ਕੇ ਸਮ ਰਹਿ ਗਿਆ 2400 ਰੁਪਏ। ਰੇਸ਼ੋ ਦੇ ਵਿੱਚ ਸਮ ਕਿੰਨਾ? 7 3 10 2 12। ਰੇਸ਼ੋ ਦੇ ਵਿੱਚ ਸਮ ਹੈ 12 ਯੂਨਿਟ, ਜਿਹਦੀ ਵੈਲਿਊ 2400 ਰੁਪਏ ਹੈ। ਜੇ 12 ਦੀ ਵੈਲਿਊ 2400 ਹੈ ਤਾਂ 1 ਦੀ ਵੈਲਿਊ 200 ਆ ਗਈ। ਆਪਾਂ ਕੀ ਫਾਈਂਡ ਕਰਨਾ? C ਦਾ ਸ਼ੇਅਰ 7 ਦੀ ਵੈਲਿਊ। ਜੇ 1 ਦੀ ਵੈਲਿਊ 200 ਹੈ ਤਾਂ 7 ਦੀ ਵੈਲਿਊ 1400, ਪਰ 1400 ਕੀ ਆਇਆ? C - 50 1400 ਆਇਆ। C - 50 1400 ਹੈ ਤਾਂ C ਦੀ ਵੈਲਿਊ ਬੱਚੇ ਆ ਗਈ ਤੁਹਾਡੀ D ਆਪਸ਼ਨ 1450। ਤਾਂ ਬੱਚੇ ਇਹੋ ਜਿਹਾ ਕੁਐਸਚਨ ਪੰਜਾਬ ਦੇ ਪੁਰਾਣੇ ਪੇਪਰਾਂ 'ਚ ਪੁੱਛਿਆ ਗਿਆ ਕੁਐਸਚਨ ਹੈ। ਮੈਂ ਪੁਰਾਣੇ ਪੇਪਰ ਵਾਲਾ ਕੁਐਸਚਨ ਨਹੀਂ ਲੈ ਕੇ ਆਇਆ, ਪਰ ਉਹਦੇ ਨਾਲ ਦੇ ਮਿਲਦੇ ਜੁਲਦੇ ਆ ਦੋ ਕੁਐਸਚਨ ਤੁਹਾਨੂੰ ਕਰਾਏ ਨੇ। ਅਗਲਾ ਕੁਐਸਚਨ ਦੇਖੋ ਜੀ। ਅਗਲਾ ਕੁਐਸਚਨ ਬੱਚੇ ਇੰਟਰਸਟਿੰਗ ਹੈ। ਜਿਹੜੇ ਬੱਚਿਆਂ ਨੇ ਆਪਣਾ ਸਕਸੈਸ ਟਰੀ ਦਾ ਮਾਸਟਰ ਕੋਰਸ ਦਾ ਬੈਚ ਲਾਇਆ ਹੈ ਜਾਂ ਕੱਲਾ ਮੈਥ ਵਾਲਾ ਕੋਰਸ ਕੀਤਾ ਹੈ, ਉਹਦੇ ਵਿੱਚ ਮੈਂ ਕੁਐਸਚਨ ਕਰਵਾਉਣਾ ਹੁੰਦਾ। ਦਾ ਪ੍ਰਾਈਸ ਆਫ ਅ ਪ੍ਰੀਸ਼ੀਅਸ ਸਟੋਨ ਵੇਰੀਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਸਕੁਆਇਰ ਆਫ ਇਟਸ ਵੇਟ। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਇੱਕ ਬਹੁਤ ਕੀਮਤੀ ਪੱਥਰ ਆ ਤੇ ਉਹਦੀ ਕੀਮਤ ਕਿੰਨੀ ਹੈ, ਉਹਦਾ ਪ੍ਰਾਈਸ ਕੀ ਹੈ? ਉਹਦਾ ਪ੍ਰਾਈਸ ਵੇਰੀ ਕਰਦਾ ਕਿਹਦੇ ਹਿਸਾਬ ਨਾਲ? ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਸਕੁਆਇਰ ਆਫ ਇਟਸ ਵੇਟ। ਕਿ ਭਾਈ ਜਿੰਨਾ ਉਹਦਾ ਵੇਟ ਹੈ, 1 ਹੈ 2 ਹੈ 5 ਹੈ 8 ਹੈ 10 ਹੈ, ਜਿੰਨਾ ਉਹਦਾ ਵੇਟ ਹੈ ਉਹਦੇ ਵੇਟ ਦੇ ਸਕੁਆਇਰ ਦੇ ਹਿਸਾਬ ਨਾਲ ਪ੍ਰਾਈਸ ਵੇਰੀ ਕਰਦਾ। ਤੇ ਐਗਜ਼ਾਮੀਨਰ ਕਹਿੰਦਾ ਦਾ ਸਟੋਨ ਐਕਸੀਡੈਂਟਲੀ ਫਾਲਸ ਔਨ ਦਾ ਗਰਾਊਂਡ ਐਂਡ ਬ੍ਰੇਕਸ ਇਨਟੂ 2 ਪੀਸਿਸ ਇਨ ਦਾ ਰੇਸ਼ੋ 2:3, thereby loses its price by 6480. Find the original price of the stone. ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਇੱਕ ਕੀਮਤੀ ਪੱਥਰ ਹੈ ਜਿਹਦਾ ਪ੍ਰਾਈਸ ਕਿਵੇਂ ਵੇਰੀ ਕਰਦਾ ਹੈ? ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਸਕੁਆਇਰ ਆਫ ਇਟਸ ਵੇਟ। ਉਹਦੇ ਵੇਟ ਦੇ ਸਕੁਆਇਰ ਦੇ ਬਰਾਬਰ ਹੈ ਪ੍ਰਾਈਸ ਉਹਦਾ। ਤੇ ਉਹ ਪੱਥਰ ਕਹਿੰਦੇ ਸਾਡੇ ਤੋਂ ਗਲਤੀ ਨਾਲ ਡਿੱਗ ਗਿਆ ਤੇ ਡਿੱਗ ਕੇ ਦੋ ਹਿੱਸਿਆਂ 'ਚ ਟੁੱਟ ਗਿਆ 2:3 ਦੇ ਵਿੱਚ। ਤਾਂ ਟੁੱਟਣ ਤੋਂ ਬਾਅਦ ਕਹਿੰਦੇ ਉਹਦੀ ਕੀਮਤ ਜੇ 6480 ਰੁਪਏ ਘਟ ਗਈ, ਇੰਨਾ ਨੁਕਸਾਨ ਹੋ ਗਿਆ, ਤਾਂ ਉਹਦਾ ਓਰੀਜਨਲ ਪ੍ਰਾਈਸ ਦੱਸੋ। ਬੱਚੇ ਆਹ ਮੰਨ ਲਓ ਪੱਥਰ ਸਾਡੇ ਤੋਂ ਡਿੱਗ ਗਿਆ, ਆਹ ਪੱਥਰ ਡਿੱਗ ਗਿਆ ਤੇ ਆਹ ਦੋ ਹਿੱਸਿਆਂ ਦੇ ਵਿੱਚ ਟੁੱਟ ਗਿਆ। ਇਹ ਦੋ ਹਿੱਸੇ ਕੀ ਆ? ਇਹ ਦੋ ਹਿੱਸੇ ਨੇ 2:3 ਦੇ ਵਿੱਚ। ਇਹ ਦੋ ਹਿੱਸੇ ਕੀ ਆ? ਉਰਲਾ ਹਿੱਸਾ 2, ਪਰਲਾ ਹਿੱਸਾ 3। ਇਹਦਾ ਮਤਲਬ ਓਰੀਜਨਲ weight ਕੀ ਹੋਊਗਾ ਬੱਚੇ? ਜੇ ਟੁੱਟਣ ਤੋਂ ਬਾਅਦ ਉਹਦਾ weight ਇੱਕ ਦਾ 2 ਤੇ ਦੂਜੇ ਦਾ 3 ਹੈ ਤਾਂ ਟੁੱਟਣ ਤੋਂ ਪਹਿਲਾਂ ਇਕੱਠਾ 2 + 3 5 ਹੋਊਗਾ। ਤਾਂ ਇੰਨਾ ਪਤਾ ਲੱਗ ਗਿਆ ਕਿ ਓਰੀਜਨਲ weight ਕੀ ਹੋਊਗਾ? 2 ਤੇ 3 ਦਾ ਸਮ 5। ਤੇ ਜੇ weight ਇੰਨਾ ਹੈ, ਆਪਾਂ ਗੱਲ ਕਰਦੇ ਸੀ ਪ੍ਰਾਈਸ ਕੀ ਹੋਊਗਾ? ਪ੍ਰਾਈਸ ਹੋਊਗਾ ਬੱਚੇ weight ਦੇ ਸਕੁਆਇਰ ਦੇ ਬਰਾਬਰ। ਤਾਂ ਬੱਚੇ ਓਰੀਜਨਲ ਦਾ weight 5 ਹੈ, ਓਰੀਜਨਲ ਦਾ weight 5 ਹੈ ਤਾਂ ਪ੍ਰਾਈਸ ਕੀ ਹੋਊਗਾ? 5 ਦਾ ਸਕੁਆਇਰ 25। ਟੁੱਟਣ ਤੋਂ ਬਾਅਦ weight ਕੀ ਰਹਿ ਗਿਆ? 2 ਤੇ 3। 2 ਵਾਲੇ ਦਾ weight ਕੀ ਹੋ ਗਿਆ? 2 ਵਾਲੇ ਦਾ ਪ੍ਰਾਈਸ ਕੀ ਹੋ ਗਿਆ? 2 ਦਾ ਸਕੁਆਇਰ। 3 ਵਾਲੇ ਦਾ ਪ੍ਰਾਈਸ ਕੀ ਹੋ ਗਿਆ? 3 ਦਾ ਸਕੁਆਇਰ। ਤਾਂ ਜੋੜ ਕੇ ਕਿੰਨਾ ਹੋ ਗਿਆ? 13। ਤਾਂ ਬੱਚੇ ਓਰੀਜਨਲ ਦਾ weight 5 ਸੀ ਤਾਂ ਪ੍ਰਾਈਸ 5 ਸਕੁਆਇਰ। ਟੁੱਟਣ ਤੋਂ ਬਾਅਦ 2 ਤੇ 3, 2 ਵਾਲੇ ਦਾ 2 ਸਕੁਆਇਰ, 3 ਵਾਲੇ ਦਾ 3 ਸਕੁਆਇਰ, ਯਾਨੀ ਕਿ 4 3 13। ਤਾਂ ਬੱਚੇ ਕਿੰਨਾ ਨੁਕਸਾਨ ਹੋ ਗਿਆ? 25 ਤੋਂ 13 ਰਹਿ ਗਿਆ। 25 ਤੋਂ 13 ਕਿੰਨਾ ਨੁਕਸਾਨ ਹੋ ਗਿਆ? 12 ਯੂਨਿਟ। ਤੇ ਐਗਜ਼ਾਮੀਨਰ ਕਹਿੰਦਾ 12 ਯੂਨਿਟ ਦੀ ਵੈਲਿਊ ਕੀ ਹੈ? 6480। ਜੇ 12 ਯੂਨਿਟ 6480 ਹੈ ਤਾਂ 1 ਯੂਨਿਟ ਕੀ ਹੈ? 540। 1 ਯੂਨਿਟ 540 ਤਾਂ ਓਰੀਜਨਲ ਪ੍ਰਾਈਸ ਕੀ ਹੈ? ਓਰੀਜਨਲ ਪ੍ਰਾਈਸ ਆ ਸੀ। ਆ ਬੱਚੇ ਓਰੀਜਨਲ weight ਹੈ ਨਾ, ਜੇ ਓਰੀਜਨਲ weight ਹੈ ਤਾਂ ਓਰੀਜਨਲ ਪ੍ਰਾਈਸ 25 ਹੈ। 1 ਦੀ ਵੈਲਿਊ 540 ਤਾਂ 25 ਦੀ ਵੈਲਿਊ 25 ਗੁਣਾ 540, ਆਨਸਰ ਆ ਗਿਆ 13500। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਕੀ ਹੈ ਤੁਹਾਡਾ? ਸੈਕਿੰਡ ਆਪਸ਼ਨ 13500। ਤਾਂ ਇਹ ਆਪਾਂ ਆਪਣਾ ਜਿਹੜਾ ਸਿਲੇਬਸ ਕਵਰ ਕੀਤਾ ਸੀ ਉਹਦੇ ਵਿੱਚ ਵੀ ਇਹੋ ਜਿਹੇ 2-3 ਕੁਐਸਚਨ ਕੀਤੇ ਸੀ। ਤਾਂ ਕੁਐਸਚਨ ਦੇਖੋ ਅਗਲੇ। The price of a precious stone varies directly proportional to the square of its weight। ਇਹ ਗੱਲ ਤਾਂ ਸੇਮ ਹੈ ਕਿ ਭਾਈ ਪੱਥਰ ਦਾ ਪ੍ਰਾਈਸ ਕੀ ਹੈ?
ਉਹਦੇ weight ਦੇ ਸਕੁਅਰ ਦੇ ਬਰਾਬਰ। ਪੱਥਰ ਦਾ ਪ੍ਰਾਈਸ ਕੀ ਹੈ? weight ਦੇ ਸਕੁਅਰ ਦੇ ਬਰਾਬਰ। The stone accidentally falls on the ground and breaks into 3 pieces in the ratio 2:3:4। ਤਿੰਨ ਹਿੱਸਿਆਂ 'ਚ ਟੁੱਟ ਗਿਆ 2:3:4। ਟੁੱਟਣ ਤੋਂ ਪਹਿਲਾਂ ਇਹ ਤਿੰਨੇ ਬਰਾਬਰ ਹੋਣਗੇ। ਦੇਅਰ ਬਾਈ ਲੂਜ਼ਸ ਇਟਸ ਪ੍ਰਾਈਸ ਬਾਈ 1300 ਰੁਪਏ। ਐਗਜ਼ਾਮੀਨਰ ਕਹਿੰਦਾ ਓਰੀਜਨਲ ਪ੍ਰਾਈਸ ਦੱਸੋ। ਤਾਂ ਬੱਚੇ ਆ ਆਪਣਾ ਪੱਥਰ ਹੈ, ਇਹ ਤਿੰਨ ਹਿੱਸਿਆਂ 'ਚ ਟੁੱਟ ਗਿਆ। ਤਿੰਨ ਹਿੱਸੇ ਕਿਹੜੀ ਰੇਸ਼ੋ ਦੇ ਵਿੱਚ ਨੇ? 2:3:4 ਦੇ ਵਿੱਚ ਨੇ। ਤਾਂ ਟੁੱਟਣ ਤੋਂ ਪਹਿਲਾਂ ਓਰੀਜਨਲ weight ਕੀ ਹੋਊਗਾ? ਆ 2 3 4 ਇਕੱਠੇ ਹੋਣਗੇ। ਤਾਂ ਟੁੱਟਣ ਤੋਂ ਪਹਿਲਾਂ ਓਰੀਜਨਲ weight ਕੀ? 4 3 7 2 9। ਤਾਂ ਬੱਚੇ ਜੇ weight ਇੰਨਾ ਹੈ ਤਾਂ ਪ੍ਰਾਈਸ ਕਿੰਨਾ ਹੋਊਗਾ ਉਹ ਆਪਾਂ ਇੱਥੋਂ ਦੇਖ ਲਾਂਗੇ। weight ਕਿੰਨਾ ਓਰੀਜਨਲ ਲਿਖਦੇ ਆ ਜੀ ਪਹਿਲਾਂ। ਓਰੀਜਨਲ weight ਹੈ 9, ਤਾਂ ਪ੍ਰਾਈਸ ਕਿੰਨਾ ਹੋ ਗਿਆ ਤੁਹਾਡਾ? 81। ਪਰ ਟੁੱਟਣ ਤੋਂ ਬਾਅਦ weight 9 ਨਹੀਂ ਰਿਹਾ, ਕੀ ਬਣ ਗਿਆ? 2 3 ਤੇ 4। ਤਾਂ 2 ਵਾਲੇ ਦਾ ਪ੍ਰਾਈਸ 2 ਸਕੁਅਰ, 3 ਵਾਲੇ ਦਾ ਪ੍ਰਾਈਸ 3 ਸਕੁਅਰ, 4 ਵਾਲੇ ਦਾ ਪ੍ਰਾਈਸ 4 ਸਕੁਅਰ, ਜਿਹੜਾ ਕਿ ਜੋੜ ਕੇ ਕੀ ਬਣ ਗਿਆ? 16 3 25 ਤੇ 4 29। ਤਾਂ ਬੱਚੇ ਕਿੰਨਾ ਨੁਕਸਾਨ ਹੋ ਗਿਆ ਪ੍ਰਾਈਸ ਦਾ? 81 ਤੋਂ 29 ਰਹਿ ਗਿਆ, ਯਾਨੀ ਕਿ 52 ਯੂਨਿਟ ਦਾ ਨੁਕਸਾਨ ਹੋ ਗਿਆ ਰੇਸ਼ੋ 'ਚ। ਰੇਸ਼ੋ 'ਚ 52 ਦਾ ਨੁਕਸਾਨ ਕੀ ਹੈ? ਅਸਲ 'ਚ 1300 ਰੁਪਏ ਦੇ ਬਰਾਬਰ। ਜੇ 52 ਦੀ ਵੈਲਿਊ 1300 ਹੈ ਤਾਂ 1 ਦੀ ਵੈਲਿਊ ਕੀ ਹੋਗੀ? ਡਿਵਾਈਡ ਬਾਈ 52। 13 ਦੇ ਟੇਬਲ 'ਚ 100, 13 ਦੇ ਟੇਬਲ 'ਚ 4, ਯਾਨੀ ਕਿ 1 ਦੀ ਵੈਲਿਊ ਹੋ ਗਈ 25। ਤਾਂ ਓਰੀਜਨਲ weight ਫਾਈਂਡ ਕਰਨਾ 81। 1 ਦੀ ਵੈਲਿਊ ਜੇ 25 ਹੈ ਤਾਂ 81 ਦੀ ਵੈਲਿਊ 81 ਗੁਣਾ 25 2025 ਤੁਹਾਡਾ ਆਨਸਰ ਆ ਜਾਊਗਾ ਬੱਚੇ। ਫਸਟ ਆਪਸ਼ਨ ਆਨਸਰ ਆ ਗਿਆ ਇਸ ਕੁਐਸਚਨ ਦਾ। ਤਾਂ ਇਹ ਕੁਐਸਚਨ ਸੀ ਬੱਚੇ ਆਪਣਾ ਰੇਸ਼ੋ ਦੇ ਵਿੱਚ ਪ੍ਰੀਸ਼ੀਅਸ ਸਟੋਨ ਵਾਲਾ, ਜਿਹੜਾ ਮੈਂ ਕਹਿ ਰਿਹਾ ਕਿ ਆਪਾਂ ਜਿਹੜਾ ਮਾਸਟਰ ਕੋਰਸ ਦਾ ਬੈਚ ਚਲਾਇਆ ਸੀ ਸਕਸੈਸ ਟਰੀ ਦੇ ਉੱਤੇ ਪੇਡ ਬੈਚ, ਜਾਂ ਫਿਰ ਨਾਲ ਆਪਾਂ ਕੱਲੇ ਮੈਥ ਦਾ ਵੀ ਬੈਚ ਚਲਾਇਆ ਸੀ, ਉਹਦੇ ਵਿੱਚ ਰੇਸ਼ੋ ਚੈਪਟਰ 'ਚ ਕੁਐਸਚਨ ਕਰਾਏ ਸੀ ਅੱਜ ਤੋਂ 2 ਮਹੀਨੇ ਪਹਿਲਾਂ। ਇਹਦੇ ਨਾਲ ਇੱਕ ਕੁਐਸਚਨ ਮੈਂ ਹੋਰ ਲੈ ਕੇ ਆਇਆ ਜਿਹੜਾ ਉਹਦੇ ਵਿੱਚ ਵੀ ਨਹੀਂ ਸੀ ਕਰਾਇਆ। ਤਾਂ ਅਗਲਾ ਕੁਐਸਚਨ ਦੇਖੋ, ਇਹਦੇ ਵਿੱਚ ਵੀ ਥੋੜਾ ਜਿਹਾ ਟਿਪੀਕਲ ਕੁਐਸਚਨ। ਬੱਚੇ ਕੁਐਸਚਨ ਕੀ ਹੈ? ਦ ਕੋਸਟ ਆਫ ਦ ਪਲਾਈਬੋਰਡ ਵੇਰੀਜ਼ ਡਾਇਰੈਕਟਲੀ ਵਿਦ ਦ ਸਕੁਅਰ ਆਫ ਇਟਸ weight। ਕਹਿੰਦੇ ਪਲਾਈਬੋਰਡ ਦੀ ਕੋਸਟ ਕੀ ਹੈ? directly proportional to the square of its weight. The plywood is broken into 3 parts whose weight are in the ratio 9:2:1। ਕਹਿੰਦੇ plywood ਤਿੰਨ ਹਿੱਸੇ 'ਚ ਟੁੱਟ ਗਿਆ ਜਿਹਦਾ weight ਕੀ ਹੈ? 9:2:1। If plywood had been broken into another 3 parts whose weight are in the ratio 7:3:2। ਐਗਜ਼ਾਮੀਨਰ ਕਹਿੰਦਾ ਕਿ ਜੇ plywood ਇਹਨਾਂ ਤਿੰਨ ਹਿੱਸਿਆਂ 'ਚ ਟੁੱਟਣ ਦੀ ਜਗ੍ਹਾ ਇਹੋ ਜਿਹੇ ਤਿੰਨ ਹਿੱਸਿਆਂ 'ਚ ਟੁੱਟਦਾ ਤਾਂ then there would have been a further loss of ₹448। ਤਾਂ 448 ਰੁਪਏ ਦਾ ਹੋਰ ਨੁਕਸਾਨ ਹੋ ਜਾਂਦਾ। what is the actual cost of original plywood? ਤਾਂ ਆਪਾਂ original cost find ਕਰਨੀ ਆ। ਤਾਂ ਬੱਚੇ plywood ਕਿਹੜੇ ਹਿੱਸੇ 'ਚ ਟੁੱਟਿਆ? plywood ਟੁੱਟਿਆ 9:2:1। ਐਗਜ਼ਾਮੀਨਰ ਕਹਿੰਦਾ ਜੇ ਉਹਦੀ ਥਾਂ ਤੇ plywood ਟੁੱਟਦਾ 7:3:2 ਦੇ ਵਿੱਚ ਤਾਂ ਬੱਚੇ ਟੋਟਲ ਕਿੰਨਾ? ਟੋਟਲ ਇੱਥੇ ਵੀ 9 2 1 ਦਾ 12 ਹੈ, ਟੋਟਲ ਇੱਥੇ ਵੀ 12 ਹੈ। ਟੋਟਲ ਤਾਂ ਦੋਨੇ ਪਾਸੇ ਓਰੀਜਨਲ 12 ਹੀ ਬਣ ਰਿਹਾ ਹੈਗਾ। ਤਾਂ ਬੱਚੇ weight ਕਿੰਨਾ ਤਾਂ ਪ੍ਰਾਈਸ ਕਿੰਨਾ ਬਣ ਜਾਊਗਾ? ਓਰੀਜਨਲ ਕੱਢਦੇ ਆ ਪਹਿਲਾਂ। ਓਰੀਜਨਲ weight 12 ਹੈ ਤਾਂ ਪ੍ਰਾਈਸ 144 ਹੋ ਗਿਆ। ਆਪਾਂ 144 ਦੀ ਵੈਲਿਊ ਫਾਈਂਡ ਕਰਨੀ ਹੈ, ਓਰੀਜਨਲ ਕੋਸਟ ਫਾਈਂਡ ਕਰਨੀ ਹੈ, ਤਾਂ 144 ਦੀ ਵੈਲਿਊ ਫਾਈਂਡ ਕਰਨੀ ਹੈ। ਦਿੱਤਾ ਕੀ ਹੋਇਆ? ਪਹਿਲਾਂ ਕਹਿੰਦੇ ਐ ਟੁੱਟ ਗਿਆ ਤਾਂ 9 2 ਤੇ 1, 9 ਦਾ ਸਕੁਅਰ, 9 2 ਤੇ 1, ਮੈਂ ਥੋੜਾ ਜਿਹਾ ਨੇੜੇ ਲਿਖ ਲੈਣਾ। ਤਾਂ ਬੱਚੇ ਕਿਵੇਂ ਟੁੱਟਿਆ? 9 2 ਤੇ 1 ਦੇ ਵਿੱਚ। ਤਾਂ ਪ੍ਰਾਈਸ ਕੀ ਹੋ ਗਿਆ? 9 ਸਕੁਅਰ 81, 2 ਸਕੁਅਰ 4, 1 ਸਕੁਅਰ 1। ਤਾਂ 84 ਤੇ 4 ਆਪਣੇ 81 ਤੇ 4 85 ਤੇ 1 86। ਤੇ ਜੇ ਉਹਦੀ ਥਾਂ ਤੇ ਕਹਿੰਦੇ ਐ ਟੁੱਟਦਾ 7 3 2 ਦੇ ਵਿੱਚ ਤਾਂ weight ਪ੍ਰਾਈਸ ਕੀ ਬਣ ਜਾਂਦਾ? 7 ਸਕੁਅਰ 3 ਸਕੁਅਰ 2 ਸਕੁਅਰ, 7 ਸਕੁਅਰ 49, 3 ਸਕੁਅਰ 9 49 ਤੇ 9 58, 2 ਸਕੁਅਰ 4 62 ਬਣ ਜਾਂਦਾ। ਐਗਜ਼ਾਮੀਨਰ ਕਹਿੰਦਾ ਜੇ ਇਹਦੀ ਥਾਂ ਤੇ ਐ ਟੁੱਟਦਾ ਤਾਂ ਹੋਰ 448 ਦਾ ਨੁਕਸਾਨ ਹੋ ਜਾਂਦਾ। ਰੇਸ਼ੀਓ 'ਚ ਕਿੰਨਾ ਨੁਕਸਾਨ ਹੋਇਆ? 86 ਦੀ ਥਾਂ ਤੇ 62, 24 ਦਾ ਨੁਕਸਾਨ ਹੋਇਆ। 24 ਯੂਨਿਟ ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ? 448। ਐਗਜ਼ਾਮੀਨਰ ਕਹਿੰਦਾ ਫਿਰ ਐਕਚੁਅਲ ਕੋਸਟ ਦੱਸੋ ਤਾਂ 144 ਕੀ ਬਣ ਜੂ? ਬੱਚੇ ਜੇ 24 ਦੀ ਵੈਲਿਊ 448 ਦਿੱਤੀ ਹੈ ਤਾਂ 1 ਯੂਨਿਟ ਦੀ ਵੈਲਿਊ ਕੀ ਹੋਗੀ? ਡਿਵਾਈਡ ਬਾਈ 24। 144 ਯੂਨਿਟ ਕੀ ਹੋ ਗਿਆ? ਗੁਣਾ 144। ਤਾਂ ਬੱਚੇ 24 ਦਾ 6 ਗੁਣਾ ਹੁੰਦਾ 144, ਤਾਂ 448 ਦਾ 6 ਗੁਣਾ, 448 ਦਾ 6 ਗੁਣਾ ਬਣ ਗਿਆ 2400, 2640, 2688, 2688। ਸੀ ਆਪਸ਼ਨ 2688। ਤਾਂ ਬੱਚੇ ਇਹਦਾ ਆਨਸਰ ਕੀ ਆ ਗਿਆ ਤੁਹਾਡਾ? 2688 ਰੁਪਏ। 448 ਗੁਣਾ 6 ਕਰਕੇ। ਤਾਂ ਇਹ ਕੁਐਸਚਨ ਸੀਗਾ ਪ੍ਰੀਸ਼ੀਅਸ ਸਟੋਨ ਵਾਲਾ, ਜਿਹੜਾ ਆਪਾਂ ਕਲਾਸ 'ਚ ਵੀ ਨਹੀਂ ਸੀ ਕੀਤਾ, ਅੱਜ ਦੇ ਸੈਸ਼ਨ 'ਚ ਕਰ ਰਹੇ ਹਾਂ। ਅਗਲਾ ਕੁਐਸਚਨ ਦੇਖੋ ਬੱਚੇ।
द स्टीम इंजन कैन ट्रैवल। बच्चे बहुत ज़्यादा टिपिकल क्वेश्चन है, ईजी क्वेश्चन नहीं हैगा ते मैं दावे नाल कहना जिन्ने बच्चे हुण बैठे देख रहे हैं लाइव ਜਾਂ ਜਿਹੜੇ ਬੱਚੇ ਮਗਰੋਂ ਵੀ ਦੇਖਣਗੇ ਬਹੁਤ ਥੋੜੇ ਬੱਚਿਆਂ ਨੇ ਕੁਐਸਚਨ ਕੀਤਾ ਹੋਊਗਾ। ਕੁਐਸਚਨ ਕੀ ਹੈ? ਦ ਸਟੀਮ ਇੰਜਨ ਕੈਨ ਟਰੈਵਲ ਐਟ 24 ਕਿਲੋਮੀਟਰ ਪਰ ਆਰ ਵਿਦਆਊਟ ਦਾ ਟ੍ਰੇਨ। ਕਹਿੰਦੇ ਇੱਕ ਇੰਜਨ ਹੈ, ਪੂਰੀ ਟ੍ਰੇਨ ਨਹੀਂ ਹੈਗੀ, ਕੱਲਾ ਇੰਜਨ ਹੈ, ਉਹ 24 ਦੀ ਸਪੀਡ ਤੇ ਭੱਜ ਸਕਦਾ ਜੇ ਕੋਈ ਡੱਬਾ ਨਾ ਜੁੜਿਆ ਹੋਵੇ ਵਿਦਆਊਟ ਦਾ ਟ੍ਰੇਨ ਵੈਗਨਸ। ਤੇ ਉਹਦੀ ਸਪੀਡ ਕੀ ਹੈ? ਇਟਸ ਸਪੀਡ ਰਿਡਿਊਸਿਸ ਬਾय ਅ ਕੁਆਂਟੀਟੀ ਵਿਚ ਵੇਰੀਜ਼ ਐਜ਼ ਦਾ ਸਕੁਆਇਰ ਰੂਟ ਆਫ ਦਾ ਨੰਬਰ ਆਫ ਵੈਗਨਸ ਅਟੈਚਡ। ਐਗਜ਼ਾਮੀਨਰ ਕਹਿੰਦਾ ਇੱਕ ਕੱਲਾ ਇੰਜਨ 24 ਦੀ ਸਪੀਡ ਤੇ ਭੱਜਦਾ ਹੈ ਤੇ ਉਹਦੀ ਸਪੀਡ ਕਿਵੇਂ ਘਟਦੀ ਹੈ? ਉਹਦੀ ਸਪੀਡ ਇਸ ਤਰ੍ਹਾਂ ਘਟਦੀ ਹੈ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਸਕੁਆਇਰ ਆਫ ਇਟਸ ਜਿੰਨੇ ਵੈਗਨਸ ਅਟੈਚ ਨੇ। ਸਕੁਆਇਰ ਨਹੀਂ ਸੌਰੀ ਸਕੁਆਇਰ ਰੂਟ। ਤਾਂ ਬੱਚੇ ਐਗਜ਼ਾਮੀਨਰ ਕਹਿੰਦਾ ਜਿੰਨੇ ਉਹਦੇ ਨਾਲ ਡੱਬੇ ਜੋੜ ਦਾਂਗੇ ਉਸ ਦਾ ਸਕੁਆਇਰ ਰੂਟ ਹੈ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਉਹਦੇ ਸੰਬੰਧ ਦੇ ਵਿੱਚ ਉਹਦੀ ਸਪੀਡ ਘਟਦੀ ਹੈ। ਕੱਲਾ ਉਹ 24 ਦੀ ਸਪੀਡ ਤੇ ਭੱਜ ਲੈਂਦਾ ਵਿਦ 4 ਵੈਗਨਸ ਤੇ ਜੇ 4 ਡੱਬੇ ਲਾ ਦਈਏ ਇਟਸ ਸਪੀਡ ਇਜ਼ 20 ਕਿਲੋਮੀਟਰ ਪਰ ਆਵਰ। ਤਾਂ ਬੱਚੇ ਉਹਦੀ ਸਪੀਡ 24 ਦੀ ਥਾਂ ਤੇ 20 ਰਹੇਗੀ ਜਦੋਂ 4 ਡੱਬੇ ਲਾਤੇ। ਐਗਜ਼ਾਮੀਨਰ ਕਹਿੰਦਾ ਫਾਈਂਡ ਦਾ ਗ੍ਰੇਟੈਸਟ ਨੰਬਰ ਆਫ ਵੈਗਨਸ ਵਿਦ ਵਿਚ ਦਾ ਇੰਜਨ ਕੈਨ ਮੂਵ। ਜ਼ਿਆਦਾ ਤੋਂ ਜ਼ਿਆਦਾ ਕਿੰਨੇ ਡੱਬੇ ਲਾ ਸਕਦੇ ਆ ਕਿ ਇੰਜਨ ਮੂਵ ਕਰ ਸਕੇ, ਮਤਲਬ ਉਹਦੀ ਸਪੀਡ 0 ਨਾ ਹੋਵੇ, ਮਾੜੀ ਜਿਹੀ ਜਿੰਨੀ ਮਰਜ਼ੀ ਹੋ ਜੇ। ਤਾਂ ਬੱਚੇ ਆਪਾਂ ਦੇਖਾਂਗੇ ਕਿ ਉਹਦੀ ਸਪੀਡ 0 ਕਿੰਨੇ ਡੱਬਿਆਂ ਨਾਲ ਹੁੰਦੀ ਹੈ। ਆਪਾਂ ਨੂੰ ਐਗਜ਼ਾਮੀਨਰ ਕਹਿੰਦਾ ਕਿ ਫਰੀਲੀ ਕੱਲਾ ਇੰਜਨ 24 ਦੀ ਸਪੀਡ ਤੇ ਭੱਜਦਾ ਤੇ ਉਹਦੀ ਸਪੀਡ ਘਟਦੀ ਜਾਂਦੀ ਹੈ ਜਿੰਨੇ ਡੱਬੇ ਲੱਗ ਗਏ ਉਹਦੇ ਸਕੁਆਇਰ ਰੂਟ ਦੇ ਹਿਸਾਬ ਨਾਲ ਉਹਦੀ ਸਪੀਡ ਘਟਦੀ ਆ। ਤਾਂ ਉਹ ਕਹਿੰਦਾ ਉਹਦੀ ਸਪੀਡ 20 ਰਹਿ ਜਾਂਦੀ ਹੈ, 24 ਦੀ ਥਾਂ ਤੇ 20 ਰਹਿ ਜਾਂਦੀ ਹੈ ਜਦੋਂ 4 ਡੱਬੇ ਲੱਗ ਜਾਂਦੇ ਆ। ਤਾਂ ਕਿੰਨੇ ਵੱਧ ਤੋਂ ਵੱਧ ਡੱਬੇ ਲਾ ਸਕਦੇ ਕਿ ਵਿਚਾਰਾ ਮੂਵ ਕਰੇ। ਤਾਂ ਆਪਾਂ ਕੀ ਕਰਾਂਗੇ? ਆਪਾਂ ਕੱਢਾਂਗੇ ਕਿੰਨੇ ਡੱਬਿਆਂ ਦੇ ਨਾਲ ਉਹਦੀ ਸਪੀਡ 0 ਹੋ ਜੂ, ਉਹਦੇ ਤੋਂ ਇੱਕ ਡੱਬਾ ਘਟਾ ਕੇ ਉਹ ਤੋੜ ਦਾਂਗੇ ਆਪਾਂ। ਤਾਂ ਵੱਧ ਤੋਂ ਵੱਧ ਡੱਬੇ ਦਾ ਮਤਲਬ 0 ਸਪੀਡ ਨਾਲ ਕਿੰਨੇ ਡੱਬੇ ਨੇ ਉਹਦੇ ਤੋਂ ਇੱਕ ਘਟਾ ਕੇ ਸਾਡੇ ਇੰਨੇ ਡੱਬਿਆਂ ਨਾਲ ਉਹ ਘੱਟੋ ਘੱਟ ਮੂਵ ਕਰ ਜੂਗਾ। ਤਾਂ ਬੱਚੇ ਉਹਦੀ ਸਪੀਡ ਕਿਵੇਂ ਘਟਦੀ ਆ? ਜਿੰਨੇ ਉਹਦੇ ਨਾਲ ਡੱਬੇ ਜੁੜੇ ਹੋਏ ਨੇ ਵੈਗਨਸ ਉਹਦਾ ਸਕੁਆਇਰ ਰੂਟ। ਤਾਂ ਇਹਦਾ ਮਤਲਬ ਸਪੀਡ ਡਿਵਾਈਡ ਬਾਏ ਜਿੰਨੇ ਉਹਦੇ ਨਾਲ ਡੱਬੇ ਜੁੜੇ ਹੋਏ ਨੇ ਇਹ ਕਾਂਸਟੈਂਟ ਹੈ, ਇਹ ਕਾਂਸਟੈਂਟ ਹੈ। ਤਾਂ ਬੱਚੇ ਉਹਦੀ ਸਪੀਡ 24 ਤੋਂ 20 ਰਹਿ ਗਈ ਯਾਨੀ ਕਿ 4 ਘਟੀ। ਕਦੋਂ? ਜਦੋਂ 4 ਡੱਬੇ ਨੇ। 4 ਡੱਬੇ ਦਾ ਮਤਲਬ 24 ਤੋਂ ਸਪੀਡ 4 ਜਦੋਂ 4 ਡੱਬੇ ਨੇ। ਐਗਜ਼ਾਮੀਨਰ ਕਹਿੰਦਾ ਆਪਾਂ ਉਹਦੀ ਸਪੀਡ ਸਾਰੀ ਦੀ ਸਾਰੀ ਘਟਾ ਦੇਣੀ ਹੈ। ਹਲੇ ਤਾਂ ਸਪੀਡ 24 ਤੋਂ ਜਦੋਂ 20 ਕੀਤੀ ਹੈ ਤਾਂ 4 ਘਟੀ ਹੈ। ਉਹ ਕਹਿੰਦੇ ਸਪੀਡ ਘਟਦੀ ਹੈ ਕਾਹਦੇ ਹਿਸਾਬ ਨਾਲ? ਸਕੁਆਇਰ ਰੂਟ ਆਫ ਨੰਬਰ ਆਫ ਡੱਬੇ। ਤਾਂ ਸਪੀਡ ਘਟਦੀ ਹੈ ਸਕੁਆਇਰ ਰੂਟ ਆਫ ਨੰਬਰ ਆਫ ਡੱਬੇ ਦੇ ਨਾਲ। ਤਾਂ ਇਹਦਾ ਮਤਲਬ ਨੰਬਰ ਆਫ ਡੱਬੇ ਦਾ ਸਕੁਆਇਰ ਰੂਟ ਥੱਲੇ ਆ ਗਿਆ। ਇਹ ਕਾਂਸਟੈਂਟ ਹੈ, ਇਹ ਕਾਂਸਟੈਂਟ ਹੈ। ਤਾਂ ਪਹਿਲਾਂ ਸਪੀਡ ਕਿੰਨੀ ਘਟੀ? 24 ਤੋਂ 40, 24 ਤੋਂ 20 ਰਹਿ ਗਈ, 4 ਘਟੀ। ਕਦੋਂ? ਜਦੋਂ 4 ਡੱਬੇ ਨੇ ਤਾਂ ਅੰਡਰ ਰੂਟ ਆਫ 4। ਆਪਾਂ ਸਪੀਡ ਸਾਰੀ ਦੀ ਸਾਰੀ ਘਟਾ ਦੇਣੀ ਹੈ, 0 ਕਰ ਦੇਣੀ ਹੈ। ਤਾਂ 24 ਦੀ 24 ਘਟਾਉਣੀ ਹੈ ਤਾਂ ਅੰਡਰ ਰੂਟ ਆਫ ਵੈਗਨਸ ਨਿਕਲੇ ਆਉਣਗੇ। ਤਾਂ ਬੱਚੇ ਆਹ ਦੇਖੋ ਇਹਦੀ ਵੈਲਿਊ 2 ਆ ਜੂਗੀ, ਇਹ ਆ ਗਿਆ 2 ਅੰਡਰ ਰੂਟ ਆਫ ਵੈਗਨਸ ਇੱਥੇ 2 ਥੱਲੇ 12। ਤਾਂ ਅੰਡਰ ਰੂਟ ਆਫ W ਦੀ ਵੈਲਿਊ 12। ਤਾਂ W ਦੀ ਵੈਲਿਊ ਕਿੰਨੀ ਆ ਗਈ? 144। 144 ਡੱਬਿਆਂ ਦੇ ਨਾਲ ਕੀ ਹੋ ਗਿਆ? ਉਹਦੀ ਸਪੀਡ ਸਾਰੀ ਘਟ ਗਈ, 0 ਹੋ ਗਈ। ਪਰ ਆਪਾਂ ਉਹਦੀ ਸਪੀਡ 0 ਨਹੀਂ ਕਰਨੀ, ਆਪਾਂ ਆਖਿਆ ਵੀ ਉਹ ਥੋੜਾ ਜਿਹਾ ਤੋੜ ਲਈਏ। ਤਾਂ ਇੱਕ ਡੱਬਾ ਘਟਾ ਦਿਓ, ਸਾਡਾ ਆਨਸਰ ਆ ਜਾਊਗਾ 144 ਚੋਂ 1 ਮਾਈਨਸ ਕਰਕੇ 143 ਵੈਗਨਸ। ਤਾਂ ਜਿਹੜੇ ਬੱਚਿਆਂ ਨੂੰ ਇਹ ਕੁਐਸਚਨ ਪਹਿਲੀ ਵਾਰ 'ਚ ਨਹੀਂ ਸਮਝ ਆਇਆ ਹੋਊਗਾ ਉਹ ਵੀਡੀਓ ਦੁਬਾਰਾ ਦੇਖਣਗੇ ਤੇ ਆਹ ਰਿਲੇਸ਼ਨ ਸਮਝਣਗੇ। ਜੇ ਆਹ ਰਿਲੇਸ਼ਨ ਸਮਝ ਆ ਗਿਆ ਤੇ ਉਹਦੇ ਤੋਂ ਆਪਾਂ ਆਹ ਲਿਖ ਲਿਆ, ਆਹ ਬਹੁਤ ਸੌਖਾ ਸਮਝ ਆ ਜਾਊਗਾ। ਇਹ ਗੱਲ ਮੈਂ ਬੋਲ ਕੇ ਦੱਸ ਰਿਹਾ ਕਿ ਐਗਜ਼ਾਮੀਨਰ ਨੇ ਪੁੱਛਿਆ ਫਾਈਂਡ ਦਾ ਵੱਧ ਤੋਂ ਵੱਧ ਕਿੰਨੇ ਡੱਬੇ ਜੋੜੀਏ ਜਿਹਦੇ ਨਾਲ ਕਿ ਵਿਚਾਰਾ ਮੂਵ ਕਰ ਸਕੇ। ਤਾਂ ਆਪਾਂ ਉਹਦੀ ਸਪੀਡ 0 ਕਰਤੀ। 24 ਦੇ 24 ਸਪੀਡ ਹੈ, 24 ਨੂੰ 0 ਕਰਤਾ ਯਾਨੀ ਕਿ 24 ਘਟਾ ਲਈ। 0 ਸਪੀਡ ਕਿੰਨੇ ਡੱਬਿਆਂ ਨਾਲ ਹੁੰਦੀ ਹੈ ਉਹ ਦੇਖ ਲੈ ਡੱਬੇ। ਪਰ ਆਪਾਂ ਉਹਨੂੰ ਮੂਵ ਕਰਨਾ ਤਾਂ ਇੱਕ ਡੱਬਾ ਘਟਾ ਕੇ ਸਾਡਾ ਆਨਸਰ ਆ ਜਾਊਗਾ ਕਿ ਹੁਣ ਉਹ ਮਾੜਾ ਜਿਹਾ ਮੂਵ ਕਰ ਲੂਗਾ। ਇਹਦੇ ਨਾਲ ਦਾ ਅਗਲਾ ਕੁਐਸਚਨ, ਐਨ ਇੰਜਨ ਵਿਦਾਊਟ ਐਨੀ ਵੈਗਨ ਬਿਨਾਂ ਕਿਸੇ ਡੱਬੇ ਤੋਂ ਕੈਨ ਟਰੈਵਲ ਐਟ 50 ਕਿਲੋਮੀਟਰਸ ਪਰ ਆਵਰ। ਇਟਸ ਸਪੀਡ ਇਜ਼ ਡਿਮਿਨਿਸ਼ਡ ਬਾਈ ਅ ਕੁਆਂਟੀਟੀ ਵਿਚ ਵੇਰੀਜ਼ ਐਜ਼ ਦਾ ਸਕੁਆਇਰ ਰੂਟ ਆਫ ਦਾ ਨੰਬਰ ਆਫ ਵੈਗਨਸ ਅਟੈਚਡ। ਸੇਮ ਸਟੇਟਮੈਂਟ ਹੈ। ਉਹ ਕਹਿੰਦੇ ਜਦੋਂ 36 ਡੱਬੇ ਜੋੜੇ ਹੋਏ ਆ ਤਾਂ ਉਹਦੀ ਸਪੀਡ 32 ਰਹੇਗੀ। ਐਗਜ਼ਾਮੀਨਰ ਕਹਿੰਦਾ find the maximum number of wagons ਕਿੰਨੇ ਡੱਬੇ ਜੋੜੀਏ that can be attached if the speed is not to be fall by below 20। ਤਾਂ 20 ਤੋਂ ਥੱਲੇ ਨਹੀਂ ਸਪੀਡ ਕਰਨੀ। ਕੱਲੀ ਆਖਰੀ ਲਾਈਨ ਦੀ ਮਤਲਬ ਸਮਝ ਲਓ। ਉਹ ਕਹਿੰਦਾ ਕਿੰਨੇ ਡੱਬੇ ਜੋੜੀਏ ਕਿ ਉਹਦੀ ਸਪੀਡ ਹੈ ਜਿਹੜੀ not to fall below 20, 20 ਤੋਂ ਥੱਲੇ ਨਾ ਜਾਵੇ। ਤਾਂ ਇਹਦਾ ਮਤਲਬ ਐਗਜ਼ਾਮੀਨਰ ਪੁੱਛ ਰਿਹਾ ਕਿ ਉਹਦੀ ਸਪੀਡ 20 ਤੇ ਰੋਕਣੀ ਹੈ। ਤਾਂ ਬੱਚੇ ਸਪੀਡ ਕਾਹਦੇ ਹਿਸਾਬ ਨਾਲ ਘਟ ਰਹੀ ਆ? ਸਕੁਆਇਰ ਰੂਟ ਆਫ ਵੈਗਨਸ।
ਇਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਤਾਂ ਇਹਦਾ ਮਤਲਬ ਸਪੀਡ ਡਿਵਾਈਡ ਬਾਈ ਨੰਬਰ ਆਫ ਵੈਗਨਸ ਦਾ ਅੰਡਰ ਰੂਟ ਇਹ ਕਾਂਸਟੈਂਟ ਹੈ। ਤਾਂ ਪਹਿਲੇ ਕੇਸ ਦੇ ਵਿੱਚ ਐਗਜ਼ਾਮੀਨਰ ਨੇ ਸਾਨੂੰ ਕੀ ਦਿੱਤਾ ਹੋਇਆ, ਸਪੀਡ 50 ਤੋਂ 32 ਰਹਿ ਗਈ, 18 ਘਟ ਗਈ, 18 ਘਟ ਗਈ ਸਪੀਡ ਕਦੋਂ, ਜਦੋਂ 36 ਡੱਬੇ ਨੇ ਤਾਂ ਅੰਡਰ ਰੂਟ ਆਫ 36। ਫਿਰ ਆਪਾਂ ਸਪੀਡ 20 ਬਣਾਉਣੀ ਹੈ, 20 ਬਣਾਉਣ ਦਾ ਮਤਲਬ 50 ਦੀ ਥਾਂ ਤੇ 20 ਬਣਾਉਣੀ ਹੈ, 30 ਘਟਾਉਣੀ ਹੈ ਸਪੀਡ, 30 ਘਟਾਉਣੀ ਹੈ ਤਾਂ ਅੰਡਰ ਰੂਟ ਆਫ ਵੈਗਨਸ ਕੀ ਹੋਣਗੇ ਬੱਚੇ, ਆਪਣੀ W ਦੀ ਵੈਲਿਊ ਆ ਜੂਗੀ ਇੱਥੇ, ਇੱਥੇ ਇੱਕ ਨਹੀਂ ਘਟਾਉਣਾ ਆਪਾਂ। ਤਾਂ ਅੰਡਰ ਰੂਟ ਆਫ 36 6 ਹੁੰਦਾ, 6 ਤੇ 18 ਕੱਟਿਆ 3, 3 ਤੇ ਆਹ ਆ ਗਿਆ 10, ਅੰਡਰ ਰੂਟ ਆਫ W 10 ਹੈ ਤਾਂ W ਦੀ ਵੈਲਿਊ 100 ਆ ਗਈ। ਤਾਂ ਬੱਚੇ ਇੱਥੇ ਤੁਹਾਡਾ ਆਨਸਰ 100 ਆ ਜਾਊਗਾ, ਕਿਉਂਕਿ ਸਪੀਡ 20 ਤੇ ਰੋਕਣੀ ਹੈ, 20 ਤੋਂ ਜ਼ਿਆਦਾ ਨਹੀਂ ਕਹੀ, ਉਹ ਕਹਿੰਦੇ 20 ਤੋਂ ਥੱਲੇ ਨਾ ਜਾਵੇ, ਯਾਨੀ ਕਿ 20 ਰੋਕ ਸਕਦੇ ਆ। ਤਾਂ ਡੱਬੇ ਆ ਗਏ ਤੁਹਾਡੇ 100। ਤਾਂ ਬੱਚੇ ਕੁਝ ਇਸ ਤਰ੍ਹਾਂ ਵੀ ਕੁਐਸਚਨਸ ਸਾਡੇ ਰੇਸ਼ੋ ਚੈਪਟਰ ਦੇ ਵਿੱਚ ਬਣਦੇ ਨੇ, ਜਿਹੜੇ ਆਮ ਤੌਰ ਤੇ ਆਪਾਂ ਨਹੀਂ ਕਰਦੇ ਹੈਗੇ। ਤਾਂ ਬੱਚੇ ਥੋੜਾ ਜਿਹਾ ਧਿਆਨ ਨਾਲ ਦੇਖਣ ਵਾਲੇ ਕੁਐਸਚਨਸ ਨੇ। ਅੱਗੇ ਆ ਜਾਓ ਜੀ ਪਲੀਜ਼। ਮੈਂ ਫੇਰ ਕਹਿ ਰਿਹਾ, ਜਿੰਨੇ ਬੱਚੇ ਹੁਣ ਜੁੜੇ ਨੇ, ਆਪਾਂ ਇਸ ਸੀਰੀਜ਼ ਦੇ ਵਿੱਚ ਜਿਹੜੀ ਸੋਮਵਾਰ ਨੂੰ ਸਟਾਰਟ ਕੀਤੀ ਸੀ, ਪਹਿਲੀ ਕਲਾਸ ਆਪਣੀ ਮੈਥ ਦੀ ਪਰਸੈਂਟੇਜ ਦੀ ਹੋ ਚੁੱਕੀ ਹੈ। ਅੱਜ ਆਪਣੀ ਮੈਥ ਦੀ ਦੂਜੀ ਕਲਾਸ ਹੈ। ਇਹ ਤੋਂ ਬਿਨਾਂ ਤੁਸੀਂ ਰੇਸ਼ੋ ਆਪਣਾ ਰੀਜ਼ਨਿੰਗ ਦੇਖ ਚੁੱਕੇ ਹੋ, GS ਦੀ ਇੱਕ ਕਲਾਸ ਦੇਖ ਚੁੱਕੇ ਹੋ। ਤਾਂ ਆਪਾਂ ਮੈਥ ਦੇ ਵਿੱਚ, ਵੈਸੇ ਬਾਕੀ ਸਬਜੈਕਟਸ ਦੇ ਵਿੱਚ ਵੀ ਇਹੀ ਹੋ ਰਿਹਾ, ਪਰ ਟੀਚਰ ਆਪੋ ਆਪਣਾ ਦੱਸ ਦੇਣਗੇ। ਮੈਥ ਦੇ ਵਿੱਚ ਆਪਾਂ ਖਾਸ ਚੀਜ਼ ਤੇ ਧਿਆਨ ਦੇ ਰਹੇ ਹਾਂ ਕਿ ਜਿਹੜਾ ਆਪਣਾ ਨਾਇਬ ਤਹਿਸੀਲਦਾਰ ਦਾ ਲੈਵਲ ਸੀ, ਸਾਡਾ ਕੋਆਪਰੇਟਿਵ ਇੰਸਪੈਕਟਰ ਦਾ ਵੀ ਉਹੀ ਲੈਵਲ ਰਹਿਣਾ ਹੈ, ਸਾਡਾ ਸੀਨੀਅਰ ਅਸਿਸਟੈਂਟ ਦਾ ਵੀ ਉਹੀ ਲੈਵਲ ਰਹਿਣਾ ਹੈ, ਸਿਵਲਸ ਦੇ ਪੇਪਰਾਂ ਦਾ ਲੈਵਲ ਚੱਕਿਆ ਜਾ ਰਿਹਾ, ਈਵਨ PBB ਵੀ ਥੋੜਾ ਜਿਹਾ ਲੈਵਲ ਚੱਕ ਰਿਹਾ ਹੈ। ਤਾਂ ਆਪਾਂ ਸਿਲੇਬਸ ਕਰ ਚੁੱਕੇ ਹਾਂ। ਕਿਸੇ ਮਰਜ਼ੀ ਟੀਚਰ ਤੋਂ ਤੁਸੀਂ ਪੜ੍ਹੇ ਹੋ, ਆਨਲਾਈਨ ਜਾਂ ਆਫਲਾਈਨ ਕਲਾਸਾਂ ਲਾਈਆਂ ਨੇ, ਚਾਹੇ ਸੈਲਫ ਸਟੱਡੀ ਕੀਤੀ ਹੈ, ਸਿਲੇਬਸ ਹੋ ਗਿਆ ਜਾਂ ਹੋਣ ਵਾਲਾ ਹੈ, ਉਹਨੂੰ ਪ੍ਰੈਕਟਿਸ ਕਰਨਾ ਹੈ, ਉਹਨੂੰ ਪੋਲਿਸ਼ ਕਰਨਾ ਹੈ। ਉਹਦੇ ਲਈ ਪਲੱਸ ਕੁਝ ਉਹੋ ਜਿਹੇ ਸਵਾਲ ਜਿਹੜੇ ਪੇਪਰਾਂ 'ਚ ਇਹੋ ਜਿਹੇ ਆ ਜਾਂਦੇ ਕਿ ਅਸੀਂ ਯਾਰ ਪ੍ਰੈਕਟਿਸ ਕਰਦੇ ਤਾਂ ਦੇਖੀ ਨਹੀਂ ਇਹ ਸਵਾਲ, ਉਹਨਾਂ ਸਵਾਲਾਂ ਦੀ ਪ੍ਰੈਕਟਿਸ ਕਰਨ ਦੇ ਲਈ ਆਪਾਂ ਇਹ ਸੈਸ਼ਨ ਚਲਾ ਰਹੇ ਹਾਂ। ਸਾਰੇ ਦੋਸਤਾਂ ਨੂੰ, ਸਟੂਡੈਂਟਸ ਨੂੰ ਬੇਨਤੀ ਹੈ ਕਿ ਬਾਈ ਬਣ ਕੇ ਸੈਸ਼ਨ ਸ਼ੇਅਰ ਕਰਦੇ ਜਾਓ, ਲਾਈਕ ਕਰਦੇ ਜਾਓ। ਅਗਲੇ ਕੁਐਸਚਨਸ ਤੇ ਆ ਗਏ ਆਪਾਂ। ਅਗਲਾ ਕੁਐਸਚਨ, 2 ਕੈਂਡਲਸ। ਬੱਚੇ ਜਿਹੜੇ ਪੇਡ ਬੈਚ ਵਾਲੇ ਸਟੂਡੈਂਟ ਨੇ, ਮਾਸਟਰ ਕੋਰਸ ਵਾਲੇ, ਉਹਨਾਂ ਨੇ ਇਹ ਕੁਐਸਚਨ ਕੀਤਾ ਹੋਇਆ। ਕਹਿੰਦੇ 2 ਕੈਂਡਲਸ ਆਫ ਦਾ ਸੇਮ ਹਾਈਟ, ਆ ਸਭ ਤੋਂ ਇੰਪੋਰਟੈਂਟ ਆ, ਆਰ ਲਾਈਟਡ ਐਟ ਦਾ ਸੇਮ ਟਾਈਮ। ਕਹਿੰਦੇ 2 ਮੋਮਬੱਤੀਆਂ ਇੱਕੋ ਸਮੇਂ ਤੇ ਬਾਲੀਆਂ ਗਈਆਂ। The first is consumed in 8 hours। ਦੋਵਾਂ ਮੋਮਬੱਤੀਆਂ ਦੀ ਲੰਬਾਈ ਤਾਂ ਸੇਮ ਹੈ, ਹਾਈਟ ਸੇਮ ਹੈ, ਪਰ ਪਹਿਲੀ 8 ਘੰਟੇ 'ਚ ਪੂਰੀ ਤਰ੍ਹਾਂ ਫੁੱਕ ਜਾਂਦੀ ਹੈ, ਦੂਜੀ 6 ਘੰਟਿਆਂ ਦੇ ਵਿੱਚ। Assuming that each candle burns at a constant rate, so in how many hours after being lighted? ਤਾਂ ਉਹਨਾਂ ਨੂੰ ਬਾਲੇ ਜਾਣ ਤੋਂ ਕਿੰਨੇ ਘੰਟਿਆਂ ਬਾਅਦ the ratio between the height of first and second candle becomes 2:1। ਤਾਂ ਉਹ ਕਹਿੰਦਾ ਪਹਿਲੀ ਕੈਂਡਲ, ਦੋਨਾਂ ਕੈਂਡਲਸ ਦੀ ਲੰਬਾਈ ਬਰਾਬਰ ਹੈ, ਸੇਮ ਹਾਈਟ ਆ, ਪਹਿਲੀ 8 ਘੰਟੇ 'ਚ ਪੂਰੀ ਫੁੱਕਦੀ ਹੈ, ਦੂਜੀ 6 ਘੰਟੇ 'ਚ ਫੁੱਕ ਜਾਂਦੀ ਹੈ। ਤਾਂ ਉਹ ਕਹਿੰਦਾ ਬਾਲੇ ਜਾਣ ਤੋਂ ਕਿੰਨੇ ਘੰਟਿਆਂ ਬਾਅਦ ਉਹਨਾਂ ਦੀ ਜਿਹੜੀਆਂ ਰਿਮੇਨਿੰਗ ਹਾਈਟਸ ਰਹਿ ਜਾਣਗੀਆਂ, ਰਿਮੇਨਿੰਗ ਹਾਈਟਸ 2:1 'ਚ ਹੋਣ। ਤਾਂ ਬੱਚੇ ਰਿਮੇਨਿੰਗ ਹਾਈਟਸ ਨੇ ਜਿਹੜੀਆਂ, ਉਹ ਸਾਰਿਆਂ ਨੂੰ ਪਤਾ ਕਿ ਟੋਟਲ ਦੇ ਵਿੱਚੋਂ ਜਿੰਨੀਆਂ ਬਾਲੀਆਂ ਗਈਆਂ, ਜਿੰਨੀਆਂ ਫੂਕੀਆਂ ਗਈਆਂ, ਉਹ ਮਾਈਨਸ ਕਰਕੇ ਆਊਗਾ। ਮੈਂ ਪੰਜਾਬੀ 'ਚ ਬੋਲ ਦਿੰਦਾ ਕਿ ਭਾਈ ਜਿਹੜੀ ਉਹ ਪਿੱਛੇ ਹਾਈਟ ਕਹਿੰਦਾ ਕਿ ਪਹਿਲੀ ਤੇ ਦੂਜੀ ਕੈਂਡਲ ਦੀ 2:1 ਰਹਿ ਜੇ, ਤਾਂ ਉਹ ਪਿੱਛੇ ਜਿਹੜੀ ਹਾਈਟ ਰਹਿ ਜੂਗੀ ਉਹ ਕਿਹੜੀ ਹੋਊਗੀ, ਟੋਟਲ ਦੇ ਵਿੱਚੋਂ ਜਿੰਨੀ ਫੂਕ ਗਈ ਉਹ ਮਾਈਨਸ ਕਰ ਦਿਓ, ਉਹੀ ਰਹੂਗੀ ਪਿੱਛੇ। ਤਾਂ ਆਪਾਂ ਉੱਥੇ ਪਹੁੰਚਣਾ ਹੈ। ਤਾਂ ਬੱਚੇ ਆ ਆਪਣੀਆਂ 2 ਕੈਂਡਲਸ ਨੇ, ਮੰਨ ਲਓ। ਮੈਂ ਪਹਿਲਾ ਕੁਐਸਚਨ ਥੋੜਾ ਜਿਹਾ ਡਿਟੇਲ 'ਚ ਸਮਝਾਊਂਗਾ, ਫਿਰ ਇਹਦੇ ਨਾਲ ਦਾ 1 ਜਾਂ 2 ਕੁਐਸਚਨ ਵੀ ਲੈ ਕੇ ਆਇਆ। ਆ 2 ਕੈਂਡਲਾਂ ਨੇ ਸੇਮ ਹਾਈਟ ਦੀਆਂ, ਤਾਂ ਇਸ ਕਰਕੇ ਮੈਂ ਦੋਨਾਂ ਦੀ ਹਾਈਟ ਸੇਮ ਬਣਾਈ ਹੈ। ਪਹਿਲੀ ਕਹਿੰਦੇ 8 ਘੰਟਿਆਂ 'ਚ ਫੁੱਕ ਜਾਂਦੀ ਹੈ, ਦੂਜੀ 6 ਘੰਟਿਆਂ 'ਚ ਫੁੱਕ ਜਾਂਦੀ ਹੈ। ਦਾ ਫਸਟ ਇਜ਼ ਕੰਜ਼ਿਊਮਡ ਇਨ 8 ਆਵਰਸ ਐਂਡ ਦਾ ਸੈਕਿੰਡ ਇਨ 6 ਆਵਰਸ। ਪਰ ਇਹਨਾਂ ਦੀ ਹਾਈਟ ਸੇਮ ਕਹਿਤੀ, ਪਰ ਹਾਈਟ ਹੈਗੀ ਕਿੰਨੀ ਹੈ ਇਹ ਤਾਂ ਨਹੀਂ ਦਿੱਤਾ। ਤਾਂ ਬੱਚੇ ਸਭ ਤੋਂ ਪਹਿਲਾ ਕੰਮ ਤੁਸੀਂ ਕੀ ਕਰਨਾ, ਇਹਨਾਂ ਦੀ ਹਾਈਟ ਅਜ਼ਿਊਮ ਕਰਨੀ ਹੈ। ਤੇ ਹਾਈਟ ਕਿੰਨੀ ਅਜ਼ਿਊਮ ਕਰਾਂਗੇ, 8 ਤੇ 6 ਦਾ ਐਲਸੀਐਮ। 8 ਤੇ 6 ਦਾ ਐਲਸੀਐਮ ਕਿੰਨਾ ਹੋ ਗਿਆ ਬੱਚੇ, 24। ਤਾਂ ਦੋਨਾਂ ਦੀ ਹਾਈਟ 24 ਮੰਨ ਲੈਣੀ ਹੈ। ਹੁਣ ਤੁਸੀਂ ਦੇਖੋ, ਜਿਹੜੀ 8 ਘੰਟਿਆਂ 'ਚ 24 ਯੂਨਿਟ, ਮੰਨ ਲਓ 24 ਸੈਂਟੀਮੀਟਰ ਹੈ, ਜਿਹੜੀ 8 ਘੰਟਿਆਂ 'ਚ 24 ਸੈਂਟੀਮੀਟਰ ਫੁੱਕਦੀ ਹੈ, ਹਰ ਘੰਟੇ 'ਚ 3-3 ਸੈਂਟੀਮੀਟਰ ਜਾਂਦੀ ਹੋਊਗੀ। 24/8 ਕਰਕੇ ਹਰ ਘੰਟੇ 'ਚ 3-3 ਸੈਂਟੀਮੀਟਰ ਫੂਕੀ ਜਾਂਦੀ ਹੋਊ। ਜਿਹੜੀ 6 ਘੰਟਿਆਂ 'ਚ 24 ਫੂਕੀ ਜਾਂਦੀ, ਉਹ ਹਰ ਘੰਟੇ 'ਚ 24/6 ਕਰਕੇ ਪਤਾ ਲੱਗ ਜੂ 4-4 ਫੂਕੀ ਜਾਂਦੀ ਹੋਊਗੀ। ਤਾਂ ਆਪਣਾ ਕੁਐਸਚਨ ਹੈ ਕਿ ਕਿੰਨੇ ਘੰਟਿਆਂ ਬਾਅਦ, ਆਫਟਰ ਹਾਊ ਮੈਨੀ ਆਵਰਸ, ਕਿੰਨੇ ਘੰਟਿਆਂ ਬਾਅਦ ਉਹਨਾਂ ਦੀਆਂ ਪਿੱਛੇ ਹਾਈਟਸ ਜਿਹੜੀਆਂ ਨੇ 2:1 'ਚ ਰਹਿ ਜਾਣ। ਤਾਂ ਮੰਨ ਲਓ T ਘੰਟੇ, N ਮੰਨ ਲਓ, T ਮੰਨ ਲਓ, N ਮੰਨ ਲਓ, ਵੀ N ਘੰਟਿਆਂ ਬਾਅਦ ਆਪਾਂ N ਦੀ ਵੈਲਿਊ ਕੱਢਣੀ ਹੈ। N ਘੰਟਿਆਂ ਬਾਅਦ ਉਹ 2:1 'ਚ ਰਹਿ ਗਈਆਂ। ਤਾਂ N ਘੰਟਿਆਂ 'ਚ ਕਿੰਨੀਆਂ ਫੁੱਕ ਗਈਆਂ, ਟੋਟਲ ਤਾਂ 24 ਹੈ। N ਘੰਟੇ 'ਚ ਕਿੰਨੀਆਂ ਫੁੱਕ ਗਈਆਂ ਬੱਚੇ, ਜਿਹੜੀ ਮੋਮਬੱਤੀ 1 ਘੰਟੇ ਦੇ ਵਿੱਚ 3 ਫੁੱਕਦੀ ਹੈ, ਉਹ N ਘੰਟਿਆਂ 'ਚ 3N ਗਈ। ਜਿਹੜੀ 1 ਘੰਟੇ 'ਚ 4 ਫੁੱਕਦੀ ਹੈ, ਉਹ N ਘੰਟਿਆਂ 'ਚ 4N ਗਈ। ਤਾਂ ਬੱਚੇ ਟੋਟਲ ਕੀ ਹੈ ਇਹਨਾਂ ਦਾ, 24 ਮਾਈਨਸ ਪਹਿਲੀ 1 ਘੰਟੇ 'ਚ 3 ਫੁੱਕੀ, ਤਾਂ N ਘੰਟੇ 'ਚ 3N। ਦੂਜੀ
ਟੋਟਲ 24 ਮਾਈਨਸ 1 ਘੰਟੇ 'ਚ 4 ਗਈ ਤਾਂ n ਘੰਟਿਆਂ 'ਚ 4n ਗਈ। ਉਹ ਕਹਿੰਦੇ 2:1 'ਚ ਹੋਣਾ ਚਾਹੀਦਾ, ਤਾਂ 2/1 ਦੇ ਬਰਾਬਰ ਪੁੱਟ ਕਰ ਦਿਓ। ਤਾਂ ਬੱਚੇ ਹਾਈਟ ਉਹਨਾਂ ਦੀ ਟੋਟਲ ਮਾਈਨਸ ਲਾਈਟਨ ਅਪ ਤੋਂ ਹੀ ਆਊਗੀ। ਟੋਟਲ 24 ਕਿੰਨੀ ਲਾਈਟਨ ਅਪ ਹੋਗੀ? 1 ਘੰਟੇ 'ਚ 3। ਪਹਿਲਾਂ ਤਾਂ ਹਾਈਟ ਅਜ਼ਿਊਮ ਕਰ ਲਈ, ਫਿਰ 1 ਘੰਟੇ 'ਚ 3 ਹੈ ਤਾਂ n ਘੰਟੇ 'ਚ 3n, ਦੂਜੀ 1 ਘੰਟੇ 'ਚ 4 ਹੈ ਤਾਂ n ਘੰਟੇ 'ਚ 4n, ਕ੍ਰਾਸ ਮਲਟੀਪਲਾਈ ਕੀਤਾ ਤਾਂ ਆਹ 1 ਇੱਧਰ ਮਲਟੀਪਲਾਈ ਹੋ ਗਿਆ 24 - 3n ਕਿਹਦੇ ਬਰਾਬਰ? 24 - 4n 2 ਗੁਣਾ ਹੋ ਜਾਊਗਾ ਤਾਂ 48 - 8n। ਤਾਂ ਬੱਚੇ n ਇੱਧਰ ਆ ਗਿਆ 5n, 24 ਉੱਧਰ ਮਾਈਨਸ ਹੋ ਗਿਆ 24, ਤਾਂ 5n ਦੀ ਵੈਲਿਊ ਜੇ 24 ਹੈ ਤਾਂ n ਦੀ ਵੈਲਿਊ ਕਿੰਨੀ ਆ ਗਈ ਤੁਹਾਡੀ? 24/5। 24/5 ਕੀ ਹੋ ਗਿਆ? 4/5। 4 ਘੰਟੇ ਪੂਰੇ, ਜਿਹੜੇ 4/5 ਨੇ 60 ਗੁਣਾ ਕਰਕੇ ਪਤਾ ਲੱਗ ਜੂਗਾ 48 ਮਿੰਟ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਕਿੰਨਾ ਆ ਗਿਆ? 4 ਘੰਟੇ ਤੇ 48 ਮਿੰਟ। ਸੀ ਆਪਸ਼ਨ ਤੁਹਾਡਾ ਆਨਸਰ ਹੈ ਬੱਚੇ ਇਸ ਕੁਐਸਚਨ ਦਾ। ਤਾਂ ਆਹ ਕੈਂਡਲਸ ਵਾਲਾ ਕੁਐਸਚਨ ਆਪਾਂ PYQ ਦੇ ਵਿੱਚ ਵੀ ਕੀਤਾ ਸੀ, ਪੇਡ ਬੈਚ ਦੇ ਵਿੱਚ ਵੀ ਕੀਤਾ। ਇਹਦਾ ਇੱਕ ਕੁਐਸਚਨ ਮੈਂ ਅੱਜ ਫਿਰ ਲੈ ਕੇ ਆਇਆ, ਇੱਕ ਹੋਰ ਲੈ ਕੇ ਆਇਆ। ਮਤਲਬ 2 candles of the same height are lighten up at the same time. The first is consumed in 7 hours and the second in 6 hours, assuming that each burns at a constant rate. ਤਾਂ ਕਿੰਨੇ ਘੰਟਿਆਂ ਬਾਅਦ the ratio between the height of the first and the second candle becomes 3:1। ਬੱਚੇ ਬਿਲਕੁਲ ਸੇਮ ਕੁਐਸਚਨ ਹੈ, ਬਸ ਫਿਗਰ ਥੋੜੀ ਜਿਹੀ ਚੇਂਜ ਹੋ ਗਈ। 2 candles ਸੇਮ ਹਾਈਟ ਦੀਆਂ ਨੇ, ਇੱਕ 7 ਘੰਟੇ 'ਚ ਫੁੱਕਦੀ ਆ, ਦੂਜੀ 6 ਘੰਟੇ 'ਚ ਫੁੱਕਦੀ ਆ। ਤਾਂ ਇਹਨਾਂ ਦੀ ਹਾਈਟ ਅਜ਼ਿਊਮ ਕਰ ਲਾਂਗੇ 7 ਤੇ 6 ਦਾ LCM 42। ਤਾਂ ਬੱਚੇ ਜਿਹੜੀ 7 ਘੰਟੇ 'ਚ 42 ਫੁੱਕਦੀ ਆ, ਹਰ ਘੰਟੇ 'ਚ 6, ਜਿਹੜੀ 6 'ਚ 42 ਫੁੱਕਦੀ ਆ, ਹਰ ਘੰਟੇ 'ਚ 7। ਤਾਂ ਆਪਾਂ ਉਹਨਾਂ ਦੀਆਂ ਰਿਮੇਨਿੰਗ ਹਾਈਟਸ ਨੇ ਜਿਹੜੀਆਂ ਉਹ 3:1 ਦੇ ਵਿੱਚ ਦੇਖਣੀਆਂ ਨੇ। ਤਾਂ ਰਿਮੇਨਿੰਗ ਹਾਈਟ ਕੀ ਹੁੰਦੀ ਆ? ਟੋਟਲ ਦੇ ਵਿੱਚੋਂ ਜਿੰਨੀ ਮੋਮਬੱਤੀ ਫੂਕੀ ਗਈ ਉਹ ਮਾਈਨਸ ਕਰ ਦਿਓ। ਟੋਟਲ 'ਚੋਂ ਜਿੰਨੀ ਮੋਮਬੱਤੀ ਫੂਕੀ ਗਈ ਮਾਈਨਸ ਕਰ ਦਿਓ। ਤਾਂ ਟੋਟਲ ਕੀ ਹੈ? 42 ਮਾਈਨਸ ਪਹਿਲੀ 'ਚੋਂ ਕਿੰਨੀ ਫੂਕੀ ਗਈ? ਹਰ ਘੰਟੇ 'ਚ 6, ਤਾਂ n ਘੰਟਿਆਂ 'ਚ 6n। ਦੂਜੀ ਦਾ ਟੋਟਲ 42, ਕਿੰਨੀ ਫੂਕੀ ਗਈ? 1 ਘੰਟੇ 'ਚ 7, ਤਾਂ n ਘੰਟਿਆਂ 'ਚ 7n। ਉਹ ਕਿਹਦੇ ਬਰਾਬਰ ਚਾਹੀਦਾ ਸਾਨੂੰ? 3/1 ਦੇ ਬਰਾਬਰ ਚਾਹੀਦਾ, 3:1। ਕ੍ਰਾਸ ਮਲਟੀਪਲਾਈ ਕੀਤਾ ਤਾਂ 42 - 6n ਕਿਹਦੇ ਬਰਾਬਰ? 3 ਗੁਣਾ ਕਰਕੇ 126 - 21n। ਤਾਂ 21n ਇੱਧਰ ਆ ਗਿਆ, ਮਾਈਨਸ ਹੋ ਜਾਊਗਾ 6, ਉਹਦੇ ਵਿੱਚੋਂ 15n, 42 ਉੱਧਰ ਮਾਈਨਸ ਹੋ ਗਿਆ 84, ਤਾਂ 15n 84 ਦੇ ਬਰਾਬਰ ਹੈ। 3 ਦੇ ਟੇਬਲ 'ਚ 5n, 3 ਦੇ ਟੇਬਲ 'ਚ 28, 5n ਦੀ ਵੈਲਿਊ 28 ਹੈ, ਤਾਂ n ਦੀ ਵੈਲਿਊ 28/5 ਆ ਗਈ। 28/5 ਨੂੰ ਤੁਸੀਂ ਕੀ ਲਿਖ ਲਓਗੇ? 5 3/5। ਤਾਂ ਇਹਦਾ ਮਤਲਬ 5 ਘੰਟੇ ਪੂਰੇ, ਤੇ 3/5 ਨੂੰ ਕੀ ਲਿਖ ਲਓਗੇ? 36 ਮਿੰਟ। 60 ਗੁਣਾ ਕਰਕੇ 36 ਮਿੰਟ ਆ ਜਾਊਗਾ। ਤਾਂ ਬੱਚੇ ਆਨਸਰ ਤੁਹਾਡਾ ਆ ਗਿਆ 5 ਘੰਟੇ ਤੇ 36 ਮਿੰਟ। ਫਸਟ ਆਪਸ਼ਨ ਕੈਂਡਲਸ ਵਾਲੇ ਕੁਐਸਚਨ ਦਾ ਤੁਹਾਡਾ ਆਨਸਰ ਕੀ ਆ? ਫਸਟ ਆਪਸ਼ਨ 5 ਘੰਟੇ 36 ਮਿੰਟ। ਇਹ ਆਪਣੇ ਕੈਂਡਲਸ ਵਾਲੇ ਕੁਐਸਚਨ ਨੇ। 1-2 ਤਰ੍ਹਾਂ ਦੇ ਮੇਰੇ ਖਿਆਲ 'ਚ ਕੁਐਸਚਨ ਸ਼ਾਇਦ ਰਹਿ ਗਏ। ਨਹੀਂ ਜੀ, ਆਪਣੇ ਇਹ ਰੇਸ਼ੀਓ ਦੇ ਕੁਐਸਚਨਸ ਖਤਮ ਹੋ ਗਏ ਅੱਜ ਦੀ ਕਲਾਸ 'ਚ। ਬੱਚੇ ਮੈਂ ਜਿਵੇਂ ਪਿਛਲੀ ਕਲਾਸ ਦੇ ਵਿੱਚ ਪਰਸੈਂਟੇਜ ਦੇ ਕੁਐਸਚਨਸ ਜ਼ਿਆਦਾ ਧਿਆਨ ਦਿੱਤਾ ਕਿ ਉਹ ਕੁਐਸਚਨਸ ਕਰੀਏ ਜਿਹੜੇ ਆਪਣੇ ਆਮ ਤੌਰ ਤੇ ਨਹੀਂ ਕੀਤੇ ਜਾਂਦੇ, ਸਾਨੂੰ ਨਹੀਂ ਪੜ੍ਹਾਏ ਜਾਂਦੇ। ਅਸੀਂ ਸੈਸ਼ਨ ਜਦੋਂ ਕੋਈ ਵੀ ਆਪਣਾ ਸੈਸ਼ਨ ਦੀ ਗੱਲ ਕਰ ਰਹੇ ਹਾਂ, ਜਦੋਂ ਕੋਈ ਬੈਚ ਲਾਉਂਦੇ ਆ, ਸਿਲੇਬਸ 0 ਤੋਂ ਸਟਾਰਟ ਕਰਦੇ ਆ, ਤਾਂ ਉਦੋਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਉਸ ਹੱਦ ਤੱਕ ਦੇ ਕੁਐਸਚਨ ਕੀਤੇ ਜਾਣ ਕਿ ਕਲਾਸ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਬੱਚੇ ਵੀ ਬੈਠੇ ਨੇ ਉਹ ਵੀ 4 ਨਵੀਆਂ ਚੀਜ਼ਾਂ ਦੇਖ ਕੇ ਜਾਣ ਕਲਾਸ 'ਚ। ਪਰ ਫਿਰ ਵੀ ਕੁਝ ਪੋਰਸ਼ਨ ਰਹਿ ਜਾਂਦਾ ਜਿਹੜੇ ਬਹੁਤ ਜ਼ਿਆਦਾ ਔਖੇ ਕੁਐਸਚਨ ਹੁੰਦੇ, ਜਿਹੜੇ ਆਪਾਂ ਕਹਿੰਦੇ ਆ ਕਿ ਪਹਿਲਾਂ ਬੇਸਿਕਸ ਤੇ ਧਿਆਨ ਦਿਓ, ਕਨਸੈਪਟਸ ਕਲੀਅਰ ਕਰੋ, ਫਿਰ ਆਪਾਂ ਅੱਗੇ ਜਾ ਕੇ ਦੇਖ ਲਾਂਗੇ। ਤਾਂ ਉਹ ਅੱਗੇ ਜਾ ਕੇ ਜਿਹੜੇ ਸਵਾਲ ਦੇਖਣੇ ਹੁੰਦੇ ਆ, ਇਸ ਸੈਸ਼ਨ 'ਚ ਮੈਂ ਉਹ ਪ੍ਰੈਕਟਿਸ ਕਰਾ ਰਿਹਾ। ਇਹਦੇ ਨਾਲ ਜਿਹੜੇ ਮੇਰੇ ਪੇਡ ਬੈਚ ਦੇ ਸਟੂਡੈਂਟ ਸੀਗੇ, ਪੌਣੇ 200 ਦੇ ਕਰੀਬ ਉਹ ਸਟੂਡੈਂਟ ਸੀਗਾ, ਉਹਨਾਂ ਦੇ ਡਾਊਟਸ ਵਾਲੇ ਕੁਝ ਕੁਐਸਚਨਸ ਵੀ ਇਹਦੇ ਵਿੱਚ ਮੈਂ ਐਡ ਕੀਤੇ ਨੇ। ਅਗਲੇ ਸਮੇਂ ਦੇ ਵਿੱਚ ਆਪਣਾ ਮਤਲਬ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹ ਸੈਸ਼ਨ ਚੱਲ ਰਿਹਾ ਹੈ, ਕੱਲ੍ਹ ਨੂੰ ਤੁਸੀਂ ਇੰਗਲਿਸ਼ ਦੀ ਕਲਾਸ ਦੇਖੋਗੇ, ਪਰਸੋਂ ਸ਼ਨੀਵਾਰ ਨੂੰ ਫਿਰ GS ਦੀ ਕਲਾਸ ਹੋਊਗੀ। ਤਾਂ ਟਾਈਮ ਟੇਬਲ ਤੁਹਾਡੇ ਸਾਹਮਣੇ ਹੈ। ਫਿਰ ਇਸ ਤੋਂ ਅਗਲੀ ਕਲਾਸ ਆਪਣੀ ਮੰਡੇ ਆਊਗੀ। ਤਾਂ ਮੰਡੇ ਮੇਰੀ ਕੋਸ਼ਿਸ਼ ਹੋਊਗੀ, ਪਹਿਲੀ ਗੱਲ, ਇਸ ਸੈਸ਼ਨ ਦੇ ਵਿੱਚ ਮੈਂ ਸਵਾਲ ਕਰਵਾ ਰਿਹਾ ਜਿਹੜੇ ਆਰਡਰ ਦੇ ਵਿੱਚ ਆਪਾਂ ਸਿਲੇਬਸ ਕੀਤਾ ਸੀ, ਕਿਉਂਕਿ ਪੇਡ ਬੈਚ ਵਾਲੇ ਬੱਚਿਆਂ ਦੇ ਡਾਊਟਸ ਵੀ ਉਸੇ ਆਰਡਰ 'ਚ ਲੈਣੇ ਸੀ, ਤਾਂ ਇਸ ਕਰਕੇ ਇਹਦੇ ਵਿੱਚ ਪ੍ਰੈਕਟਿਸ ਵੀ ਉਸੇ ਆਰਡਰ 'ਚ ਕਰਾਂਗੇ। ਤਾਂ ਅਗਲੀ ਕਲਾਸ ਜਿਹੜੀ ਮੰਡੇ ਨੂੰ ਹੋਊਗੀ ਉਹਦੇ ਵਿੱਚ, ਕਿਉਂਕਿ ਏਜਿਸ ਤੇ ਪਾਰਟਨਰਸ਼ਿਪ ਦੋਨੇ ਸਾਡੇ ਛੋਟੇ ਚੈਪਟਰ ਨੇ, ਤਾਂ ਮੈਂ ਕੋਸ਼ਿਸ਼ ਕਰੂੰ ਦੋਨਾਂ ਦੇ 10-10 ਕੁਐਸਚਨ ਲਿਆਵਾਂ। 20 ਜੇ ਕੁਐਸਚਨ ਆਪਾਂ 1 ਘੰਟੇ 'ਚ 20 ਕੁਐਸਚਨ ਕਰ ਲੈਂਦੇ ਹਾਂ, ਤਾਂ ਦੋਨਾਂ 'ਚ 10-10 ਕੁਐਸਚਨ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ। ਤਾਂ ਅਗਲੀ ਕਲਾਸ ਹੋਪਫੁਲੀ ਆਪਣੀ ਏਜਿਸ ਤੇ ਪਾਰਟਨਰਸ਼ਿਪ ਦੀ ਹੋਊਗੀ। ਅਗਲੀ ਕਲਾਸ ਦੇ ਵਿੱਚ ਬੱਚੇ ਮਿਲਦੇ ਆ। ਸਕਸੈਸ ਟਰੀ ਦੇ ਨਾਲ ਜੁੜੇ ਰਹੋ। ਥੈਂਕ ਯੂ।